ਹਾਂਜੀ ਫੇਸਬੁੱਕ ਚਰਚਾ ਤੇ ਸਾਰੇ ਜੁੜੇ ਹੋਏ ਮੇਰੇ ਸੱਜਣ ਵੀਰ ਜਿਨ੍ਹਾਂ ਨੇ ਜਿਹੜੇ ਅੱਜ ਆਪਣਾ ਇਹ ਪ੍ਰੋਗਰਾਮ ਫੇਸਬੁੱਕ ਚਰਚਾ ਦੇਖ ਰਹੇ ਨੇ, ਉਹਨਾਂ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਜੀ। ਤੇ ਜਿੰਨੇ ਵੀ ਵੀਰ ਸਾਡੇ ਟਾਈਮ ਕੱਢ ਕੇ ਆਉਂਦੇ ਨੇ ਇਸ ਫੇਸਬੁੱਕ ਚਰਚਾ ਦੇ ਵਿੱਚ, ਉਹ ਉਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਤੇ ਜਿੰਨੇ ਵੀਰ ਸਾਨੂੰ ਸ਼ੇਅਰ ਕਰਦੇ ਨੇ, ਕਾਫੀ ਇਹ ਪ੍ਰੋਗਰਾਮ ਦੇ ਵਿੱਚ ਸਾਨੂੰ ਰਿਸਪੌਂਡ ਵੀ ਵਾਪਸ ਆ ਰਿਹਾ ਔਰ ਸਾਨੂੰ ਦੱਸ ਵੀ ਰਹੇ ਨੇ, ਇਕੱਲੀ ਸਾਡੀ ਸਿਫਤ ਨਹੀਂ ਕਰ ਰਹੇ, ਸਾਡੀਆਂ ਗਲਤੀਆਂ ਵੀ ਕੱਢਦੇ ਨੇ। ਕਈ ਵਾਰੀ ਸਾਨੂੰ ਕਹਿੰਦੇ ਨੇ ਕਿ ਭਾਈ ਸਾਹਿਬ ਜੀ ਤੁਸੀਂ ਥੋੜ੍ਹਾ ਜਿਹਾ ਇਸ ਤਰ੍ਹਾਂ ਕਰਿਆ ਕਰੋ। ਬਹੁਤ ਵਧੀਆ ਲੱਗਦਾ ਜਦੋਂ ਸਾਡੇ ਵੀਰ ਸੁਝਾਸ਼ਨ ਦਿੰਦੇ ਨੇ ਸਾਨੂੰ। ਤੇ ਉਹਨਾਂ ਨੇ ਸਾਨੂੰ ਇੱਕ ਸੁਝਾਸ਼ਨ ਦਿੱਤਾ, ਕਹਿੰਦੇ ਤੁਸੀਂ YouTube ਚੈਨਲ ਵੀ ਖੋਲੋ। ਉਹਦੇ ਤੇ ਅਸੀਂ ਨਾ ਇੱਕ ਫਿਰ ਫੇਸਬੁੱਕ ਚਰਚਾ ਦੇ ਉੱਤੇ YouTube ਚੈਨਲ ਵੀ ਸ਼ੁਰੂ ਕੀਤਾ ਹੈਗਾ। ਜਿੰਨੀਆਂ ਵੀ ਸਾਡੀਆਂ ਸੈਸ਼ਨ ਲੱਗ ਰਹੇ ਨੇ, ਜਿੱਦਾਂ ਸੈਸ਼ਨ ਨੰਬਰ 9 ਹੈ ਅੱਜ ਸਾਡਾ, ਤੇ ਇਹਦੇ ਵਿੱਚ ਫੇਸਬੁੱਕ ਚਰਚਾ ਦੇ ਉੱਤੇ ਜੋ ਵੀ ਸਾਡੇ ਸੈਸ਼ਨ ਨੇ YouTube ਤੇ ਪਏ ਨੇ, ਉਸ YouTube ਚੈਨਲ ਦਾ ਨਾਮ ਵੀ ਫੇਸਬੁੱਕ ਚਰਚਾ ਹੀ ਹੈ। ਤੇ ਉਹ ਵੀ ਅਸੀਂ ਇੱਕ ਤੁਹਾਨੂੰ ਲਿੰਕ ਪਾ ਦਿਆਂਗੇ, ਇਹਦੇ ਵਿੱਚ ਤੁਸੀਂ ਕਰ ਸਕਦੇ ਆ। ਤੇ ਇਸ ਫੇਸਬੁੱਕ ਚਰਚਾ ਦੇ ਉੱਤੇ ਸਾਡਾ ਜੋ ਮੇਨ ਰੀਜ਼ਨ ਹੈ ਇੱਥੇ ਆਉਣ ਦਾ ਬਣਿਆ ਸੀ, ਉਹ ਕਿਸਾਨ ਅੰਦੋਲਨ ਸੀ। ਕਿਸਾਨ ਅੰਦੋਲਨ ਕਿਉਂ ਅਸੀਂ ਇਸ ਪ੍ਰੋਗਰਾਮ ਨੂੰ ਸ਼ੁਰੂ ਕੀਤਾ, ਕਿਉਂਕਿ ਬਹੁਤ ਸਾਰੇ NRI ਵੀਰ ਜਿਹੜੇ ਕਿ ਇਸ ਪ੍ਰੋਗਰਾਮ ਦੇ ਉੱਤੇ ਆਪਣੀ ਗੱਲ ਕਹਿਣਾ ਚਾਹੁੰਦੇ ਸੀ, ਉੱਥੇ ਤੱਕ ਗੱਲ ਪਹੁੰਚਾਉਣਾ ਚਾਹੁੰਦੇ ਸੀ, ਪਰ ਕੋਈ ਜ਼ਰੀਆ ਨਹੀਂ ਬਣ ਰਿਹਾ ਸੀ। ਉਸ ਗੈਪ ਨੂੰ ਪੂਰਾ ਕਰਨ ਲਈ ਅਸੀਂ ਇਹ ਪ੍ਰੋਗਰਾਮ ਸ਼ੁਰੂ ਕੀਤਾ, ਫੇਸਬੁੱਕ ਚਰਚਾ, ਜਿਹਦਾ ਸੈਸ਼ਨ ਨੰਬਰ 9 ਹੈ। ਤੇ ਅੱਜ ਇਸ ਸੈਸ਼ਨ ਨੂੰ ਹੋਸਟ ਕਰਨਗੇ ਸਾਡੇ ਅਮਰਦੀਪ ਬਰਾੜ ਜੀ, ਜਿਹੜੇ ਬੇ ਏਰੀਆ ਵਿੱਚ ਰਹਿੰਦੇ ਨੇ। ਸਤਿ ਸ੍ਰੀ ਅਕਾਲ ਅਮਰਦੀਪ ਭਾਜੀ। ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ, ਬਹੁਤ ਬਹੁਤ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਥੈਂਕ ਯੂ ਆਪਣੇ ਨਾਲ ਜੁੜਨ ਦਾ। ਹਾਂਜੀ ਭਾਜੀ, ਤੁਸੀਂ ਕਰੋ ਸ਼ੁਰੂ ਜੀ। ਠੀਕ ਹੈ, ਥੈਂਕ ਯੂ ਅਮਰਜੀਤ। ਸੋ ਮੇਰੇ ਪਿਆਰੇ ਸਰੋਤਾ ਵੀਰੋ, ਆਪਣੇ ਨਾਲ ਅੱਜ ਸਾਡੇ ਅਜੀਤ ਭੱਠਲ ਜੀ ਹੈਗੇ ਬੇਕਰਸਫੀਲਡ ਤੋਂ, ਤੇ ਸਰਦਾਰ ਰਣਜੀਤ ਸਿੰਘ ਗਿੱਲ ਫਰੈਜ਼ਨੋ ਤੋਂ। ਤੇ ਬਹੁਤ ਬਹੁਤ ਤੁਹਾਡਾ ਸਵਾਗਤ ਹੈ ਜੀ ਅਜੀਤ ਭੱਠਲ ਜੀ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਸਾਰੇ ਸਰੋਤਿਆਂ ਨੂੰ, ਤੇ ਥੈਂਕ ਯੂ ਤੁਹਾਡਾ ਜੀ। ਸਤਿ ਸ੍ਰੀ ਅਕਾਲ ਜੀ ਬਰਾੜ ਸਾਹਿਬ। ਸਤਿ ਸ੍ਰੀ ਅਕਾਲ ਜੀ। ਸੋ ਮੈਂ ਗੱਲ ਸ਼ੁਰੂ ਕਰਦਾ ਬਾਈ ਰਣਜੀਤ ਸਿੰਘ ਗਿੱਲ ਤੋਂ। ਵੀਰ ਜੀ, ਆਪਣਾ ਇਸ ਵਕਤ ਸਭ ਤੋਂ ਜਿਹੜਾ ਭਖਮਾ ਮੁੱਦਾ ਆ, ਉਹ ਜੇ ਆਪਾਂ ਕਿਸਾਨੀ ਅੰਦੋਲਨ ਨਾਲ ਹੀ ਜੋੜ ਕੇ, ਜੋ ਇਸ ਵਕਤ ਸਭ ਤੋਂ ਆਪਣੀ ਪੰਜਾਬ ਦੀ ਜਾਂ ਹਿੰਦੁਸਤਾਨ ਦੀ ਜੇ ਗੱਲ ਕਰੀਏ, ਤੇ ਕਿਸਾਨੀ ਅੰਦੋਲਨ ਆ। ਤੇ ਇਸ ਵਕਤ ਜਿਹੜਾ ਨਵਾਂ ਮੋੜ ਆਇਆ ਕਿਸਾਨੀ ਅੰਦੋਲਨ ਦੇ ਵਿੱਚ, ਜਿਹੜਾ ਡੈਡਲੌਕ ਤੁਸੀਂ ਕਹਿ ਸਕਦੇ ਹੋ ਕਿ ਸਰਕਾਰ ਆਪਣੇ ਹੱਥ ਤੇ ਅੜੀ ਹੋਈ ਹੈ ਕਿ ਅਸੀਂ ਮੰਨਣਾ ਨਹੀਂ, ਕਿਉਂਕਿ ਕਾਰਪੋਰੇਟ ਵਰਲਡ ਦਾ ਬੜਾ ਦਬਾਅ ਆ, ਤੇ ਲੋਕ ਆਪਣੇ ਹੱਕਾਂ ਦੇ ਲਈ ਦਿੱਲੀ ਬੈਠ ਗਏ ਆ ਕਿ ਅਸੀਂ ਮੁੜਦੇ ਨਹੀਂ, ਹੱਕ ਮਨਵਾ ਕੇ ਜਾਣੇ ਆ। ਇਹਦੇ ਬਾਰੇ ਤੁਹਾਡਾ ਕੀ ਕਹਿਣਾ ਵੀਰ ਜੀ? ਬਰਾੜ ਸਾਹਿਬ, ਬਹੁਤ ਦਿਨਾਂ ਤੋਂ ਗੱਲ ਇੱਕ ਥਾਂ ਤੇ ਘੁੰਮੀ ਜਾਂਦੀ ਆ। ਇਹਦੇ ਵਿੱਚ ਜਿੰਨੀਆਂ ਆਪਣੀਆਂ ਜਥੇਬੰਦੀਆਂ ਦੇ, ਕਿਸਾਨੀ ਜਥੇਬੰਦੀਆਂ ਦੇ ਲੀਡਰ ਨੇ, ਉਹ ਵੀ ਆਪਦਾ ਪੂਰਾ ਤਾਣ ਲਾ ਰਹੇ ਨੇ ਵੀ ਗੱਲ ਕਿਸੇ ਪਾਸੇ ਲੱਗੇ, ਗੱਲ ਸਮਝਾਈ ਜਾ ਸਕੇ, ਸਰਕਾਰ ਉਸ ਚੀਜ਼ ਨੂੰ ਸਮਝੇ। ਤੇ ਉਹਦੇ ਵਿੱਚ ਹੁਣ ਜਿਸ ਤਰ੍ਹਾਂ ਉਹਨਾਂ ਦੇ ਵਿੱਚ ਦੋ ਬੰਦੇ ਆਉਂਦੇ ਆ ਮੇਨ। ਇੱਕ ਤਾਂ ਠੀਕ ਆ, ਜਿਹੜੇ ਤੋਮਰ ਸਾਹਿਬ ਨੇ, ਉਹ ਸਾਡੇ ਖੇਤੀਬਾੜੀ ਮੰਤਰੀ ਨੇ, ਉਹਨਾਂ ਨੂੰ ਆਉਣਾ ਵੀ ਚਾਹੀਦਾ। ਇੱਕ ਪਾਸੇ ਜੋ ਗੋਇਲ ਸਾਹਿਬ ਨੇ, ਉਹ ਬਿਲੋਂਗ ਕਰਦੇ ਨੇ ਡਿਪਾਰਟਮੈਂਟ ਵੱਖਰੇ ਨੂੰ, ਜਿਹੜਾ ਕਿ ਰੇਲਵੇ ਦਾ ਡਿਪਾਰਟਮੈਂਟ ਹੈ। ਤੇ ਜਿਸ ਤਰ੍ਹਾਂ ਮੈਂ ਜਿੰਨੀ ਕੁ ਵੇਖਿਆ ਵਾ, ਗੋਇਲ ਸਾਹਿਬ ਉਸ ਵਿਸ਼ੇ ਨੂੰ ਹੋਰ ਪਾਸੇ ਲੈ ਜਾਂਦੇ, ਰਾਈਟ। ਉਹ ਹਾਲਾਂਕਿ ਉਹਨਾਂ ਦਾ ਤਾਂ ਖੇਤੀਬਾੜੀ ਨਾਲ ਮਤਲਬ ਵੀ ਕੋਈ ਨਹੀਂ, ਰਾਈਟ। ਉਹ ਜਿਹੜੀ ਗੱਲ ਨੂੰ ਸਮਝ, ਹੁਣ ਉਹਨਾਂ ਨੇ ਜਿੰਨੀ ਚਰਚਾ ਕੀਤੀ ਆ, ਜਿੰਨੇ ਪੁਆਇੰਟਾਂ ਤੇ ਚਰਚਾ ਹੋਈ ਆ, ਉਹਨਾਂ ਨੇ ਹਰ ਵਾਰ ਉਲਝਾਉਣ ਦੀ ਕੋਸ਼ਿਸ਼ ਕੀਤੀ ਆ। ਉਹਨਾਂ ਨੇ ਕਿਹਾ ਤੁਸੀਂ ਦੱਸੋ ਵੀ ਕਿਹੜਾ ਪੁਆਇੰਟ ਠੀਕ ਨਹੀਂ। ਉਹ ਸਾਰੇ ਪੁਆਇੰਟਾਂ ਦੇ ਉੱਤੇ ਵੀ ਪੁਆਇੰਟ ਲਿਖ ਕੇ ਲਿਜਾ ਕੇ ਉਹਨਾਂ ਨੇ ਫੜਾਤੇ ਵੀ ਆਹ ਨੇ ਜੀ ਪੁਆਇੰਟ ਇਹ। ਉਹਦੇ ਚ ਫਿਰ ਉਸੇ ਤਰ੍ਹਾਂ ਹੀ ਟਾਈਮ ਖਰਾਬ ਕਰਨ ਵਾਂਗੂ ਉਹਨਾਂ ਨੇ ਆਪਣੇ ਗ੍ਰਹਿ ਮੰਤਰੀ ਸਾਹਿਬ ਨੇ ਵੀ, ਉਹਨਾਂ ਨੇ ਵੀ ਇਸ ਤਰ੍ਹਾਂ ਕਰਨੀ। ਆਜੋ ਆਪਾਂ ਦੇਖਦੇ ਆਪਾਂ, ਤੁਹਾਨੂੰ ਦੱਸੋ ਕਿਹੜੇ ਵਿਸ਼ੇ ਤੁਹਾਨੂੰ ਠੀਕ ਨਹੀਂ ਲੱਗਦੇ, ਕਿਹੜੇ ਤੇ ਆਪਾਂ ਕਰ ਸਕਦੇ ਹਾਂ ਗੱਲ। ਇੱਕ ਉਹਨਾਂ ਦੀ ਇਹ ਵੀ ਹੈਗੀ ਆ ਵੀ ਆਪਾਂ ਗੱਲਬਾਤ ਤੋਰਾਂਗੇ ਤਾਂ ਗੱਲ ਕਿਤੇ ਸਿਰੇ ਲੱਗੂਗੀ। ਪਰ ਗੱਲ ਉੱਥੇ ਪੈਦਾ ਇਹ ਹੁੰਦੀ ਆ ਵੀ ਗੱਲ ਤੋਰਾਂਗੇ ਜਿਆਦਾ, ਕੋਈ ਆਪਾਂ ਇੱਕ ਮੀਟਿੰਗ ਪਿੱਛੇ ਤੱਕ ਗੱਲ ਕਰ ਲਈ, ਉਦੋਂ ਗਾਂਹ ਗੱਲ ਤੋਰੀਏ। ਜਦੋਂ 5ਵੀਂ ਮੀਟਿੰਗ ਦੇ ਵਿੱਚ ਵੀ ਅਸੀਂ ਮੁੜ ਕੇ ਫੇਰ ਉੱਥੇ ਹੀ ਆ ਜਾਂਦੇ ਆ ਜਿੱਥੋਂ ਗੱਲ ਸ਼ੁਰੂ ਕੀਤੀ ਸੀ। ਉਹ ਗੱਲ 50 ਵਾਰੀ ਹੋ ਚੁੱਕੀ ਆ, ਤੇ ਉੱਥੇ ਜਥੇਬੰਦੀਆਂ ਵੀ ਕੀ ਕਰਨ, ਉਹਨਾਂ ਨੂੰ ਕਿਵੇਂ ਸਮਝਾਉਣ। ਬਿਲਕੁਲ ਗਿੱਲ ਸਾਹਿਬ, ਤੁਹਾਡੀ ਗੱਲ ਬਿਲਕੁਲ ਮੈਂ ਸਹਿਮਤ ਹਾਂ, ਕਿਉਂਕਿ ਫਰਕ ਸਰਕਾਰ ਦੀ ਨੀਅਤ ਦੇ ਵਿੱਚ ਆ ਤੇ ਨੀਤੀ ਦੇ ਵਿੱਚ ਆ। ਜੇਕਰ ਕਿਸਾਨ ਉੱਥੇ ਦਿੱਲੀ ਬੈਠੇ ਆ ਤੇ ਅੱਜ 15 ਦਿਨ ਉਹਨਾਂ ਨੂੰ ਹੋ ਗਏ ਆ,
ਤੇ ਹਾਲੇ ਵੀ ਜੇ ਤੁਸੀਂ ਕੇਂਦਰੀ ਮੰਤਰੀ ਜਿਹੜੇ ਜਿਵੇਂ ਉਹ ਹੁਣ ਉਹ ਘਬਰਾਏ ਹੋਏ ਆ ਨਾ, ਉਹ ਵੱਖੋ ਵੱਖਰੇ ਆਪਣੇ ਛੱਡ ਰਹੇ ਆ, ਜਿਵੇਂ ਕਿਸੇ ਨੂੰ ਕਦੇ ਕਿਸੇ ਤੋਂ ਬਿਆਨ ਦਵਾਤਾ, ਕਿਸੇ ਤੋਂ ਦਵਾਤਾ। ਉਹ ਇਹ ਕਹਿ ਰਹੇ ਆ ਕਿ ਕਿਸਾਨ ਡੈਡਲੌਕ ਤੋੜਨ ਤੇ ਸਾਡੇ ਨਾਲ ਗੱਲਬਾਤ ਕਰਨ, ਜਦੋਂ ਕਿ ਕਿਸਾਨਾਂ ਨੇ ਉਹਨਾਂ ਨੂੰ 15 ਇਹਦੇ ਵਿੱਚ ਜਿਹੜੇ ਗਲਤੀਆਂ ਹੈਗੀਆਂ ਕਾਨੂੰਨਾਂ ਦੇ ਵਿੱਚ, ਇਹ ਉਹਨਾਂ ਨੂੰ ਕੱਲੀ ਗੱਲ ਸਮਝਾ ਦਿੱਤੀ ਗਈ ਆ। ਤੇ ਪਰ ਗੱਲ ਕਿਸਾਨਾਂ ਨੂੰ ਇੱਕੋ ਹੀ ਬੇਨਤੀ ਕੀਤੀ ਜਾ ਰਹੀ ਹੈ ਵਾਰ-ਵਾਰ ਹਰ ਇੱਕ ਮਿਨਿਸਟਰ ਤੋਂ ਉੱਪਰ ਥੱਲੇ ਲੈਵਲ ਤੱਕ, ਕਿ ਕਿਸਾਨ ਸੰਘਰਸ਼ ਦਾ ਰਾਹ ਛੱਡਣ ਤੇ ਆਪਣੀ ਘਰੀ ਜਾਣ ਤੇ ਗੱਲਬਾਤ ਨੂੰ ਰੱਖਣ ਕੰਟੀਨਿਊ। ਦੇਖੋ, ਸਰਕਾਰਾਂ ਨੇ ਜਦੋਂ ਕਿਸੇ ਐਜੀਟੇਸ਼ਨ ਨੂੰ, ਕਿਸੇ ਲਹਿਰ ਨੂੰ, ਕਿਸੇ ਅੰਦੋਲਨ ਨੂੰ ਫੇਲ ਕਰਨਾ ਹੁੰਦਾ, ਉਹਦੇ ਲਈ ਇਹੀ ਹੱਥ ਕੰਡੇ ਹੁੰਦੇ ਆ ਵੀ ਇੱਕ ਤਾਂ ਇਹਨਾਂ ਨੂੰ ਪਹਿਲੀ ਚੀਜ਼ ਤਾਂ ਉਹਨਾਂ ਨੂੰ ਬਈ ਨਿਹੱਥਲ ਕਰ ਦਿਓ, ਇਹਨਾਂ ਨੂੰ ਇੰਨਾ ਭਜਾਈ ਚੱਲੋ, ਇੰਨਾ ਇਹਨਾਂ ਨੂੰ ਕਰ ਦਿਓ, ਇਹਨਾਂ ਨੂੰ ਇਹ ਆਪ ਹੀ ਭੱਜ ਜਾਣ, ਰਾਈਟ। ਤੇ ਜਿਸ ਤਰ੍ਹਾਂ ਹੁਣ ਕੱਲ ਜਾਂ ਪਰਸੋਂ ਇਹਨਾਂ ਨੂੰ ਲੈ ਕੇ ਗਏ ਸੀਗੇ, ਚਲੋ 13 ਬੰਦੇ ਸੀਗੇ, ਪਹਿਲਾਂ ਇੱਕ ਥਾਂ ਲੈ ਗਏ, ਫਿਰ ਦੂਜੀ ਥਾਂ ਲੈ ਗਏ, ਫਿਰ ਤੀਜੀ ਥਾਂ ਲੈ ਗਈ, ਰਾਈਟ। ਤੇ ਉਹਦੇ ਨਾਲ ਜਿਹੜੇ ਬੰਦੇ ਗਏ ਨੇ ਅਕਸਰ ਉਹ ਇੱਕ ਜਮਾਤ ਦੇ ਨੁਮਾਇੰਦੇ ਆ, ਉਹਨਾਂ ਨੂੰ ਉਹ ਕਰ ਰਹੇ ਨੇ, ਅਗਵਾਈ ਕਰ ਰਹੇ ਉਹਨਾਂ ਦੀ, ਉਹਨਾਂ ਨੂੰ ਰਿਸਪੈਕਟ ਦੇਣ ਦੀ ਬਜਾਏ ਤੁਸੀਂ ਉਹਨਾਂ ਨੂੰ ਖਰਾਬ ਕਰ ਰਹੇ ਹੋ। ਇਹ ਸਿਆਣੀ ਗੱਲ ਨਹੀਂ ਹੈਗੀ। ਦੂਜੀ ਚੀਜ਼, ਇੱਕ ਜਿਹੜਾ ਮੰਤਰੀ ਆ ਉਹ ਇੱਥੇ ਤੱਕ ਪਹੁੰਚ ਜਾਂਦਾ ਵਾ, ਉਹਨੂੰ ਝੂਠ ਨਹੀਂ ਬੋਲਣਾ ਚਾਹੀਦਾ, ਇੱਕੋ ਗੱਲ ਨੂੰ ਦੁਬਾਰਾ ਕਰਕੇ ਫਿਰ ਗੱਲ ਨੂੰ ਉੱਥੇ ਮੁੜ ਕੇ ਲਈ ਆਉਣਾ, ਉਹ ਨਹੀਂ ਕਰਨਾ ਚਾਹੀਦਾ, ਰਾਈਟ। ਤੇ ਉਸੇ ਚੀਜ਼ ਤੇ ਗੱਲ ਹੁਣ ਉਹਨਾਂ ਕੋਲ ਰਾਹ ਤਾਂ ਕੋਈ ਬਰਾੜ ਸਾਹਿਬ ਹੈ ਨਹੀਂਗਾ। ਹੁਣ ਉਹ ਕੀ ਕਰਦੇ ਆ, ਉਹ ਬਿਨਾਂ ਗੱਲ ਤੋਂ ਤੁਹਾਨੂੰ ਸੁਨੇਹਾ ਦੇਣ ਦੀ ਬਜਾਏ, ਕਿਸਾਨ ਜਥੇਬੰਦੀਆਂ ਜਾਣਗੀਆਂ ਤਾਂ ਸੁਨੇਹਾ ਦੇਣਗੇ, ਪਰ ਉਹਨਾਂ ਨੇ ਨਵਾਂ ਰਾਹ ਲੱਭ ਲਿਆ, ਉਹ ਪ੍ਰੈਸ ਕਾਨਫਰੰਸ ਸੱਦ ਲਈ, ਰਾਈਟ। ਪ੍ਰੈਸ ਕਾਨਫਰੰਸ ਦੇ ਵਿੱਚ ਸੀਗਾ ਵੀ ਐਂ ਲੱਗਦਾ ਸੀ ਵੀ ਇਹਨਾਂ ਨੇ ਜਿਹੜੀ ਪ੍ਰੈਸ ਕਾਨਫਰੰਸ ਸੱਦੀ ਆ, ਉਸ ਤੋਂ ਬਾਅਦ ਇਹਦੇ 'ਚ ਕੋਈ ਨਵੀਂ ਚੀਜ਼ ਦੇਣਗੇ, ਸ਼ਾਇਦ ਕੋਈ ਨਵੀਂ ਚੀਜ਼ ਉੱਭਰ ਕੇ ਆਵੇ, ਜਿਹੜੇ ਕਿਸਾਨਾਂ ਨੂੰ ਸੁਨੇਹਾ ਵੀ ਚੱਲ ਆਏ ਨਹੀਂ ਤਾਂ ਯਾਰ ਆਪਾਂ ਐਂ ਕਰ ਲੈਂਦੇ ਹਾਂ, ਪਰ ਗੱਲ ਫੇਰ ਉਹ ਮੁੜ ਘਿਰ ਕੇ ਬੋਤੀ ਬੋੜ ਥੱਲੇ। ਬਿਲਕੁਲ ਭੱਠਲ ਸਾਹਿਬ, ਅਜੀਤ ਭੱਠਲ ਸਾਹਿਬ, ਅਸੀਂ ਤੁਹਾਡੇ ਵੀ ਇਸ ਮਾਮਲੇ ਤੇ ਵਿਊ ਲੈਣੇ ਮੰਗਦੇ ਹਾਂ ਕਿ ਇਹ ਚੀਜ਼ ਜੋ ਸਰਕਾਰ ਦੀ ਨੀਤੀ ਦੇ ਵਿੱਚ ਫਰਕ ਨਜ਼ਰ ਆ ਰਿਹਾ, ਤੁਸੀਂ ਇਸ ਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਜੀ, ਜਿਹੜੀ ਹਿੰਦੁਸਤਾਨ ਦੀ ਡੈਮੋਕ੍ਰੇਸੀ ਆ, ਇਹ ਆਪਦੇ ਆਪ ਵਿੱਚ ਇੱਕ ਸਭ ਤੋਂ ਵੱਡੀ ਡੈਮੋਕ੍ਰੇਸੀ ਮੰਨੀ ਜਾਂਦੀ ਆ, ਤੇ ਇੰਡੀਆ ਵਾਲੇ ਅਖਵਾਉਂਦੇ ਆ ਵੀ ਅਸੀਂ ਸਭ ਤੋਂ ਵੱਡੀ ਡੈਮੋਕ੍ਰੇਸੀ ਆ। ਪਰ ਨਾਲ ਦੀ ਨਾਲ ਹਿੰਦੁਸਤਾਨ ਦੇ ਵਿੱਚ ਸਭ ਤੋਂ ਵੱਡਾ ਅੰਦੋਲਨ ਆ, ਜਿਹੜਾ ਦੁਨੀਆ ਦਾ ਸਭ ਤੋਂ ਵੱਡਾ ਅੰਦੋਲਨ, ਉਹ ਹੋ ਨਿਬੜਿਆ ਕਿਸਾਨਾਂ ਦਾ ਅੰਦੋਲਨ। ਕਿਸਾਨ ਬੜੀ ਸਮਝਦਾਰੀ ਨਾਲ ਤੇ ਬੜੀ ਹੁਸ਼ਿਆਰੀ ਦੇ ਨਾਲ ਹੁਣ ਤੱਕ ਚੱਲ ਰਹੇ ਆ। ਕਿਸਾਨ ਨੇਤਾ ਬੜੇ ਸੁਲਝੇ ਹੋਏ ਆ, ਬੜਾ ਉਹਨਾਂ ਦਾ ਲੰਬਾ ਸੰਘਰਸ਼ਮਈ ਜੀਵਨ ਆ। ਜਿਵੇਂ ਰਾਜੇਵਾਲ ਸਾਹਿਬ ਹੋ ਗਏ, ਉਧਰ ਅਗਰਾਹਾਂ ਹੋ ਗਏ, ਕਿ ਜਿੰਨੇ ਵੀ 30-35 ਜਥੇਬੰਦੀਆਂ, ਉਹਨਾਂ ਦੇ ਸਾਰੇ ਬੜੇ ਸੁਲਝੇ ਹੋਏ ਆ, ਬੜੇ ਏਕੇ ਦਾ ਸਬੂਤ ਦਿੱਤਾ ਉਹਨਾਂ ਨੇ ਹੁਣ ਤੱਕ। ਤੇ ਪਰ ਜਿਵੇਂ ਇਹਨੂੰ ਕਹਿ ਲਈਏ ਆਪਾਂ ਵੀ, ਜੇ ਇੱਕ ਡੈਮੋਕ੍ਰੇਸੀ ਵੱਡੀ ਆ ਤੇ ਉਹ ਡੈਮੋਕ੍ਰੇਸੀ ਨੂੰ, ਇਹਨਾਂ ਲੋਕਾਂ ਨੂੰ, ਜਿਹੜੀ ਉੱਥੇ ਦੀ ਹਕੂਮਤ ਆ ਮੌਜੂਦਾ, ਉਹਨੂੰ ਇਹ ਡੈਮੋਕ੍ਰੇਟਿਕ ਰਹਿਣ ਵੀ ਦੇਣਾ ਚਾਹੀਦਾ। ਡੈਮੋਕ੍ਰੇਸੀ ਦਾ ਸਿਰਫ ਨਾਂ ਹੀ ਨਹੀਂ ਚਾਹੀਦਾ ਉੱਥੇ। ਉਹ ਡੈਮੋਕ੍ਰੇਸੀ ਨੂੰ ਡੈਮੋਕ੍ਰੇਸੀ ਰੱਖਣ ਲਈ ਜੇ ਹੋਰ ਅਮਰੀਕਾ ਦੀ ਉਹ ਉਦਾਹਰਨ ਦਿੰਦੇ ਆ ਜਾਂ ਹੋਰਾਂ ਕੰਟਰੀਆਂ ਦੇ ਦਿੰਦੇ ਆ ਵੀ ਉਹ ਡੈਮੋਕ੍ਰੇਟਿਕ ਕੰਟਰੀ ਆ, ਅਸੀਂ ਉਦੋਂ ਵੀ ਵੱਡੇ ਡੈਮੋਕ੍ਰੇਸੀ ਆ ਸਾਡੀ, ਤੇ ਠੀਕ ਆ, ਅਸੀਂ ਵੋਟਾਂ ਦੇ ਹਿਸਾਬ ਨਾਲ ਵੱਧਦਾ, ਉੱਥੇ ਲੋਕਾਂ ਦੀ ਗਿਣਤੀ ਵੱਧਦਾ, ਪਰ ਉੱਥੋਂ ਦੀ ਜਿਹੜੀ ਡੈਮੋਕ੍ਰੇਟਿਕ ਅਸਲ ਸੋਚ ਆ, ਅਸਲ ਨੀਤੀਆਂ, ਉਹ ਬਹੁਤ ਥੱਲੇ ਆ। ਆਪਾਂ ਸਾਰਿਆਂ ਨੇ ਦੇਖਿਆ ਵੀ ਅਮਰੀਕਾ ਦੇ ਵਿੱਚ ਬਲੈਕ ਲਾਈਵਜ਼ ਮੈਟਰ ਕਿੱਡਾ ਵੱਡਾ ਅੰਦੋਲਨ ਹੋਇਆ ਥਰੂ ਆਊਟ USA। ਕੋਈ ਸਿਟੀ ਨਹੀਂ ਬਚਿਆ ਹੋਣਾ ਮੇਰਾ ਖਿਆਲ ਜਿੱਥੇ ਉਹ ਨਹੀਂ ਹੋਇਆ। ਇੱਥੇ ਕਿਸੇ ਦੇ ਡੰਡਾ ਨਹੀਂ ਪਿਆ, ਕਿਸੇ ਦੇ ਪਾਣੀ ਦੀਆਂ ਵਿਛਾੜਾਂ ਨਹੀਂ ਪਈਆਂ, ਕਿਸੇ ਦਾ ਕੋਈ ਹੋਰ ਅਧਿਕਾਰ ਆ ਜਿਹੜਾ ਉਹ ਖੋਇਆ ਨਹੀਂ ਗਿਆ, ਕਿਤੇ ਬੈਠਣ ਦਾ, ਕਿਤੇ ਰੋਸਮਈ। ਹਾਂ, ਜਿੱਥੇ ਕਿਤੇ ਇਹਨਾਂ ਨੇ ਵਾਇਲੈਂਸ ਕੀਤੀ ਆ, ਉੱਥੇ ਉਹਨਾਂ ਨੇ ਜ਼ਰੂਰ ਥੋੜੀ ਬਹੁਤੀ ਫੋਰਸ ਵਰਤੀ ਆ, ਪਰ ਫਿਰ ਵੀ ਉੱਥੇ ਕਿਸੇ ਦੇ ਡੰਡਾ ਨਹੀਂ ਮਾਰਿਆ। ਉਹਨਾਂ ਲੋਕਾਂ ਨੂੰ ਅਰੈਸਟ ਕੀਤਾ ਗਿਆ, ਉਹਨਾਂ ਤੇ ਕੇਸ ਕਰਤੇ। ਚਲੋ, ਉਹ ਜੇ ਕੋਈ ਨੁਕਸਾਨ ਕਰਦਾ ਕਿਸੇ ਪ੍ਰਾਪਰਟੀ ਦਾ, ਸਾਡੇ ਕਿਸਾਨ ਤਾਂ ਬਿਲਕੁਲ ਸ਼ਾਂਤਮਈ ਤਰੀਕੇ ਨਾਲ ਬੈਠੇ ਆ। ਉੱਥੇ ਵੀ ਫਾਰਮਰਜ਼ ਲਾਈਵਜ਼ ਮੈਟਰ, ਉੱਥੇ ਵੀ ਫਾਰਮਰਜ਼ ਦੀਆਂ ਜਿਹੜੀਆਂ ਜ਼ਿੰਦਗੀਆਂ ਨਾ, ਜਿਹੜਾ ਫਾਰਮਰ ਡਿਪੈਂਡ 68% ਆਫ ਇੰਡੀਆਜ਼ ਪਾਪੂਲੇਸ਼ਨ ਡਿਪੈਂਡਸ ਅਪਨ ਐਗਰੀਕਲਚਰ, ਤੇ ਉਹਦੇ ਤੇ ਇਹਨਾਂ ਨੂੰ ਖਿਆਲ ਰੱਖਣਾ ਚਾਹੀਦਾ। ਉੱਥੇ ਡੈਮੋਕ੍ਰੇਟਿਕ ਅਧਿਕਾਰ ਆ, ਜਿਹੜੇ ਮਨੁੱਖੀ ਅਧਿਕਾਰ ਆ, ਜਿਹੜੇ ਹਿਊਮੈਨਿਟੀ ਆ ਜਿਹੜੀ, ਉਹਦਾ ਖਿਆਲ ਰੱਖਣਾ ਚਾਹੀਦਾ। ਮੋਦੀ ਸਰਕਾਰ ਬਿਲਕੁਲ ਹੈਂਕੜਬਾਜ਼ੀ ਦੇ ਨਾਲ ਚੱਲ ਰਹੀ ਆ, ਤੇ ਉਹ ਜਿਹੜੇ ਆ ਵੀ ਇਹਨਾਂ ਨੂੰ ਥੋੜਾ, ਜਿਵੇਂ ਹੁਣ ਬੰਦੇ ਨੂੰ ਤਰਸ ਹੀ ਆ ਜਾਂਦਾ ਵੀ ਠੀਕ ਆ, ਤੁਹਾਡੇ ਕੋਲੇ ਪਾਵਰ ਬੜੀ ਵੱਡੀ ਆ,
ਤੁਸੀਂ ਬੜੇ ਹੈਗੇ ਹੋ, ਤੁਹਾਡੇ 'ਚ ਜ਼ੋਰ ਬਹੁਤ ਆ, ਤੁਹਾਡੇ ਕੋਲੇ ਫੌਜ ਬੜੀ ਤਕੜੀ ਆ, ਤੁਹਾਡੇ ਕੋਲੇ ਪੁਲਿਸ ਬੜੀ ਤਕੜੀ ਆ, ਪਰ ਨਾਲ ਦੀ ਨਾਲ ਇਹ ਵੀ ਤਾਂ ਤਰਸ ਹੋਣਾ ਚਾਹੀਦਾ ਨਾ ਵੀ ਕਿਵੇਂ ਬਜ਼ੁਰਗ, ਮਾਤਾਵਾਂ, ਬੱਚੇ, ਭੈਣਾਂ ਸਾਡੀਆਂ ਸਾਰੇ ਇੱਕ ਹਾਈਵੇ ਦੇ ਉੱਤੇ ਬੈਠੇ ਆ, ਖੁੱਲੇ ਅਸਮਾਨ ਦੇ ਵਿੱਚ। ਉਹਨਾਂ ਤੇ ਥੋੜਾ ਬਹੁਤਾ ਇਹਨਾਂ ਨੂੰ ਦੁਨੀਆ ਪੱਧਰ ਤੇ ਇਹ ਐਜੀਟੇਸ਼ਨ ਚੱਲ ਰਹੀ ਆ। ਮੇਰਾ ਖਿਆਲ ਆ ਕੋਈ ਸਿਟੀ ਬਚਿਆ ਹੋਊ ਅਮਰੀਕਾ ਦੇ ਵਿੱਚ, ਕੈਨੇਡਾ, ਬਾਹਰਲੇ ਜਿੰਨੇ ਫੋਰਨ ਕੰਟਰੀ ਆ ਜਿੱਥੇ ਜਿੱਥੇ ਵੀ ਪੰਜਾਬੀ ਬੈਠਾ, ਤੇ ਹਰ ਇੱਕ ਕੰਟਰੀ ਤੋਂ ਸਪੋਰਟ ਮਿਲ ਰਹੀ ਆ। ਤੇ ਮੋਦੀ ਸਰਕਾਰ ਜੇ ਸਿਆਣੀ ਹੋਵੇ ਤਾਂ ਉਹਨਾਂ ਨੂੰ ਕਿਸਾਨਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਤੇ ਇਹਨੂੰ ਆਪਦੀ ਹੈਂਕੜਬਾਜ਼ੀ ਨਹੀਂ ਬਣਾਉਣੀ ਚਾਹੀਦੀ। ਬਿਲਕੁਲ। ਅਮਰਦੀਪ ਭਾਜੀ, ਮੈਂ ਮਾੜਾ ਜਿਹਾ ਸ਼ੇਅਰ ਕਰ ਦੇਣਾ ਚਾਹੁੰਦਾ, ਇਸ ਵਕਤ ਸਾਡੇ ਨਾਲ ਫੇਸਬੁੱਕ ਤੇ ਜੁੜੇ ਨੇ ਹਰਜਿੰਦਰ ਗੋਸਲ ਜੀ, ਆਪਣੇ ਅਮਰਤ ਸਿੰਘ ਜੀ, ਵੀਰ ਜਿਹੜੇ ਬਲਜਿੰਦਰ ਉਬੀ ਜੀ ਤੇ ਚਰਨਜੀਤ ਗਰੇਵਾਲ ਜੀ, ਇਹ ਆਪਣੇ ਨਾਲ ਫੇਸਬੁੱਕ ਤੇ ਜੁੜ ਚੁੱਕੇ ਨੇ। ਧੰਨਵਾਦ ਜੀ ਤੁਹਾਡੇ ਸਾਰਿਆਂ ਦਾ, ਬਹੁਤ ਜ਼ਿਆਦਾ ਸ਼ੇਅਰ ਹੋ ਰਹੀ ਹੈ ਅੱਜ। ਪਲੀਜ਼ ਜਿੰਨਾ ਵੀ ਤੁਸੀਂ ਸ਼ੇਅਰ ਕਰ ਸਕਦੇ ਇਹਨੂੰ ਪਲੀਜ਼ ਇਸ ਨੂੰ ਸ਼ੇਅਰ ਕਰੋ। ਥੈਂਕ ਯੂ। ਹਾਂਜੀ ਅਮਰਦੀਪ ਭਾਜੀ। ਹਾਂਜੀ, ਅਮਰ ਜਿਵੇਂ ਭੱਟਲ ਸਾਹਿਬ ਨੇ ਗੱਲ ਕੀਤੀ ਆ ਬਲੈਕ ਲਾਈਵ ਮੂਵਮੈਂਟ ਦੀ ਜੀ, ਇਹ USA ਦੇ ਵਿੱਚ ਬੜੀ ਵੱਡੀ ਪੱਧਰ ਦੇ ਉੱਤੇ ਇਹ ਲਹਿਰ ਚੱਲੀ। ਤੇ ਜੇ ਆਪਾਂ ਗੱਲ ਕਰੀਏ ਅੱਜ ਰਾਜ ਪਲਟਾ ਜੋ ਅਮਰੀਕਾ ਦੇ ਵਿੱਚ ਵੀ ਹੋਇਆ, ਤੇ ਇਸ ਲਹਿਰ ਦਾ ਵੀ ਇੱਕ ਬੜਾ ਵੱਡਾ ਯੋਗਦਾਨ ਸੀਗਾ ਇਸ ਦੇ ਵਿੱਚ, ਕਿਉਂਕਿ ਇੱਕ ਜਿਵੇਂ ਇੰਡੀਆ ਦੇ ਵਿੱਚ ਆਪਾਂ ਮਾਈਨੋਰਟੀਜ਼ ਇਸ ਵਕਤ ਆਪਣੀ ਹੋਂਦ ਦੇ ਲਈ ਲੜ ਰਹੀਆਂ ਨੇ, ਤੇ ਜਿਹੜੀ ਇਹ BLM ਮੂਵਮੈਂਟ ਸੀਗੀ, ਤੇ ਇਹ ਕੋਈ ਬਹੁਤੀ ਜੇ ਆਪਾਂ ਗੱਲ ਕਰੀਏ ਤਾਂ ਵੱਖਰੀ ਨਹੀਂ ਸੀਗੀ ਇਸ ਤੋਂ। ਤੇ ਤੁਸੀਂ ਇਸ ਦੇ ਬਾਰੇ ਤੁਹਾਡਾ ਤੁਸੀਂ ਆਪਣਾ ਪੱਖ ਕੀ ਰੱਖਣਾ ਚਾਹੁੰਦੇ ਹੋ ਅਮਰ ਵੀਰ ਜੀ? ਹਾਂਜੀ ਭਾਜੀ, ਦੇਖੋ ਕੋਈ ਵੀ ਮੂਵਮੈਂਟ ਜਿਹੜੀ ਆ ਨਾ, ਜਦੋਂ ਵੀ ਕੋਈ ਮੂਵਮੈਂਟ ਕ੍ਰੀਏਟ ਹੁੰਦੀ ਆ, ਉਹ ਉਹਦੇ ਪਿੱਛੇ ਕਾਜ਼ ਤੇ ਡਿਪੈਂਡ ਕਰਦੀ ਆ ਕਿ ਉਹ ਮੂਵਮੈਂਟ ਕਿੰਨੀ ਕੁ ਸਕਸੈਸਫੁਲ ਹੋਏਗੀ। ਦੇਖੋ ਮੈਂ ਜ਼ਿਆਦਾ ਉਸ ਪਾਸੇ ਨਹੀਂ ਜਾਂਦਾ, ਪਰ ਇਹ ਮੂਵਮੈਂਟ ਕਿਉਂ ਜ਼ਿਆਦਾ ਇੰਨੀ ਸਕਸੈਸਫੁਲ ਹੋਈ ਆ, ਕਿਉਂਕਿ ਇਸ ਮੂਵਮੈਂਟ ਦੇ ਪਿੱਛੇ ਕਾਜ਼ ਬਹੁਤ ਵੱਡੀ ਸੀ। ਕਾਜ਼ ਸੀ ਹਰ ਇੱਕ ਦੇ ਨਾਲ ਰਿਲੇਟਡ, ਚਾਹੇ ਉਹ ਰਿਚ ਬੰਦਾ ਆ, ਚਾਹੇ ਉਹ ਗਰੀਬ ਬੰਦਾ ਆ, ਕੋਈ ਵੀ ਬੰਦਾ ਆ ਅੰਨ ਖਾਧੇ ਤੋਂ ਬਗੈਰ ਨਹੀਂ ਰਹਿ ਸਕਦਾ। ਅੰਨ ਦੇ ਨਾਲ ਹੀ ਅਸੀਂ ਤੁਰੇ ਫਿਰਦੇ ਆ, ਅੰਨ ਹੀ ਸਾਡੀ એનર્ਜੀ ਆ। ਇਸ ਕਰਕੇ ਉਹ ਜਦੋਂ ਲੋਕਾਂ ਨੇ ਇਹ ਦੇਖਿਆ ਵੀ ਇੱਕ ਕਿਸਾਨ ਸਾਡਾ ਜਿਹੜਾ ਆਪਣਾ ਵੀਰ ਆ, ਉਹ ਖੇਤਾਂ ਦੇ ਵਿੱਚ ਕੰਮ ਕਰਦਾ, ਕੰਮ ਕਰਨ ਤੋਂ ਬਾਅਦ ਵੀ ਉਹ ਇੰਨਾ ਕੰਮ ਕਰਨ ਤੋਂ ਬਾਅਦ ਵੀ ਉਸ ਨੂੰ MSP ਹੁੰਦਿਆਂ ਹੋਇਆਂ ਵੀ ਘਰ ਦਾ ਗੁਜ਼ਾਰਾ ਨਹੀਂ ਚੱਲ ਰਿਹਾ, ਜੇ ਇਹ ਚੀਜ਼ ਨੂੰ ਹਟਾ ਦਿੱਤਾ ਜਾਵੇ ਤਾਂ ਇਹ ਮਤਲਬ ਇਹ ਹੈ ਕਿ ਅਸੀਂ ਇਹਨੂੰ ਖਤਮ ਕਰ ਰਹੇ ਹਾਂ, ਇਸ ਅੰਨਦਾਤੇ ਨੂੰ। ਇਹ ਜਦੋਂ ਸੱਟ ਵੱਜੀ, ਇਹ ਇੱਕ ਇਨਸਾਨੀਅਤ ਦੇ ਉੱਤੇ, ਇੱਕ ਇਨਸਾਨ ਦੇ ਉੱਤੇ ਵੱਜੀ ਸੱਟ ਸੀ, ਜਿਨ੍ਹਾਂ ਨੂੰ ਜਾਗਦੀ ਜ਼ਮੀਰ ਵਾਲੇ ਲੋਕਾਂ ਨੇ ਸਮਝਿਆ। ਉਹਨਾਂ ਨੇ ਕਿਹਾ ਵੀ ਜੇ ਇਹ ਚੀਜ਼ ਲਾਗੂ ਹੋ ਗਈ, ਜੇ ਕਿਸਾਨ ਖਤਮ ਹੋ ਗਿਆ, ਤਾਂ ਫਿਰ ਸਾਡੇ ਹੁੰਦਿਆਂ ਹੋਇਆਂ ਸਾਡੀ ਜ਼ਮੀਰ ਨੂੰ ਅਸੀਂ ਕੀ ਜਵਾਬ ਦੇਵਾਂਗੇ। ਅਸੀਂ ਆਪਣੀ ਜ਼ਮੀਰ, ਅਸੀਂ ਅੱਜ ਇਕੱਠੇ ਹੋਏ ਆ ਭਾਜੀ, ਕਿਉਂ ਇਕੱਠੇ ਹੋਏ ਆ? ਕਿਉਂਕਿ ਸਾਡੇ ਅੰਦਰ ਜਿਹੜੀ ਜ਼ਮੀਰ ਬੈਠੀ ਆ ਨਾ, ਉਹਨੇ ਸਾਨੂੰ ਬੈਠਣ ਨਹੀਂ ਦੇ ਰਹੀ, ਕਿਉਂਕਿ ਅੱਜ ਅੰਨਦਾਤੇ ਦੇ ਉੱਤੇ ਸਾਡੇ ਤੇ ਇਹੋ ਭੀੜ ਆਈ ਆ। ਇਹ ਪੂਰੇ ਵਰਲਡ 'ਚ ਹੋਇਆ, ਪੂਰੇ ਵਰਲਡ 'ਚ ਹੋ ਰਿਹਾ, ਪਰ ਅੱਜ ਜਿਹੜਾ ਭਾਰਤ ਦਾ ਕਿਸਾਨ ਆ, ਪੰਜਾਬ ਆ, ਕਿਉਂ ਇਹ ਪੰਜਾਬ ਤੋਂ ਐਡੀ ਵੱਡੀ ਮੂਵਮੈਂਟ ਉੱਠੀ ਆ? ਕਿਉਂਕਿ ਪੰਜਾਬੀਆਂ ਦਾ ਇੱਕ ਸੁਭਾਅ ਆ, ਪਹਿਲਾਂ ਤਾਂ ਇਹ ਕਿਸੇ ਨੂੰ ਕੁਝ ਕਹਿੰਦੇ ਨਹੀਂ, ਪਰ ਜੇ ਕੋਈ ਇਹਨਾਂ ਨੂੰ ਬਾਹਲਾ ਹੀ ਜ਼ਖਮ ਦੇ ਦੇਵੇ ਨਾ, ਫਿਰ ਇਹ ਕਿਸੇ ਤੋਂ ਸਹਿੰਦੇ ਨਹੀਂ, ਫਿਰ ਇਹ ਉੱਠ ਕੇ ਉਹਦਾ ਜਵਾਬ ਦਿੰਦੇ ਆ। ਔਰ ਅੱਜ ਤੱਕ ਜਿੰਨੀਆਂ ਮੂਵਮੈਂਟਾਂ ਪੰਜਾਬੀਆਂ ਨੇ ਚਲਾਈਆਂ, ਔਰ ਬਹੁਤ ਵੱਡੀਆਂ ਹੋ ਕੇ ਨਿਕਲੀਆਂ। ਔਰ ਅਮਰਦੀਪ ਭਾਜੀ, ਮੈਂ ਕੱਲ ਵੀ ਇਹ ਗੱਲ ਕਰਦਾ ਸੀਗਾ ਕਿ ਇੱਕ ਚਲੋ ਮੋਦੀ ਦੀ ਗਲਤੀ ਨਾਲ ਇਹ ਮੂਵਮੈਂਟ ਪੈਦਾ ਹੋਈ ਆ, ਪਰ ਇਹਦਾ ਫਾਇਦਾ ਵੀ ਆਪਾਂ ਨੂੰ ਬਹੁਤ ਹੋਇਆ। ਆਪਣਾ ਭਾਈਚਾਰਾ, ਆਪਣਾ ਸੱਭਿਆਚਾਰ ਵਾਪਸ ਆ ਗਿਆ। ਜਿਹੜਾ ਪੰਜਾਬ ਆਪਾਂ ਸੁਣਦੇ ਹੁੰਦੇ ਸੀ ਕਿ ਇੱਕ ਦੂਜੇ ਨਾਲ ਬੈਠ ਕੇ ਰੋਟੀਆਂ ਖਾਂਦਾ ਸੀ, ਇੱਕ ਦੂਜੇ ਦੀ ਹੈਲਪ ਕਰਦਾ ਸੀ, ਜਿੱਦਾਂ ਜਿਹੜੇ ਹੁਣ ਕਿਸਾਨ ਵੀਰ ਸਾਡੇ ਦਿੱਲੀ ਅੰਦੋਲਨ ਦੇ ਵਿੱਚ ਆਏ ਹੋਏ ਆ, ਉਹਨਾਂ ਦੇ ਪਿੱਛੇ ਜਿਹੜੇ ਪਰਿਵਾਰ ਆ, ਉਹਨਾਂ ਦੀ ਹੈਲਪ ਹੋ ਰਹੀ ਹੈ। ਉਹਨਾਂ ਦੇ ਜਾ ਕੇ ਖੇਤਾਂ ਦੇ ਵਿੱਚ ਨੱਕੇ ਮੁੜੇ ਜਾ ਰਹੇ ਆ, ਉਹਨਾਂ ਦੀ ਹੈਲਪ ਕੀਤੀ ਜਾ ਰਹੀ ਆ। ਇਹ ਜਿਹੜਾ ਭਾਈਚਾਰਾ ਸੀ ਭਾਜੀ, ਅੱਜ ਅਸੀਂ ਜੀਂਦਿਆਂ ਜੀ ਦੇਖ ਲਿਆ। ਔਰ ਅੱਜ ਅਸੀਂ ਬੜਾ ਮਾਣ ਨਾਲ ਇਹ ਕਹਿ ਸਕਦੇ ਹਾਂ, ਇਹ ਦੇਖੋ ਇਦਾਂ ਮੈਂ ਇਹ ਨਹੀਂ ਕਹਿ ਰਿਹਾ ਵੀ ਇਹ ਬਹੁਤ ਵਧੀਆ ਕੀਤਾ ਮੋਦੀ ਨੇ, ਪਰ ਅਸੀਂ ਇਹ ਬਹੁਤ ਮਾਣ ਨਾਲ ਕਹਿ ਰਹੇ ਕਿ ਸਾਡਾ ਭਾਈਚਾਰਾ ਵਾਪਸ ਆ ਗਿਆ। ਤੇ ਮੈਂ ਅਮਰਦੀਪ ਜੀ, ਮੈਂ ਇੰਨਾ ਕੀ ਕਹਿਣਾ ਚਾਹੂੰਗਾ, ਕਿਉਂਕਿ ਬਾਕੀ ਸਾਡੇ ਜਿਹੜੇ ਗੈਸਟ ਨੇ ਆਪਾਂ ਉਹਨਾਂ ਨੂੰ ਜ਼ਿਆਦਾ ਟਾਈਮ ਦਈਏ ਪਲੀਜ਼। ਥੈਂਕ ਯੂ। ਇਹ ਜੀ, ਇਹ ਅਮਰਜੀਤ, ਇਹ ਕੁਦਰਤ ਦਾ ਇੱਕ ਅਸੂਲ ਹੈ। ਜਦੋਂ ਹਾਕਮ ਆ ਜਿਹੜੇ ਉਹ ਬਹੁਤ ਜ਼ਿਆਦਾ ਨਿਰਦਈ ਹੋ ਜਾਂਦੇ ਆ, ਬਹੁਤਾ ਜ਼ਿਆਦਾ ਉਹਨਾਂ ਨੂੰ ਘਮੰਡ ਹੋ ਜਾਂਦਾ, ਉਦੋਂ ਵੀ ਤਸ਼ੱਦਦ ਬਹੁਤਾ ਕਰਦੇ ਆ। ਜੇ ਸਹਿੰਦਾ ਤਸ਼ੱਦਦ ਕਰਦੇ, ਹੌਲੀ ਹੌਲੀ ਇੱਕ ਕਾਨੂੰਨ ਬਣਾ ਲੈਂਦੇ, ਅੱਧਾ ਬਣਾ ਲੈਂਦੇ, ਹੋ ਸਕਦਾ ਪੰਜਾਬ ਨੂੰ ਬਿਲਕੁਲ ਖਤਮ ਕਰ ਦਿੰਦੇ, ਜਿਵੇਂ ਇਹਨਾਂ ਦੀ ਪਿਛਲੇ ਆਜ਼ਾਦੀ ਤੋਂ ਬਾਅਦ ਦੀਆਂ ਲਗਾਤਾਰ ਇਹ ਨੀਤੀਆਂ ਕੰਮ ਕਰ ਰਹੀਆਂ। ਪਰ ਇਹ ਥੋੜੇ ਜਿਹੇ ਕਾਹਲੇ ਪੈ ਗਏ ਤੇ ਇਹਨਾਂ ਦਾ ਪੰਗਾ ਪੈ ਗਿਆ ਪੰਜਾਬੀਆਂ ਨਾਲ। ਤੇ ਪੰਜਾਬੀ ਆ ਜਿਹੜੇ ਸਹਿੰਦੇ ਆਏ, ਹੁਣ ਗੁੱਸਾ ਇੰਨਾ ਇਹਨਾਂ ਦੇ ਵਿੱਚ ਭਰਿਆ ਪਿਆ ਸੀ ਵੀ ਉਹਨਾਂ ਨੂੰ ਇੱਕ ਮੰਚ ਮਿਲ ਗਿਆ, ਜਿਹੜਾ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੂੰ ਪ੍ਰਦਾਨ ਕੀਤਾ। ਤੇ ਸਿਆਸਤਦਾਨਾਂ ਤੋਂ ਪਰੇ ਹੋ ਕੇ, ਜੇ ਕਿਤੇ ਸਿਆਸਤਦਾਨ ਵਿੱਚ ਰਹਿੰਦੇ
ਤਾਂ ਉਹਨਾਂ ਦੀਆਂ ਚਾਲਾਂ ਦੇ ਵਿੱਚ ਨੂੰ ਹੁਣ ਕਦੋਂ ਦੇ ਫੇਰ ਜ਼ਿਮੀਂਦਾਰਾਂ ਨੇ ਆ ਜਾਣਾ ਸੀ ਤੇ ਫੇਰ ਇਹ ਸਾਰਾ ਆਪਣਾ ਘੋਲ ਆ ਜਿਹੜਾ ਉਹ ਮਲੀਆ ਮੇਟ ਹੋ ਜਾਣਾ ਸੀ। ਹੁਣ ਤਾਂ ਮੈਂ ਕੱਲ ਲੱਖੋਵਾਲ ਦੀ ਸਟੇਟਮੈਂਟ ਸੁਣਦਾ ਸੀ, ਉਹ ਕਹਿੰਦਾ ਜੀ ਮੋਦੀ ਅਮਿਤ ਸ਼ਾਹ ਨੂੰ ਵੀ ਤੁਸੀਂ ਵੀ ਬੰਦੇ ਬਣ ਜਾਓ, ਵੀ ਤੁਸੀਂ ਗੱਲ ਸੁਣੋ, ਇਹ ਸਾਡੇ ਹੱਥ ਦੇ ਵਿੱਚ ਵੀ ਨਹੀਂ ਰਹੀ। ਹੁਣ ਇਹ ਤਾਂ ਨੌਜਵਾਨ ਤਬਕੇ ਦੇ ਹੱਥ ਵਿੱਚ ਚਲੀ ਗਈ ਆ। ਜੇ ਅਸੀਂ ਤੁਹਾਡੇ ਨਾਲ ਇੱਥੇ ਸਮਝੌਤਾ ਕਰਕੇ ਬਾਹਰ ਨਿਕਲਾਂਗੇ ਤਾਂ ਜਿਉਂਦੇ ਸਾਨੂੰ ਵੀ ਨਹੀਂ ਛੱਡਣਾ। ਉਹ ਤੁਸੀਂ ਉਹਨਾਂ ਲੋਕਾਂ ਨੂੰ ਜਾ ਕੇ ਉੱਥੇ ਸੈਟੀਸਫਾਈ ਕਰ ਦਿਓ। ਜੇ ਤੁਸੀਂ ਸਾਨੂੰ ਸੈਟੀਸਫਾਈ ਕਰਨ ਲੱਗੇ ਹੋ ਨਾ, ਉਹਨਾਂ ਲੋਕਾਂ ਨੂੰ ਵੀ ਕਰ ਦਿਓ ਜਿਨ੍ਹਾਂ ਦੇ ਹੱਥ ਦੇ ਵਿੱਚ ਘੋਲ ਚਲਿਆ ਗਿਆ। ਤੇ ਜੇ ਇਹ ਗਵਰਨਮੈਂਟ ਇਉਂ ਹੀ ਕਰਦੀ ਰਹੀ, ਕਿਉਂਕਿ ਇਹ ਕੁਦਰਤ ਦਾ ਅਸੂਲ ਆ ਵੀ ਜਿਹੜਾ ਅੱਤ ਚੱਕਦਾ ਉਹਦਾ ਅੰਤ ਵੀ ਹੁੰਦਾ, ਤੇ ਇਹ ਮੋਦੀ ਗਵਰਨਮੈਂਟ ਆ ਨਾ ਜਿਹੜੀ ਬੀਜੇਪੀ ਦੀ, RSS ਦੀ, ਇਹਨਾਂ ਦਾ ਅੰਤ ਲੱਗਦਾ। ਕਿਉਂਕਿ ਜੇ ਜਿੰਨਾ ਘੋਲ ਨੂੰ ਲਮਕਾਉਣਗੇ, ਲਮਕਾਉਂਦੀਆਂ ਤਾਂ ਇਹ ਜਿਹੜੀਆਂ ਸਰਕਾਰਾਂ, ਜਿਹੜੇ ਤਾਨਾਸ਼ਾਹ, ਉਹ ਇਸ ਕਰਕੇ ਹੁੰਦੇ ਆ ਵੀ ਇਹਨਾਂ ਦੇ ਵਿੱਚ ਅਸੀਂ ਘੁਸਪੈਠ ਕਰ ਲਾਂਗੇ, ਇਹਨਾਂ ਨੂੰ ਪਾੜ ਦਿਆਂਗੇ, ਇਹਨਾਂ ਨੂੰ ਹੰਭਾਲਾਂਗੇ। ਪਰ ਪੰਜਾਬੀ ਹੰਭਣ ਵਾਲੇ ਨਹੀਂ, ਤੇ ਉਹਨਾਂ ਨਾਲ ਸਟੇਟਾਂ ਦੀਆਂ ਸਟੇਟਾਂ ਸਾਰੀਆਂ ਜੁੜੀ ਜਾ ਰਹੀਆਂ। ਸਾਰੇ ਕੰਟਰੀਆਂ ਦੇ MP ਤੇ ਹਰੇਕ ਕੰਟਰੀ ਦੇ ਹਰੇਕ ਨਿੱਕੇ ਤੋਂ ਨਿੱਕੇ ਸ਼ਹਿਰ ਦੇ ਵਿੱਚੋਂ ਉੱਥੇ ਮੁਜ਼ਾਹਰੇ ਹੋ ਰਹੇ ਆ। ਤੇ ਦੁਨੀਆ ਦੇ ਵਿੱਚ ਬਹੁਤ ਵੱਡੀ ਜਿਹੜੀ ਉਹ ਮੂਵਮੈਂਟ ਬਣ ਚੁੱਕੀ ਆ। ਤੇ ਮੋਦੀ ਹੁਣਾਂ ਦੇ ਭੁਲੇਖੇ ਆ ਸਾਰੇ। ਜੇ ਕਿਤੇ ਉਹਨਾਂ ਨੇ ਛੇਤੀ ਫੈਸਲਾ ਨਾ ਕਰਿਆ ਤਾਂ ਬਹੁਤ ਛੇਤੀ ਉਹਨਾਂ ਦੇ ਭੁਲੇਖੇ ਦੂਰ ਹੋ ਜਾਣਗੇ ਤੇ ਪੰਜਾਬ ਦੀ ਕਿਸਾਨ ਦੀ ਜਿੱਤ ਜ਼ਰੂਰ ਹੋਊਗੀ। ਤੇ ਇਹੀ ਮੇਰੀ ਵਿਸ਼ ਵੀ ਹੈਗੀ ਆ ਵੀ ਇਹਨਾਂ ਦੀ ਜਿੱਤ ਜ਼ਰੂਰ ਹੋਵੇ। ਬਿਲਕੁਲ ਪਟਲ ਸਾਹਿਬ। ਤੇ ਗਿੱਲ ਸਾਹਿਬ, ਜਿਵੇਂ ਆਪਣੀ ਗੱਲ ਵੱਧ ਰਹੀ ਹੈ ਅੱਗੇ, ਕਿਸਾਨੀ ਅੰਦੋਲਨ ਦੇ ਕਿਸਾਨ ਜਥੇਬੰਦੀਆਂ ਲੀਡ ਕਰ ਰਹੀਆਂ, ਉਸ ਦੇ ਬਾਰੇ ਤੁਸੀਂ ਆਪਣਾ ਪੱਖ ਰੱਖੋ। ਇੱਕ ਮਿੰਟ, ਤੁਹਾਡੇ ਕੁਐਸਚਨ ਤੋਂ ਪਹਿਲਾਂ ਮੈਂ ਨਾ ਪਟਲ ਸਾਹਿਬ ਨਾਲ ਹੀ ਕੁਝ ਜੋੜਨਾ ਮੰਗਦਾ ਸੀਗਾ। ਜੋ ਇਹ ਘੋਲ ਚੱਲ ਰਿਹਾ, ਜਿਸ ਤਰ੍ਹਾਂ ਲੋਕ ਇਨਵੋਲਵ ਹੋਇਆ, ਜਿਸ ਤਰ੍ਹਾਂ ਲੀਡਰ ਹੁਣ ਲੱਖੋਵਾਲ ਦੇ ਗੱਲੋਂ ਵੀ ਇਹ ਨਿਕਲੀ ਆ ਬਈ ਸਾਡੇ ਵੱਸ ਨਹੀਂ ਰਿਹਾ। ਦੇਖੋ, ਜਿਹੜਾ ਇਹ ਜੱਦੋ ਜਹਿਦ ਆ ਨਾ, ਇਹ ਹੁਣੇ ਸ਼ੁਰੂ ਨਹੀਂ ਹੋਏਗੀ। ਕਿਸਾਨ ਵਰ੍ਹਿਆਂ ਤੋਂ ਇਸ ਚੀਜ਼ ਨੂੰ, ਇਸ ਸਜ਼ਾ ਨੂੰ ਭੁਗਤਦਾ ਆ ਰਿਹਾ ਕਿ ਉਹਦੀ ਕਾਸਟ ਜਿਹੜੀ ਆ ਐਗਰੀਕਲਚਰ ਦੀ, ਉਹਦੇ ਮੁਤਾਬਕ ਉਹਨੂੰ ਕਦੇ ਪ੍ਰਾਈਸ ਮਿਲੀ ਨਹੀਂ। MSP ਹੈਗੀ ਆ, ਇਹ ਜਿਹੜਾ ਸੀਗਾ ਆਪਣੀ ਐਗਰੀਕਲਚਰ ਕਾਸਟ ਤੇ ਪ੍ਰਾਈਸ ਕਮਿਸ਼ਨ ਆ ਜਿਹੜਾ, ਉਹ MSP ਨੂੰ ਨਿਰਧਾਰਿਤ ਕਰਦਾ, ਵੇਖ ਕੇ ਵੀ ਐਗਰੀਕਲਚਰ ਦੀ ਜਿਹੜੀ ਲੈਂਡ ਆ ਉਹਦੀ ਕੀਮਤ ਵੀ ਇਹਦੇ ਵਿੱਚ ਪਾਈ ਜਾਂਦੀ, ਜਿਹੜੀ ਉਹਦੀ ਯੂਜ਼ ਹੋ ਰਹੀ ਆ, ਰਾਈਟ। ਫਿਰ ਉਹਦੀਆਂ ਖਾਦਾਂ ਕੀ ਨੇ, ਬੀਜ ਆ, ਉਹਦਾ ਡੀਜ਼ਲ ਆ, ਤੇ ਉਹ ਸਾਰਾ ਕਸਮ ਕਰਕੇ ਉਹ ਕਰਦਾ ਵਾ। ਇਹ ਹੋਣੀ ਵੀ ਚਾਹੀਦੀ ਆ। ਹੁਣ ਇੱਥੇ ਦੋ ਚੀਜ਼ਾਂ ਪੈਦਾ ਹੁੰਦੀਆਂ। ਇੱਥੇ ਇਹ ਕਹਿ ਦਿੰਦਾ ਵੀ MSP ਤਾਂ ਅਸੀਂ ਤੁਹਾਨੂੰ ਦੇਤੀ, ਇਹ ਤਾਂ ਲਾਗੂ ਰਹੂਗੀ। ਪਹਿਲੀ ਗੱਲ ਤਾਂ ਇਹ ਹੈਗੀ ਆ ਵੀ ਇਹਨਾਂ ਦੇ ਉੱਤੇ ਯਕੀਨ ਨਹੀਂ ਕੀਤਾ ਜਾ ਸਕਦਾ। ਨਹੀਂ, ਉਹ ਕਿਉਂ ਨਹੀਂ ਕੀਤਾ ਜਾ ਸਕਦਾ? ਬਈ ਇਹਨਾਂ ਦਾ ਕਹਿਣਾ ਇਹਦਾ ਜੁਮਲਾ ਸੀ। ਇਹਨਾਂ ਨੂੰ ਮੂਹਰੇ ਪਵਾ ਕੇ ਇਹਨਾਂ ਨੂੰ ਕਹਿ ਸਕਦੇ ਆ ਵੀ ਦੇਖੋ ਆਪਣੇ ਅਮਿਤ ਸ਼ਾਹ ਜੀ, ਜਿਹੜੀ ਤੁਸੀਂ ਮੂੰਹ ਜ਼ਬਾਨੀ ਗੱਲ ਕਰੋਗੇ ਵੀ ਨਾਟ ਔਰ ਨੋਬਡੀ ਗੋਨਾ ਬੀ ਐਗਰੀ ਵਿਦ ਦੈਟ। ਬਿਲਕੁਲ ਬਿਲਕੁਲ। ਦੂਜੀ ਚੀਜ਼, ਕੱਲਾ ਕਿਸਾਨ ਇਹਦੇ ਚ ਇੱਕ ਅੰਦੋਲਨ ਕਿਸਾਨ ਦਾ ਨਹੀਂ ਰਹਿ ਗਿਆ, ਜਾਂ ਸੀਗਾ। ਕਿਸਾਨ ਤਾਂ ਸਫਰ ਕਰ ਰਿਹਾ ਸੀ। ਜਿਹੜਾ ਆਮ ਕੰਜ਼ਿਊਮਰ ਆ, ਜਿਹਨੇ ਮੁੱਲ ਲੈ ਕੇ ਸਬਜ਼ੀ ਖਾਣੀ ਆ, ਮੁੱਲ ਲੈ ਕੇ ਆਟਾ ਖਾਣਾ, ਤੇ ਮੁੱਲ ਲੈ ਕੇ ਸਾਰਾ ਦਾਲਾਂ ਖਾਣੀਆਂ, ਤੇ ਹਲਦੀ ਦੇ ਮਸਾਲੇ ਆਉਣੇ ਆ, ਉਹ ਇਹਦੇ ਵਿੱਚ ਕਿਸਾਨ 15% ਰਗੜ ਹੋ ਰਿਹਾ, ਆਮ ਜਨਤਾ 85% ਰਗੜ ਹੋ ਰਹੀ ਆ। ਕਿਉਂਕਿ ਜਿਹੜੀ ਕਾਰਪੋਰੇਟ ਨੇ ਇਹਨੂੰ ਜ਼ਖੀਰਾ ਬਣਾ ਕੇ ਉਹ ਤੋਂ ਬਾਅਦ ਬਾਹਰ ਕੱਢ ਕੇ, ਹੁਣ ਇੱਕ ਥਾਂ ਤੋਂ ਖੇਤ ਚੋਂ ਥੋੜੇ ਗੱਠੇ 10 ਰੁਪਏ ਨੂੰ ਚੱਕ ਲਏ ਜਾਂਦੇ ਆ। ਜ਼ਖੀਰੇ ਦੇ ਵੀ ਦੋ ਢੰਗ ਸੀ। ਹੁਣ ਤਾਂ ਇਹਨਾਂ ਨੇ ਸੈਲੋ ਬਣਾ ਲਏ। ਅੱਜ ਤੋਂ ਪਹਿਲਾਂ ਕੀ ਹੋ ਰਿਹਾ ਸੀ, ਜਿਵੇਂ ਰਾਜਸਥਾਨ ਜਾਂ ਹੋਰ ਸਟੇਟਾਂ ਨੇ, ਉੱਥੇ ਜਿਹੜਾ ਵਪਾਰੀ ਆ ਉਹ ਕਹਿ ਦਿੰਦਾ ਵੀ ਆ ਤੂੰ ਗੰਢੇ ਤੇਰੇ ਬੀਜ, ਤੂੰ 5 ਏਕੜ ਬੀਜ ਤੇ ਵੀ ਕੰਟਰੈਕਟ ਬੇਸਿਸ, ਇਹ ਤੂੰ ਪੱਟ ਕੇ ਰੱਖ ਲਾ, ਤੈਨੂੰ ਮੈਂ ਜਦੋਂ ਦੱਸੂ ਤੇਰੇ ਇੰਨੇ ਨੂੰ ਮੈਂ ਲੈ ਲਈ, ਪ੍ਰਾਈਸ ਦੇਤੀ ਉਹਨੂੰ, ਇੰਨੇ ਨੂੰ ਮੈਂ ਲੈ ਲੇ, ਤੇ ਜਦੋਂ ਮੈਂ ਤੈਨੂੰ ਦੱਸੂ ਉਹਨੂੰ ਸਟੋਰ ਵੀ ਨਹੀਂ ਕੀਤੇ, ਉਹ ਲੀਗਲ ਰਹਿ ਗਿਆ। ਜਦੋਂ ਉਹਨੇ ਕਿਹਾ ਫਲਾਣੇ ਥਾਂ ਦੇ ਮੈਨੂੰ ਲਿਆ ਦੇ, ਉਹ ਦੇ ਦਿੰਦਾ। ਉਹਨੇ 10 ਰੁਪਏ ਨੂੰ ਖਰੀਦੇ, ਤੇ ਗਾਹਾਂ ਜਾਂਦੇ ਸ਼ਹਿਰ 'ਚ 46 ਨੂੰ ਹੋ ਗਏ, ਉੱਥੋਂ ਦਿੱਲੀ ਆ ਕੇ ਉਹ 96 ਨੂੰ ਹੋ ਗਏ, ਪੰਜਾਬ 'ਚ ਆ ਕੇ ਉਹੀ 125 ਨੂੰ ਹੋ ਜਾਂਦੇ ਆ। ਬਿਲਕੁਲ। ਇਹ ਜਮਾ ਉਹਦੇ ਨਾਲ ਭੁਗਤਦਾ ਕੌਣ? ਆਮ ਜਨਤਾ ਸਭ ਤੋਂ ਜ਼ਿਆਦਾ ਭੁਗਤਦੀ ਆ। ਇੱਥੇ ਆਮ ਜਨਤਾ ਨੂੰ ਮੇਰੀ ਵੀ ਬੇਨਤੀ ਆ ਵੀ ਇਹ ਇਕੱਲਾ ਕਿਸਾਨ ਜਾਂ ਕਿਸਾਨ ਦਾ ਅੰਦੋਲਨ ਨਾ ਸਮਝੋ ਇਹਨੂੰ। ਇਹ ਤੁਹਾਡੀਆਂ ਜੇਬਾਂ ਚੋਂ ਜਿਹੜਾ ਕੁਛ ਇੰਨਾ ਕੁਝ ਜਾਣਾ ਵਾ, ਕਿਸਾਨ ਨੇ ਤਾਂ ਠੀਕ ਆ, MSP ਲਾਗੂ ਹੋ ਗਈ ਜਾਂ ਕੁਛ ਹੋ ਗਈ, ਕੁਛ ਨਾ ਕੁਛ ਜਿਉਂਦਾ ਰਹਿ ਜੂ, ਪਰ ਤੁਸੀਂ ਮਹਿੰਗਾਈ ਨੂੰ ਪਿੱਟਦੇ ਤੁਹਾਨੂੰ ਕੋਈ ਰਾਹ ਨਹੀਂ ਰਹਿਣਾਗਾ। ਦੂਜੀ ਚੀਜ਼, ਜਿਹੜੀ ਗੁਲਾਮੀ ਆ ਨਾ, ਜਿਹੜੀ ਗੁਲਾਮੀ ਆ, ਇਹ ਬਹੁਤ ਭੈੜੀ ਚੀਜ਼ ਹੈ। ਆਰਥਿਕ ਗੁਲਾਮੀ ਉਦੋਂ ਭੈੜੀ ਚੀਜ਼ ਹੈ
ਗੁਲਾਮ ਹੋ ਕੇ ਆਜ਼ਾਦ ਹੋਣਾ ਮੁਮਕਿਨ ਹੀ ਨਹੀਂ ਹੈਗਾ, ਮੁਸ਼ਕਲ ਹੈ। ਇਸ ਲਈ ਹਰ ਇੱਕ ਨੂੰ ਚਾਹੀਦਾ ਕਿ ਚੱਲਦੇ ਘੋਲ ਦੇ ਵਿੱਚ, ਇਸ ਆਜ਼ਾਦੀ ਦੇ ਘੋਲ ਦੇ ਵਿੱਚ, ਆਰਥਿਕ ਆਜ਼ਾਦੀ ਦੇ ਘੋਲ ਦੇ ਵਿੱਚ ਹਰ ਇੱਕ ਨੂੰ ਬਣਦਾ ਯੋਗਦਾਨ ਪਾਉਣਾ ਚਾਹੀਦਾ। ਬਰਾੜ ਸਾਹਿਬ ਬਿਲਕੁਲ ਗਿੱਲ ਸਾਹਿਬ, ਤੁਹਾਡੀ ਬਿਲਕੁਲ, ਇਹ ਇਕੱਲਾ ਕਿਸਾਨੀ ਦਾ ਘੋਲ ਨਹੀਂ ਹੈਗਾ, ਇਹ ਕਿਸਾਨੀ ਦਾ, ਇਹਦੇ ਵਿੱਚ ਆੜਤੀਆ ਵਰਗ, ਮਜ਼ਦੂਰ ਵਰਗ, ਇਹ ਇੱਕ ਸਰਕਾਰ ਨੇ ਬੇਸਿਕਲੀ ਜੀ ਜਮਾਖੋਰੀ ਨੂੰ ਇੱਕ ਅਮਲੀ ਜਾਮਾ ਪਹਿਨਾ ਦਿੱਤਾ। ਹਾਂ, ਤੇ ਬਾਕੀ ਜਿਵੇਂ ਡੈਮੋਕ੍ਰੇਸੀ ਦੀ ਗੱਲ ਕਰ ਰਹੇ ਸੀ ਆਪਾਂ ਜੀ, ਅਮਿਤ ਸ਼ਾਹ ਕੇਂਦਰੀ ਮੰਤਰੀ ਹੈ ਜੀ, ਨੰਬਰ 2 ਦਾ ਮਿਨਿਸਟਰ ਹੈ, ਵਾਰ-ਵਾਰ ਇੱਕੋ ਹੀ ਉਹਦੀ ਆ ਰਹੀ ਹੈ ਸਟੇਟਮੈਂਟ ਕਿ ਬੀਬੀਆਂ ਤੇ ਬੱਚਿਆਂ ਨੂੰ ਇਸ ਘੋਲ ਤੋਂ ਪਾਸੇ ਕਰ ਦਿੱਤਾ ਜਾਵੇ। ਪਹਿਲੀ ਤਾਂ ਉਹਨਾਂ ਦੀ ਹੈਗੀ ਘੋਲ ਨੂੰ ਬੰਦ ਕਰ ਦਿੱਤਾ ਜਾਵੇ, ਸੈਕੰਡ ਬੱਚਿਆਂ ਨੂੰ ਤੇ ਬੀਬੀਆਂ ਨੂੰ। ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ? ਇਹਦੇ ਬਾਰੇ ਉਹਨਾਂ ਦੀ ਬਦਨੀਤੀ ਹੈ ਜੀ, ਸ਼ਰੇਆਮ। ਉਹਨਾਂ ਦਾ ਇਹ ਹੈਗਾ ਵੀ ਕੱਲ ਨੂੰ ਅਗਰ ਜ਼ਬਰਦਸਤੀ ਕਰਨੀ ਪਈ ਇਹਨਾਂ ਦੇ ਉੱਤੇ, ਰਾਈਟ। ਹੁਣ ਕੀ ਗੱਲ ਹੈ ਬਰਾੜ ਸਾਹਿਬ, ਜਿਹੜਾ ਘੋਲ ਆ ਹੁਣ ਇਹ ਗੱਲਬਾਤ ਤੋਂ ਪਾਸੇ ਹੋ ਗਿਆ। ਹੁਣ ਉਹ ਧਿਰ ਹਾਰੂਗੀ ਜਿਹੜੀ ਮਜਬੂਰ ਹੋਊਗੀ, ਜਾਂ ਉਹ ਧਿਰ ਜਿੱਤੂਗੀ ਜਿਹੜੀ ਦੂਜੀ ਨੂੰ ਮਜਬੂਰ ਕਰੂਗੀ। ਮਜਬੂਰ ਕਰਨ ਦੇ ਕਿਹੜੇ ਢੰਗ ਨੇ? ਜ਼ਬਰਦਸਤੀ, ਰਾਈਟ। ਉੱਥੇ ਜਿਹੜੀ ਜ਼ਬਰਦਸਤੀ ਆ ਉਹਦੇ ਚ ਅਗਰ ਬੱਚੇ ਤੇ ਬਜ਼ੁਰਗ ਤੇ ਲੇਡੀਜ਼ ਬੈਠੀਆਂ ਨੇ, ਉਹਨਾਂ ਦੇ ਕੋਈ ਤਸ਼ੱਦਦ ਹੁੰਦਾ, ਉਹਦੀ ਗੱਲ ਕਿੱਥੇ ਬਣਦੀ ਆ? ਉਹ ਸਾਰੀ ਦੁਨੀਆ ਨੇ ਤੂੰ ਇਹ ਕਰਨੀ ਆ, ਰਾਈਟ। ਉਹ ਜਿਹੜੀਆਂ ਗੱਲਾਂ ਇਹ ਕਰ ਰਹੇ ਨੇ ਜਾਂ ਵੀ ਏਦਾਂ, ਕਿਉਂਕਿ ਉਹ ਸਾਡੇ ਸੰਘਰਸ਼ ਦਾ ਹਿੱਸਾ ਨੇ। ਉਹ ਸਾਡੇ ਜਿਹੜੀ ਲੇਡੀਜ਼ ਨੇ ਉਹ ਮੋਢੇ ਨਾਲ ਮੋਢਾ ਢਾ ਕੇ ਚੱਲਦੀਆਂ ਨੇ। ਕਿਸਾਨ ਬਾਹਰ ਕੰਮ ਕਰਦਾ, ਲੇਡੀ ਘਰੇ ਕਰਦੀ ਆ, ਉਹਨੂੰ 3 ਵੇਲੇ ਖੇਤ 'ਚ ਰੋਟੀ ਪਹੁੰਚਾਉਂਦੀ ਆ, ਉਹ ਕਿਉਂ ਚਲੀ ਜਾਵੇ ਘਰ ਨੂੰ? ਉਹ ਤਾਂ ਸਾਡੇ ਨਾਲ ਵੱਧ ਦੁੱਖ ਹੈ। ਜਿਹੜੇ ਬੱਚੇ ਨੇ ਉਹ ਤਾਂ ਸਕੂਲ ਛੱਡੀ ਬੈਠੇ ਆ, ਉੱਥੇ ਆ ਕੇ ਬੈਠੇ ਹੋਮਵਰਕ ਕਰ ਰਹੇ ਨੇ ਆਪਦਾ, ਰਾਈਟ। ਉਹ ਮਾਂ ਪਿਓ ਤੋਂ ਦੂਰ ਕਿਉਂ ਜਾਣ? ਤੁਸੀਂ ਕਿਉਂ ਨਹੀਂ ਇਹਨਾਂ ਚੀਜ਼ਾਂ ਦਾ ਹੱਲ ਲੱਭਦੇ? ਜੇ ਤੁਹਾਨੂੰ ਬੱਚਿਆਂ ਦਾ, ਬੁੱਢਿਆਂ ਦਾ, ਬਜ਼ੁਰਗਾਂ ਦਾ ਤੇ ਬੱਚੇ ਲੇਡੀ ਦਾ ਦਰਦ ਆ, ਇਹਦਾ ਹੱਲ ਲੱਭੋ ਯਾਰ। ਦੂਜੀ ਚੀਜ਼, ਜਿਹੜਾ ਕੁਐਸਚਨ ਪੁੱਛਿਆ ਗਿਆ ਸੀਗਾ ਆਪਣੇ ਕਿਹੜੇ ਲੀਡਰ ਸੀਗੇ, ਉਹਨਾਂ ਨੇ ਕਿਹਾ ਸੀਗਾ ਵੀ ਸਾਡਾ ਇੰਨਾ ਨੁਕਸਾਨ ਹੋ ਰਿਹਾ, ਅਸੀਂ ਐਵਰੀਡੇ ਆ ਕੇ ਇੱਥੇ ਬਹਿੰਦੇ ਹਾਂ, ਸਾਡੇ ਘਰ ਬਾਹਰ ਸੁੰਨੇ ਪਏ ਨੇ, ਪਸ਼ੂ ਸਾਡੇ ਨੂੰ ਕੋਈ ਸਾਂਭਣ ਵਾਲਾ ਨਹੀਂਗਾ, ਜਿਹੜੇ ਪਿੱਛੇ ਸਾਡੇ ਕੋਈ ਗੁਆਂਢੀ ਨੇ ਜਾਂ ਸਾਡੇ ਮਿੱਤਰ ਨੇ ਜਿਹੜੇ ਇੱਥੇ ਨਹੀਂ ਆ ਸਕੇ, ਉਹ ਸਾਰਾ ਉਹਨਾਂ ਨੂੰ ਪੱਠੇ ਵੀ ਕੁਤਰ ਕੇ ਪਾਉਂਦੇ ਆ, ਸਾਡੇ ਖੇਤਾਂ 'ਚ ਸਪਰੇਅ ਵੀ ਕਰਦੇ ਆ, ਸਾਰਾ ਕੁਝ ਕਰਦੇ ਆ। ਅਸੀਂ ਕਿੰਨੇ ਔਖੇ ਹੋ ਰਹੇ ਹਾਂ ਇਹਨਾਂ ਕਾਨੂੰਨਾਂ ਕਰਕੇ। ਅਗਰ ਇਹ ਕਾਨੂੰਨ ਸਰਕਾਰ ਵਾਪਸ ਲੈ ਲੈਂਦੀ ਆ, ਸਾਡਾ ਤਾਂ ਨੁਕਸਾਨ ਇਹਦਾ ਹੁੰਦਾ ਹੋਈ ਜਾਂਦਾ। ਜੇ ਸਰਕਾਰ ਇਹ ਕਾਨੂੰਨ ਵਾਪਸ, ਸਰਕਾਰ ਦਾ ਕੀ ਨੁਕਸਾਨ ਹੁੰਦਾ? ਉਹਨਾਂ ਨੂੰ ਕੋਈ ਗੱਲ ਨਹੀਂ ਆਈ। ਦੂਜੀ ਚੀਜ਼ ਬਈ, ਫਿਰ ਇਹਨਾਂ ਦਾ ਜਿਹੜਾ ਇਹ ਕੁਐਸਚਨ ਸੀਗਾ ਵੀ ਸਾਡਾ ਨੈਸ਼ਨਲ ਮੀਡੀਆ ਨੂੰ ਤੇ ਸਾਰੇ ਮੀਡੀਆ ਨੂੰ ਇੱਕੋ ਹੀ ਹੈਗਾ ਕੁਐਸਚਨ ਵੀ ਤੁਸੀਂ ਇਹਨਾਂ ਤੋਂ, ਲੀਡਰਾਂ ਤੋਂ ਜਾਂ ਇਹ ਜਿਹੜੀ ਸਰਕਾਰ ਆ, ਇਹ ਤੋਂ ਪੁੱਛ ਕੇ ਦੱਸ ਦਿਓ ਵੀ ਇਹ ਜਿਹੜੇ ਕਾਨੂੰਨ ਜਿਹੜੇ ਬਣਾਏ ਨੇ, ਇਹ ਠੀਕ ਆ ਨਾ, ਵੀ ਇਹਦਾ ਇਹ ਕਿਹਦੇ ਲਈ ਬਣਾਏ ਨੇ? ਕਾਰਪੋਰੇਟ ਘਰਾਣਿਆਂ ਲਈ ਬਣਾਏ ਨੇ, ਕਿਸਾਨਾਂ ਲਈ ਬਣਾਏ ਨੇ? ਫਿਰ ਜਿਸ ਉਹ ਤਾਂ ਮੰਨ ਗਏ ਰਣਜੀਤ ਸਿੰਘ, ਉਹ ਤਾਂ ਕਹਿੰਦੇ ਕਾਰਪੋਰੇਟ ਘਰਾਣਿਆਂ ਲਈ ਬਣਾਏ ਆ। ਉਹ ਇੰਨੀ ਗੱਲ ਤਾਂ ਮੰਨ ਚੁੱਕਿਆ ਵੀ ਗਲਤੀ ਹੋਈ ਆ ਸਾਤੋਂ, ਤੇ ਅਸੀਂ ਉਹਨਾਂ ਲਈ ਬਣਾਇਆ। ਫਿਰ ਗਲਤੀ ਹੋਈ ਆ ਤਾਂ ਗਲਤੀ ਨੂੰ ਉਸ ਢੰਗ ਨਾਲ ਸੁਧਾਰਿਆ ਜਾਵੇ ਨਾ, ਕਿ ਵੀ ਉਹ ਸਹੀ ਢੰਗ ਨਾਲ ਸੁਧਾਰ ਕੇ ਦੂਜੀ ਧਿਰ ਨੂੰ ਵੀ ਲੱਗੇ ਵੀ ਹਾਂ ਇਹ ਠੀਕ ਢੰਗ ਨਾਲ ਹੋ ਰਹੀ ਹੈ। ਜਾਂ ਫਿਰ ਉਹ ਜਿਹੜੀ ਕਿਸਾਨਾਂ ਦੀ ਇਹ ਮੰਗ ਹੈਗੀ ਆ ਵੀ ਇਹਨਾਂ ਨੂੰ ਤੁਸੀਂ ਇਉਂ ਕਰੋ, ਇਹਨਾਂ ਨੂੰ ਨਕਾਰੋ। ਆਪਾਂ ਜਿਸ ਕਿਸਾਨ ਲਈ ਕਾਨੂੰਨ ਬਣੇ ਨੇ ਤਾਂ ਕਿਸਾਨ ਨੂੰ ਵਿੱਚ ਬਿਠਾਓ, ਜਥੇਬੰਦੀਆਂ ਨੂੰ ਵਿੱਚ ਬਿਠਾ ਕੇ ਜਿਹੜੇ ਕਾਨੂੰਨ ਦੇਸ਼ ਲਈ ਤੇ ਕਿਸਾਨ ਜਥੇਬੰਦੀਆਂ ਲਈ, ਕਿਸਾਨ ਲਈ, ਕੰਜ਼ਿਊਮਰ ਲਈ ਵਧੀਆ ਹੈਗੇ ਆ, ਉਹਦਾ ਹੱਲ ਕੱਢ ਕੇ ਨਵੇਂ ਸਿਰੇ ਬਣਾ ਲਓ। ਉਹ ਸ਼ਾਇਦ ਤੁਸੀਂ ਵੀ ਸੁਣੀ ਹੋਵੇ ਰਣਜੀਤ ਸਿੰਘ, ਉਹ ਕਹਿੰਦੇ ਜਦੋਂ ਬਾਅਦ ਵਿੱਚ ਨਾ ਗੈਰ ਰਸਮੀ, ਜਦੋਂ ਉਹ ਮਮਤਾ ਸ਼ਾਹ ਬਾਹਰ ਗੇਟ ਦੇ ਕੋਲੇ ਆ ਖੜਾ, ਇਹ ਸੁਣੀ ਜਾਂਦੇ ਤੇ ਉਹਨਾਂ ਨੂੰ ਛੱਡਣ ਲਈ, ਤੇ ਉਹ ਕਹਿੰਦਾ ਵੀ ਤੁਸੀਂ ਵੀ ਚਲੇ ਬਈ ਤੁਸੀਂ ਇਹਦਾ ਕੋਈ ਹੱਲ ਕੱਢੋ, ਵੀ ਤੁਸੀਂ ਉਹ ਕਰੋ ਵੀ ਸਾਨੂੰ ਨਾ ਰੱਦ ਵਾਲਾ ਸ਼ਬਦ ਵਿੱਚੋਂ ਕੱਢ ਦੋ, ਵੀ ਕਾਨੂੰਨ ਰੱਦ ਨਹੀਂ, ਕਹਿੰਦਾ ਡੱਬਾ ਸਾਡੇ ਕੋਲੇ ਰਹਿਣ ਦੋ, ਵਿੱਚੋਂ ਮਠਿਆਈ ਸਾਰੀ ਬਦਲ ਦੋ। ਤੇ ਉਹਨਾਂ ਨੇ ਇਹਨਾਂ ਪ੍ਰੈਸਟੀਜ ਬਣਾਇਆ ਹੋਇਆ, ਤੇ ਉਹ ਕਹਿੰਦੇ ਆ ਵੀ ਅਸੀਂ ਜੇ ਤੁਹਾਡਾ ਰੱਦ ਕਰ ਦਿੰਦੇ ਆ ਤਾਂ ਫਿਰ ਜਿਹੜੀ 370 ਹੋਈ ਸੀ, ਜਿਹੜੀ NCR MPR ਹੋਏ ਸੀ, ਜਾਮਾ ਮਸਜਿਦ ਵਾਲੇ ਆ ਤੇ ਹੋਰ ਆ, ਉਹ ਸਾਰੇ ਵੀ ਸਾਨੂੰ ਕਾਨੂੰਨ ਸਾਰੇ ਹੀ ਕਹਿਣਗੇ ਵੀ ਸਾਨੂੰ ਰੱਦ ਕਰ ਦਿਓ। ਇਹ ਚਾਲ ਪੈ ਜਾਊਗੀ ਵੀ ਜਿਹਦਾ ਸਾਨੂੰ ਮੁਕਾਬਲਾ ਕਰਨਾ ਔਖਾ। ਤੇ ਉਹਨਾਂ ਕੋਲੇ ਦਲੀਲ, ਹੁਣ ਇਹਦਾ ਮਤਲਬ ਉਹ ਸਮਝ ਚੁੱਕੇ ਆ ਵੀ ਇਹ ਸਾਨੂੰ ਮੰਨਣਾ ਪੈਣਾ, ਪਰ ਉਹ ਕਿਵੇਂ ਨਾ ਕਿਵੇਂ ਕੋਸ਼ਿਸ਼ ਕਰਦੇ ਵੀ ਅਸੀਂ ਡੱਬਾ ਰੱਖ ਲਈਏ, ਬਾਹਰਲਾ ਲੇਵਲ ਉਹੀ ਰੱਖ ਲਈਏ। ਪੱਠਰ ਸਾਹਿਬ, ਮੈਂ ਇਹਦੇ ਨਾਲ ਬਹੁਤਾ ਸਹਿਮਤ ਨਹੀਂ ਤੁਹਾਡੀ ਗੱਲ ਨਾਲ, ਕਿਉਂਕਿ ਮੇਰੀ ਗੱਲ ਨਹੀਂ ਹੈ ਰਣਜੀਤ ਸਿੰਘ, ਇਹ ਗੱਲ ਅਮਿਤ ਸ਼ਾਹ ਦੀ ਆ, ਮੇਰੀ ਗੱਲ ਨਹੀਂ ਹੈਗੀ। ਨਹੀਂ, ਮੈਂ ਮੰਨਦਾ ਵਾਂ,
ਪਰ ਆਪਾਂ ਸੁਣੀ ਸੁਣਾਈ ਕਰ ਰਹੇ ਹਾਂ ਨਾ, ਰਾਈਟ। ਅਗਰ ਉਹਨਾਂ ਦੀ ਇਹ ਮਨਸ਼ਾ ਹੁੰਦੀ, ਰਾਈਟ, ਅਗਰ ਉਹਨਾਂ ਦੀ ਇਹ ਮਨਸ਼ਾ ਹੁੰਦੀ ਤਾਂ ਉਹ ਗੱਲਬਾਤ ਦਾ ਰਾਹ ਬੰਦ ਨਹੀਂ ਸੀ ਕਰਦੇ, ਫੇਰ ਵੀ ਉਹਨਾਂ ਨੂੰ ਕਹਿਣਾ ਚਾਹੀਦਾ ਸੀਗਾ। ਜਾਂ ਅੱਜ ਜਿਹੜੀ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਆ ਉਹਦੇ ਵਿੱਚ ਹੀ ਉਹ ਕਹਿ ਦਿੰਦੇ ਨਹੀਂ ਆਪਣੇ ਕੋਲੇ ਰਾਹ ਹੋਰ ਹੈਗੇ ਨੇ ਤੇ ਆਓ ਆਪਾਂ ਆਹ ਵਿਸ਼ੇ ਕੁਛ ਹੋਰ ਹੈਗੇ ਆਪਾਂ ਵਿਚਾਰ ਕਰਦੇ ਹਾਂ। ਉਹਨਾਂ ਨੂੰ ਟੇਬਲ ਤੇ ਸੱਦਣ ਦਾ ਇੱਕ ਹੋਰ ਮੌਕਾ ਇੱਕ ਅਗਲਾ ਕਰਨਾ ਚਾਹੀਦਾ ਸੀਗਾ। ਅਗਰ ਆਹ ਮਨਸ਼ਾ ਹੁੰਦੀ ਵੀ ਇੱਜ਼ਤ ਤਾਂ ਰਹਿੰਦੀ ਆ, ਚਲੋ ਕਿਸੇ ਨਾ ਕਿਸੇ ਤਰ੍ਹਾਂ ਕਿਸੇ ਹੱਦ ਤੱਕ, ਕਿਉਂਕਿ ਥਾਣਾ ਨੂੰ ਜਾ ਕੇ ਮਨਾ ਲਿਆ ਜਾਵੇ। ਉਹ ਗੱਲ ਠੀਕ ਹੈ ਤਰਨਜੀਤ ਸਿੰਘ ਤੇਰੀ। ਉਹਨਾਂ ਨੇ ਉਹ ਤਾਂ ਗੱਲਬਾਤ ਦਾ ਸੱਦਾ ਪੂਰਾ ਖੁੱਲਾ। ਆਪਣੇ ਕਿਸਾਨ ਜਥੇਬੰਦੀਆਂ ਨੇ ਕਿਹਾ ਵੀ ਜਦੋਂ ਜਿੰਨਾ ਚਿਰ ਤੁਹਾਡੇ ਕੋਲ ਕੋਈ ਨਵੀਂ ਚੀਜ਼ ਨਹੀਂ, ਅਸੀਂ ਤੁਹਾਡੇ ਨਾਲ ਮੀਟਿੰਗ ਨਹੀਂ ਕਰਨੀ। ਉਹੀ ਤੇ ਉਹ ਗੱਲ ਕਿਸਾਨ ਜਥੇਬੰਦੀਆਂ ਦੀ ਠੀਕ ਹੈ। ਜੇ ਉਹੀ ਗੱਲਾਂ ਰੋਜ਼ ਕਰੀ ਜਾਣੀਆਂ ਉੱਥੇ ਮੀਟਿੰਗਾਂ ਕਰਨ ਦਾ ਫਾਇਦਾ ਵੀ ਕੋਈ ਨਹੀਂ ਹੈ। ਤੇ ਉਹਨੇ ਕਿਹਾ ਵੀ ਮੈਨੂੰ ਤੁਸੀਂ ਕੋਈ ਨਾ ਕੋਈ ਵੀ ਮੈਨੂੰ ਤੁਸੀਂ ਰਾਹ ਦੱਸੋ ਵੀ ਇੱਕ ਕਿਸਮ ਦਾ ਬਿੱਗ ਕਰਨ ਵਾਲੀ ਗੱਲ ਆ ਜਿਹੜੀ ਅਮਿਤ ਸ਼ਾਹ ਨੇ ਪਹਿਲੀ ਗੇਰੀ ਇੰਨਾ ਹੈਂਕੜਬਾਜ਼ ਬੰਦੇ ਨੇ ਕਰੀ ਆ। ਇਹ ਵੀ ਇੱਕ ਜਿੱਤ ਆ ਜਿਹੜਾ ਉਹਨਾਂ ਨੂੰ ਟੇਬਲ ਤੇ ਲਿਆਂਦਾ। ਤੇ ਜਿਹੜੇ ਕਹਿੰਦੇ ਸੀ ਅਸੀਂ ਗੱਲ ਹੀ ਨਹੀਂ ਕਰਨੀ, ਅੱਜ ਮੋਦੀ ਨੇ ਵੀ ਇਹ ਗੱਲ ਕਹੀ ਆ ਬਈ ਗੱਲਬਾਤ ਆ ਜਿਹੜੀ ਉਹ ਲਗਾਤਾਰ ਜਾਰੀ ਰੱਖਣੀ ਚਾਹੀਦੀ ਆ। ਇਹ ਸਾਰਾ ਪ੍ਰੈਸ਼ਰ ਆ, ਇਹ ਸਾਰਾ ਜਥੇਬੰਦੀਆਂ ਦਾ ਏਕੇ ਦਾ ਸਬੂਤ ਆ। ਤੇ ਇਹ ਵੀ ਇੱਕ ਬਹੁਤ ਵੱਡੀ ਜਿੱਤ ਆ, ਚਾਹੇ ਘੋਲ ਕਿਸੇ ਪੜਾਅ ਤੇ ਖਤਮ ਹੋਵੇ। ਇੱਕ ਜਿਹੜੀ ਪਹਿਲਾਂ ਤੁਸੀਂ ਗੱਲ ਕਰੀ ਆ ਨਾ ਵੀ ਜਿਹੜੀ ਸਾਂਝ ਪੈਦਾ ਹੋ ਗਈ, ਅਮਰਜੀਤ ਕਹਿੰਦਾ ਸੀ ਵੀ ਉਹ ਸਾਂਝ ਜਿਹੜਾ ਸਾਡਾ ਪਿਛੋਕੜ ਸਾਨੂੰ ਯਾਦ ਆ ਗਿਆ, ਸਾਡਾ ਵਿਰਸਾ ਦੁਬਾਰੇ ਜਿਉਂਦਾ ਹੋ ਗਿਆ। ਇਹ ਇੱਕ ਬਹੁਤ ਵੱਡੀ ਦੇਣ ਆ ਇਸ ਸੰਘਰਸ਼ ਦੀ। ਜਿਹੜੀ ਕੋਈ ਹੋਰ ਪ੍ਰਾਪਤੀ ਹੁੰਦੀ ਆ ਉਹ ਤਾਂ ਫੇਰ ਆ, ਇਹ ਇੱਕ ਬਹੁਤ ਵੱਡੀ ਪ੍ਰਾਪਤੀ ਹੋ ਚੁੱਕੀ ਆ। ਇੱਕ ਅਮਰਜੀਤ ਬਾਈ ਜੀ ਤੁਸੀਂ ਕਹਿੰਦੇ ਸੀ ਆਪਾਂ ਕੋਈ ਹੋਰ ਵੀ, ਮੇਰੇ ਇੱਕ ਖਿਆਲ ਸੀਗਾ ਮਨ ਦੇ ਵਿੱਚ, ਜਿਸ ਤਰ੍ਹਾਂ ਭੱਠਲ ਸਾਹਿਬ ਤੇ ਬਰਾੜ ਸਾਹਿਬ ਆਪਣੇ RTI ਦਾ ਰੂਲ ਹੈਗਾ ਵਾ, ਰਾਈਟ, ਕੁਛ ਅਸੀਂ ਫਾਈਂਡ ਆਊਟ ਕਰ ਸਕਦੇ ਹਾਂ। ਮੇਰਾ ਇੱਕ ਮਨ ਚ ਆ ਰਿਹਾ ਸੀਗਾ ਵੀ ਸਾਡੇ ਸਭ ਤੋਂ ਵੱਡੇ ਕਾਰਪੋਰੇਟ ਘਰਾਣੇ ਨੇ ਪੰਜਾਬ ਚ ਕੌਣ? ਬਾਦਲ ਸਾਹਿਬ ਤੇ ਕੈਪਟਨ ਸਾਹਿਬ। ਇਹਨਾਂ ਨੇ ਉਹਨਾਂ ਨੂੰ ਜ਼ਮੀਨਾਂ ਇਸ਼ੂ ਕੀਤੀਆਂ, ਉਹਨਾਂ ਨਾਲ ਸਮਝੌਤੇ ਕੀਤੇ, ਉਹਨਾਂ ਦੇ ਸੈਲੋ ਬਣੇ। ਡਗਰੂ ਵਾਲੇ ਦਾ ਜਾ ਕੇ ਮਜੀਠੀਆ ਸਾਹਿਬ ਤੇ ਸੁਖਬੀਰ ਸਾਹਿਬ ਨੇ ਇਹਨਾਂ ਨੇ ਉਹਦਾ ਉਦਘਾਟਨ ਕੀਤਾ। ਕੀ RTI ਰਾਹੀਂ ਪਤਾ ਕੀਤਾ ਜਾ ਸਕਦਾ ਵੀ ਇਹਨਾਂ ਘਰਾਣਿਆਂ ਦੀ ਉਹਦੇ ਵਿੱਚ ਹਿੱਸੇਦਾਰੀ ਕਿੰਨੀ ਕਾ? ਰਾਈਟ, ਨਹੀਂ ਬਹੁਤ ਵਧੀਆ ਪੁਆਇੰਟ ਹੈ ਜੀ, ਉਹ ਬਹੁਤ ਜ਼ਬਰਦਸਤ। ਉਹ ਤਾਂ ਕਰਿਆ ਕਈਆਂ ਨੇ, ਉਹ ਤਾਂ ਮੇਰੇ ਖਿਆਲ ਨਾਲ ਕਰਿਆ ਵਾ ਵੀ ਇਹਨਾਂ ਨੂੰ ਜਮਾ ਜ਼ੀਰੋ ਜਿਹੜੀ ਫੀਸ ਆ ਉਹ ਦੇਣ, ਜ਼ੀਰੋ ਫੀਸ ਤੇ ਇਹਨਾਂ ਦੇ ਨਾਂ ਟ੍ਰਾਂਸਫਰ ਕੀਤੀਆਂ ਗਈਆਂ ਉਹ ਪ੍ਰਾਪਰਟੀਆਂ। ਜੇ ਤੁਸੀਂ ਥੋੜਾ ਪਿੱਛੇ ਜਾਓ ਜੀ, ਸੰਘਰਸ਼ ਦੇ ਵਿੱਚ ਜਦੋਂ ਪੈਟਰੋਲ ਪੰਪਾਂ ਨੂੰ ਆਪਣੇ ਰਿਲਾਇੰਸ ਦੇ ਨੂੰ ਰੋਕ ਰਹੇ ਸੀ ਲੋਕ, ਤੇ ਉਹਨਾਂ ਦੇ ਵਿੱਚੋਂ ਉਹਦੀ ਸੱਚਾਈ ਕੀ ਨਿਕਲੀ ਸੀਗੀ? ਉਹ ਚੋਂ 90% ਤਾਂ ਉਹ ਆਪਣੇ ਪੋਲੀਟੀਕਲ ਲੋਕਾਂ ਦੇ ਆ ਜੀ, ਸਾਰੇ ਓਨ ਕੀਤੇ ਹੋਏ ਆ। ਤੇ ਦੂਸਰਾ ਅਮਰਜੀਤ, ਜਿਵੇਂ ਆਪਾਂ ਗੱਲ ਕਰਦੇ ਸੀ ਨਰਿੰਦਰ ਤੋਮਰ ਜਿਹੜੇ ਐਗਰੀਕਲਚਰ ਮਿਨਿਸਟਰ ਨੇ, ਉਹਨਾਂ ਦਾ ਬਿਆਨ ਸੀਗਾ ਕਿ ਅੱਜ ਤੁਹਾਡੀ ਗੱਲ ਮੰਨ ਲੈਂਦੇ ਆ ਤੇ ਕੱਲ ਨੂੰ ਕਾਰਪੋਰੇਟ ਵਾਲਿਆਂ ਨੇ ਆ ਕੇ ਧਰਨਾ ਲਾ ਦੇਣਾ। ਤੁਹਾਨੂੰ ਤੁਸੀਂ ਉਸ ਉਹਨਾਂ ਦੇ ਉਹਦੇ ਵਿੱਚ ਵਿਚਲੀ ਗੱਲ ਕੀ ਤੁਹਾਨੂੰ ਲੱਗ ਰਹੀ ਆ? ਦੇਖੋ ਗੱਲ ਏਦਾਂ ਆ ਵੀ ਇਹਦੇ ਵਿੱਚ ਦੇਖੋ ਹੁਣ ਆਪਾਂ ਇੱਕ ਕੈਪਟਨ ਦੀ ਵੀਡੀਓ ਆਈ ਆ ਬਾਹਰ, ਜਿਹਦੇ ਵਿੱਚ ਉਹ ਅਡਾਨੀ ਦੇ ਨਾਲ ਬੈਠਾ ਹੋਇਆ। ਉੱਥੇ ਇਸ ਹੀ ਵਿਸ਼ੇ ਤੇ ਚਰਚਾ ਚੱਲ ਰਹੀ ਆ ਕਿ ਇਹ ਜਿਹੜੇ ਰੂਲਸ ਰੈਗੂਲੇਸ਼ਨ ਬਣਾਏ ਜਾ ਰਹੇ ਆ ਕਿਸਾਨੀ ਦੇ ਉੱਤੇ, ਇਹ ਕਿਸ ਤਰ੍ਹਾਂ ਦੇ ਹੋਣੇ ਚਾਹੀਦੇ ਆ। ਸੋ ਇੱਥੋਂ ਇਹ ਪਤਾ ਲੱਗਦਾ ਆ ਕਿ ਇਹ ਕੈਪਟਨ ਨੂੰ ਪਹਿਲਾਂ ਦਾ ਪਤਾ ਸੀਗਾ। ਤੇ ਇਹ ਸਾਰੇ ਲੋਕ, ਚਾਹੇ ਕੈਪਟਨ ਆ, ਚਾਹੇ ਮੋਦੀ ਆ, ਚਾਹੇ ਅਮਿਤ ਸ਼ਾਹ ਆ, ਇਹਨਾਂ ਦਾ ਪਿੱਛੇ ਏਜੰਡਾ ਤਾਂ ਇਹ ਹੁੰਦਾ ਵੀ ਸਾਡੇ ਪੱਲੇ ਕੀ ਪੈਣਾ ਇਹਦੇ ਵਿੱਚ। ਇਹਨਾਂ ਨੂੰ ਲੋਕਾਂ ਨਾਲ ਕੋਈ ਮਤਲਬ ਨਹੀਂ। ਜਿਹੜਾ ਇੱਕ ਜਿਹੜਾ ਸਿਆਸਤਦਾਨ ਆ, ਉਹਦੀ ਸਿਆਸਤ ਕੀ ਹੁੰਦੀ ਆ ਵੀ ਜਦੋਂ ਵੋਟਾਂ ਆ ਉਸ ਵੇਲੇ ਲੋਕਾਂ ਦੇ ਪੈਰੀ ਪੈ ਜਾਓ, ਜਿਸ ਵੇਲੇ ਵੋਟਾਂ ਚਲੀਆਂ ਗਈਆਂ ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਲੁੱਟਣਾ ਸ਼ੁਰੂ ਕਰ ਦਿਓ, ਆਪਣਾ ਫਾਇਦਾ ਲੱਭੋ। ਲੋਕੀ ਚਾਹੇ ਢੱਠੇ ਖੁੱਝ ਜਾਣ। ਅੱਜ ਤੱਕ ਤਾਂ ਇਹੀ ਹੁੰਦਾ ਆ। ਬਾਦਲ ਨੇ ਵੀ ਇਹ ਕੀਤਾ, ਕੈਪਟਨ ਨੇ ਵੀ ਇਹ ਕੀਤਾ, ਮੋਦੀ ਵੀ ਇਹ ਕਰ ਰਿਹਾ, ਤਕਰੀਬਨ 99% ਲੋਕੀ ਕਰ ਰਹੇ ਆ। ਪਰ ਦੇਖੋ ਇਹਦੇ ਵਿੱਚ ਕੀ ਆ ਕਿ ਜਿਹੜਾ ਹੁਣ ਜੇ ਅਸੀਂ ਇਸ ਚੀਜ਼ ਨੂੰ ਦੇਖਦੇ ਆ, ਇੱਕ ਚੀਜ਼ ਨਾਲ ਦੇਖਦੇ ਆ ਅਮਰਦੀਪ, ਆਪਾਂ ਇੱਥੇ ਇੱਕ ਗੱਲ ਕਰਦੇ ਆ ਵੀ ਜੇ ਆਪਾਂ ਸਿੱਧਾ ਦੇਖੀਏ, ਮੈਨੂੰ ਤੁਸੀਂ ਕੋਈ ਚੀਜ਼ ਦਿੰਦੇ ਆ, ਰਾਈਟ, ਮੈਂ ਉਹ ਚੀਜ਼ ਦਾ ਮੈਨੂੰ ਕਹਿ ਰਹੇ ਵੀ ਤੈਨੂੰ ਇਸ ਚੀਜ਼ ਦਾ ਫਾਇਦਾ ਹੋਣਾ, ਪਰ ਮੈਨੂੰ ਲੱਗ ਰਿਹਾ ਮੈਨੂੰ ਨਹੀਂ ਫਾਇਦਾ ਹੋਣਾ। ਮੈਂ ਕਿਹਾ ਜੀ ਮੈਨੂੰ ਚੀਜ਼ ਨਹੀਂ ਚਾਹੀਦੀ, ਮੇਰਾ ਇਹਦਾ ਫਾਇਦਾ ਨਹੀਂ ਹੋਣਾ। ਇਹਦਾ ਮਤਲਬ ਕਿ ਮੈਨੂੰ ਇਹਦਾ ਫਾਇਦਾ ਮੈਨੂੰ ਨਹੀਂ ਆ, ਜਿਹੜਾ ਬੰਦਾ ਮੈਨੂੰ ਚੀਜ਼ ਦੇ ਰਿਹਾ ਇਹਦਾ ਫਾਇਦਾ ਕਿਸੇ ਹੋਰ ਨੂੰ ਆ, ਉਹਦਾ ਉਹ ਮੇਰੇ ਤੇ ਥੋਪਣਾ ਚਾਹੁੰਦਾ। ਸੇਮ ਚੀਜ਼ ਇਸ ਵਕਤ ਸੰਘਰਸ਼ 'ਚ ਹੋ ਰਹੀ ਆ ਕਿ ਕਿਸਾਨ ਕਹਿ ਰਹੇ ਆ ਵੀ ਸਾਨੂੰ ਇਹ ਚੀਜ਼ ਨਹੀਂ ਚਾਹੀਦੀ। ਉਹ ਕੁਝ ਐਕਸਟਰਾ ਥੋੜੀ ਮੰਗ ਰਹੇ ਆ, ਉਹ ਕੁਝ ਇਹ ਥੋੜਾ ਕਹਿ ਰਹੇ ਵੀ ਸਾਨੂੰ ਆਹ ਦੇ ਦਿਓ। ਉਹ ਤਾਂ ਕਹਿੰਦੇ ਜੋ ਤੁਸੀਂ ਸਾਨੂੰ ਦੇ ਰਹੇ ਆ ਇਹ ਸਾਨੂੰ ਚਾਹੀਦਾ ਹੀ ਨਹੀਂ। ਬਿਲਕੁਲ ਬਿਲਕੁਲ ਰਾਈਟ। ਹੁਣ ਜੇ ਉਹਨਾਂ ਨੂੰ ਨਹੀਂ ਚਾਹੀਦਾ, ਇਹਦਾ ਮਤਲਬ ਕਿ ਉਹਨਾਂ ਨੂੰ ਜਿਹੜੇ ਬੰਦੇ ਵਿਚੋਲੀਏ ਬਣੇ ਆ ਵਿੱਚ, ਉਹਨਾਂ ਨੂੰ ਕੋਈ ਫਾਇਦਾ ਹੋਊਗਾ ਨਾ, ਜਿਹੜੇ ਤਾਈਓ ਗੱਲ ਨਹੀਂ ਮੰਨ ਰਹੇ। ਉਹ ਹੁਣ ਜਿੱਦਾਂ ਆਪਣੇ ਰਣਜੀਤ ਭਾਜੀ ਹੁਣੀ ਕਿਹਾ ਕਿ ਬਾਕੀ ਦੇ ਵੀ ਜਿਹੜੇ ਆ ਉਹ ਲਾਜ ਜਿਹੜੇ ਜਿੱਦਾਂ ਹੁਣ ਜਿਹੜੇ ਇਹਨਾਂ ਨੇ ਕੀਤੇ ਪਿੱਛੇ ਜੋ ਹੋਇਆ, ਉਹ ਸਾਰਿਆਂ ਨੇ ਉੱਠ ਪੈਣਾ ਹੁਣ ਹੌਲੀ ਹੌਲੀ। ਇਹਨੂੰ ਕ੍ਰਾਂਤੀ ਕਹਿੰਦੇ ਆ, ਕਿਉਂਕਿ ਕੀਤੇ ਤਾਂ ਸਾਰੇ ਕੰਮ ਗਲਤ ਆ ਇਹਨਾਂ ਨੇ।
ਕੋਈ ਕੰਮ ਸਹੀ ਥੋੜਾ ਕੀਤਾ ਇਹਨਾਂ ਨੇ ਹੁਣ ਤੱਕ ਜਿੰਨੇ ਵੀ ਕੀਤੇ ਆ। ਜੇ ਇਹਨਾਂ ਨੇ ਨੋਟਬੰਦੀ ਕੀਤੀ ਉਹ ਵੀ ਫਾਇਦਾ ਨਹੀਂ ਹੋਇਆ, ਉਸ ਤੋਂ ਬਾਅਦ GST ਕੀਤੀ ਕੋਈ ਫਾਇਦਾ ਨਹੀਂ ਹੋਇਆ। ਹਾਂਜੀ ਜਿਨ੍ਹਾਂ ਲਈ ਨੋਟਬੰਦੀ ਕੀਤੀ ਸੀ ਉਹ ਰੁਲ ਗਏ, ਜਿਨ੍ਹਾਂ ਲਈ GST ਕੀਤੀ ਸੀ ਉਹ ਰੁਲ ਗਏ। ਹੁਣ ਇਹ ਕਿਸਾਨਾਂ ਲਈ ਲੈ ਕੇ ਆ ਰਹੇ ਆ। ਇਹਨਾਂ ਦਾ ਦਿਮਾਗ ਕੰਮ ਕਰਨਾ ਚਾਹੀਦਾ ਇਹੋ ਵੀ ਤੁਸੀਂ ਜਿਨ੍ਹਾਂ ਲਈ ਚੀਜ਼ ਬਣਾ ਰਹੇ ਆ ਉਹੀ ਬੰਦੇ ਤੁਹਾਨੂੰ ਕਹਿਣ ਲੱਗ ਪੈਂਦੇ ਸਾਨੂੰ ਇਹ ਚੀਜ਼ ਨਹੀਂ ਚਾਹੀਦੀ। ਸੋ ਇਹ ਅਮਰਦੀਪ ਭਾਜੀ ਇਹ ਤਾਂ ਉਹਨਾਂ ਦਾ ਹੀ ਫਾਇਦਾ, ਵਿਚੋਲੀਆਂ ਦਾ ਜ਼ਿਆਦਾ ਫਾਇਦਾ ਇਹਦੇ ਵਿੱਚ ਆ, ਉਹ ਆਪਣੇ ਫਾਇਦੇ ਨੂੰ ਪਏ ਹੋਏ ਆ ਜੀ। ਇਹ ਨਾ ਜਦੋਂ ਅਮਰਜੀਤ ਜਿਵੇਂ ਨਾ ਆਪਾਂ ਸ਼ਹਿਰ ਦੇ ਵਿੱਚ ਕਿਸੇ ਦੁਕਾਨਦਾਰ ਤੇ ਕੋਲੇ ਜਾਈਏ, ਇਹਨਾਂ ਦੀ ਗੱਲ ਤਾਂ ਉਹ ਆ, ਜਦੋਂ ਦੁਕਾਨਦਾਰ ਕੋਲੇ ਜਾਂਦੇ ਹੋ ਨਾ, ਜਿਹੜੀ ਉਹਦੇ ਘੱਟ ਚੀਜ਼ ਵਿਕਦੀ ਹੋਊ, ਜਿਹੜੀ ਨਕੰਮੀ ਹੋਊ, ਤੁਹਾਡੇ ਮੂਹਰੇ ਬਾਰ-ਬਾਰ ਸਿੱਟੂਗਾ, ਤੇ ਜਿਹੜੀ ਚੰਗੀ ਚੀਜ਼ ਆ ਉਹਨੂੰ ਪਿੱਛੇ ਨੂੰ ਕਰਕੇ ਰੱਖੂਗਾ, ਤੇ ਜਿਹੜੀ ਵਿਕਦੀ ਹੋਵੇ ਉਹ ਇਹਨਾਂ ਦਾ ਇਹ ਹਿਸਾਬ ਹੈ ਵੀ ਜਿਹੜਾ ਬਿੱਲ ਆ, ਜਿਹੜਾ ਨਹੀਂ ਅਸੀਂ ਲੈਣਾ, ਨਹੀਂ ਖਰੀਦਣਾ, ਅਸੀਂ ਸਾਨੂੰ ਧੱਕੇ ਨਾਲ ਵੇਚ ਰਹੇ ਆ। ਤੇ ਇਹ ਕਿਸਾਨ ਜਥੇਬੰਦੀਆਂ ਅੱਜ ਕੱਲ੍ਹ, ਪੁਰਾਣਾ ਤਾਂ ਹੈ ਨੀ ਗਾ ਜ਼ਮਾਨਾ ਵੀ ਇਹ ਬੜੇ ਪੜ੍ਹੇ ਲਿਖੇ ਉੱਥੇ PhD ਮੁੰਡੇ ਬੈਠੇ ਆ, ਵਕੀਲ ਬੈਠੇ ਆ, ਹੋਰ ਬੜੀ ਜੱਟ ਪੜ੍ਹੇ ਲਿਖੇ ਬੈਠੇ ਆ, ਜਿਹੜੇ ਸਾਰੀਆਂ ਇਹਨਾਂ ਦੀਆਂ ਚਾਲਾਂ ਨੂੰ ਸਮਝਦੇ ਆ। ਪਰ ਜਥੇਬੰਦੀਆਂ ਨੂੰ ਮੈਨੂੰ ਹੈ ਤਾਂ ਬੜੀਆਂ ਸਿਆਣੀਆਂ, ਬੜੀਆਂ ਸਮਝਦਾਰ ਆ, ਹਰ ਸਟੈਪ ਬੜਾ ਸੋਚ ਕੇ ਲੈ ਰਹੀਆਂ। ਪਰ ਮੈਨੂੰ ਇੱਕ ਨਾ ਇਹਨਾਂ ਦੀਆਂ ਡਿਮਾਂਡਸ ਦੇ ਵਿੱਚ ਦੋ ਕੁ ਚੀਜ਼ਾਂ ਜਿਹੜੀਆਂ ਉਹ ਮੈਨੂੰ ਦਿਸੀਆਂ ਨਹੀਂ। ਇੱਕ ਤਾਂ ਵੀ MSP ਆ ਵੀ ਉਹ ਸਾਰੀਆਂ ਤੇ ਲਾਗੂ ਕੀਤੀ ਜਾਵੇ, ਜਿੰਨੀਆਂ ਵੀ ਫਸਲਾਂ, ਦਾਲਾਂ ਵੀ ਆ, ਹੋਰ ਵੀ ਆ, ਉਹਦੇ ਨਾਲ ਪੰਜਾਬ ਦਾ ਪਾਣੀ, ਪੰਜਾਬ ਦੀਆਂ ਹੋਰ ਚੀਜ਼ਾਂ ਤੇ ਵੀ ਵਿੱਚ ਸੁਧਾਰ ਆਊਗਾ। ਉਹ ਜਿਵੇਂ ਭਗਵੰਤ ਮਾਨ ਨੇ ਇਹ ਗੱਲਾਂ ਕਹੀਆਂ ਨਹੀਂ ਵੀ ਸਾਰੀਆਂ ਫਸਲਾਂ ਦੇ ਉੱਤੇ MSP ਹੋਣੀ ਚਾਹੀਦੀ ਆ। ਤੇ ਦੂਜਾ ਜਿਹੜਾ ਸਵਾਮੀਨਾਥਨ ਰਿਪੋਰਟ ਆ ਉਹ ਵੀ ਨਹੀਂ ਹੈਗੀ ਕਿਤੇ। ਜਿੰਨਾ ਚਿਰ MSP ਤਾਂ ਇਹ ਕਿੰਨੀ ਮਰਜ਼ੀ ਮਿੱਥ ਸਕਦੇ ਆ, ਤਾਂ ਇਹਨਾਂ ਤੇ ਡਿਪੈਂਡ ਕਰਦਾ, ਰਾਈਟ। ਜੇ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਦੇ ਆ, ਉਹਦੇ ਨਾਲ ਥੋੜਾ ਜਿਹਾ ਉਹ ਫਿਰ ਵੀ ਇਹਨਾਂ ਨੂੰ ਮਹਿੰਗਾਈ ਦੇ ਨਾਲ ਹਰ ਸਾਲ ਉਹ ਅਪਗ੍ਰੇਡ ਕਰਨੀ ਪਿਆ ਕਰੂਗੀ, ਤੇ ਪਿਛਲੇ ਆંકੜਿਆਂ ਦੇ ਹਿਸਾਬ ਨਾਲ ਉਹ ਅੱਜ ਪ੍ਰਾਈਸ ਕਿੰਨੀ ਬਣਦੀ ਆ, ਉਹ ਆંકੜਿਆਂ ਦੇ ਹਿਸਾਬ ਨਾਲ ਸਵਾਮੀਨਾਥਨ ਦੀ ਰਿਪੋਰਟ ਦੇ ਨਾਲ MSP ਇਹਨਾਂ ਨੂੰ ਸੈੱਟ ਕਰਨੀ ਪਿਆ ਕਰੂਗੀ। ਉਹ ਵੀ ਇਹਨਾਂ ਨੂੰ ਆਪਦੀਆਂ ਡਿਮਾਂਡਸ ਦੇ ਵਿੱਚ ਮੇਰੇ ਹਿਸਾਬ ਨਾਲ ਰੱਖਣੀਆਂ ਚਾਹੀਦੀਆਂ। ਉਹ ਤਾਂ ਵੈਸੇ ਬਹੁਤ ਸਿਆਣੇ ਉਹ ਸ਼ਾਇਦ ਹੋਵੇ ਵੀ ਵਿੱਚ, ਪਰ ਮੇਰੇ ਨੌਲੇਜ 'ਚ ਨਹੀਂ ਹੈ। ਬਿਲਕੁਲ ਭੱਟਲ ਸਾਹਿਬ, ਜਿਵੇਂ ਤੁਸੀਂ ਗੱਲ ਕੀਤੀ ਸੀ ਕਿ ਇਸ ਸੰਘਰਸ਼ ਦੇ ਵਿੱਚ ਪੋਲੀਟੀਕਲ ਲੋਕਾਂ ਨੂੰ ਛੱਡ ਕੇ ਹਰ ਵਰਗ ਤੇ ਹਰ ਧਰਮ ਦੇ ਲੋਕ ਸ਼ਾਮਲ ਆ। ਕਿਸਾਨਾਂ ਦੇ ਨਾਲ ਨਾਲ ਨੌਜਵਾਨ ਲੀਡਰ ਜਿਵੇਂ ਲੱਖਾ ਸਿਧਾਣਾ, ਦੀਪ ਸਿੱਧੂ, ਵਕੀਲ, ਹਰ ਇੱਕ ਪੇਸ਼ਾ, ਹਰ ਇੱਕ ਜਾਤੀ, ਧਰਮ ਤੇ ਹਰ ਇੱਕ ਲੋਕ ਸ਼ਾਮਲ ਨੇ। ਤੇ ਇਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕਿਉਂਕਿ ਕਿਸਾਨ ਜਥੇਬੰਦੀਆਂ ਤੇ ਇੱਕ ਪ੍ਰੈਸ਼ਰ ਵੀ ਬੜਾ ਜ਼ਿਆਦਾ ਆ, ਤੇ ਆਮ ਲੋਕਾਂ ਦਾ ਜਿਹੜਾ ਰੋਹ ਆ ਉਹ ਰਿਪਰੈਜ਼ੈਂਟ ਕਰ ਰਹੇ ਆ ਇਸ ਵਕਤ। ਆਮ ਜਿਹੜੀ ਕਿਸਾਨ ਜਥੇਬੰਦੀਆਂ ਜੋ ਲੀਡਰ ਆ, ਜੋ ਅਮਿਤ ਸ਼ਾਹ ਜਾਂ ਸਰਕਾਰ ਨਾਲ ਮੱਥਾ ਲੈਣਾ ਸੌਖਾ ਨਹੀਂ ਹੁੰਦਾ, ਪਰ ਲੋਕਾਂ ਦਾ ਜਿਹੜਾ, ਜੇ ਤੁਸੀਂ ਅੱਜ ਦੀ ਗੱਲ ਕਰੋ, ਅੱਜ ਤੋਂ ਪਿਛਲੇ ਅੱਧਾ ਘੰਟਾ ਪਹਿਲਾਂ 50,000 ਕਿਸਾਨਾਂ ਦਾ ਜੱਥਾ ਪੰਜਾਬ ਤੋਂ ਚੱਲਿਆ ਉੱਥੇ ਜੁਆਇਨ ਕਰਨ ਦੇ ਲਈ ਅੱਜ ਉਹਨਾਂ ਨੂੰ। ਹਾਂਜੀ, ਰੋਜ਼ ਹੀ ਬੜੇ ਜੁਆਇਨਿੰਗ ਤਾਂ ਬਹੁਤ ਜ਼ਿਆਦਾ ਹੋ ਰਹੀ ਆ, ਲੋਕ ਮੁੜਦੇ ਘੱਟ ਆ ਤੇ ਉੱਥੇ ਜ਼ਿਆਦਾ ਜਾ ਰਹੇ ਆ। ਜਿੰਨੇ ਵੀ ਬਾਰਡਰ ਆ ਸਾਰੇ ਸੀਲ ਕੀਤੇ ਹੋਏ ਆ, ਤੇ ਕੱਲ ਤੋਂ 12 ਤਰੀਕ ਤੋਂ ਉੱਥੇ ਸਾਰੇ ਉਹਨਾਂ ਨੇ ਟੋਲ ਪਲਾਜ਼ੇ ਬੰਦ ਕਰ ਦੇਣੇ ਆ, DC ਦਫ਼ਤਰਾਂ ਦਾ ਘਿਰਾਓ ਕਰਨਾ, ਤੇ 12 ਤੋਂ ਜੈਪੁਰ ਵਾਲਾ ਬਾਰਡਰ ਬੰਦ ਕਰ ਦੇਣਾ। ਤੇ ਉਹ ਪ੍ਰੈਸ਼ਰ ਤਾਂ ਬਹੁਤ ਜ਼ਿਆਦਾ ਆ, ਜਥੇਬੰਦੀਆਂ ਦੇ ਲੀਡਰਾਂ ਤੇ ਵੀ ਪ੍ਰੈਸ਼ਰ ਆ, ਉਹ ਗੱਲ ਠੀਕ ਆ। ਪਰ ਜਿਹੜਾ ਹੈਗਾ ਵੀ ਲੋਕ ਦੀ ਸ਼ਮੂਲੀਅਤ ਦਿਨੋਂ ਦਿਨ ਵੱਧ ਰਹੀ ਆ, ਲੋਕਾਂ ਦਾ ਪ੍ਰੈਸ਼ਰ ਵੀ ਵੱਧ ਰਿਹਾ, ਯੂਨੀਅਨ ਦੇ ਲੀਡਰਾਂ ਉੱਤੇ ਵੀ ਤੇ ਗੌਰਮੈਂਟ ਦੇ ਉੱਤੇ ਵੀ। ਇਹਦਾ ਸੋਲੂਸ਼ਨ ਗੌਰਮੈਂਟ ਦੀ ਸਿਆਣਪ ਤੇ ਹੀ ਡਿਪੈਂਡ ਕਰਦਾ। ਜੇ ਗੌਰਮੈਂਟ ਸਿਆਣੀ ਆ ਤਾਂ ਛੇਤੀ ਕੱਢ ਲੂਗੀ, ਪਰ ਉਹ ਬੜੇ ਹੈਂਕੜਬਾਜ਼ ਆ। ਜਿਵੇਂ ਆਪਣੇ ਕਹਿੰਦੇ ਹੁੰਦੇ ਆ ਵੀ ਕੁੰਡੀਆਂ ਦੇ ਸਿੰਘ ਫਸ ਗਏ ਤੇ ਨਿੱਤਰੂ ਬੜੇ ਮੈਂ ਖਾਣੀ, ਪਰ ਇਹ ਜਿਹੜਾ ਹੈਗਾ ਇੱਧਰੋਂ ਤਾਂ ਇਹ ਕੁੰਡੀਆਂ ਨਹੀਂ ਗਈਆਂ, ਇਹ ਤਾਂ ਸਾਰੇ ਸਾਨ ਆ। ਤੇ ਪੰਜਾਬ ਦੇ ਤਾਂ ਇਹਨਾਂ ਨੇ ਤਾਂ ਕਦੇ ਕੋਈ ਮੂਹਰੇ ਖੜਨ ਨਹੀਂ ਦਿੱਤਾ, ਤੇ ਮੂਹਰੇ ਵੀ ਉਹ ਕੁੰਡੀਆਂ ਨਹੀਂ ਹੈਗੀਆਂ। ਉਹ ਮੈਂ ਕੋਈ ਹੋਰ ਲਫ਼ਜ਼ ਨਹੀਂ ਵਰਤਣਾ ਚਾਹੁੰਦਾ, ਤੇ ਉਹ ਮਾੜੀਆਂ ਮੱਝਾਂ ਕਹਿ ਲਓ ਜਾਂ ਗਾਵਾਂ ਕਹਿ ਲਓ, ਉਹ ਆ। ਤੇ ਇਸ ਕਰਕੇ ਵੀ ਇਹ ਸਿੰਘ ਤਾਂ ਫਸੇ ਹੋਏ ਆ, ਪਰ ਪੰਜਾਬ ਬੜਾ ਬਲਵਾਨ ਆ, ਬੜਾ ਬਹਾਦਰ ਕੌਮ ਆ ਇੱਥੋਂ ਦੀ। ਤੇ ਸਾਰੇ ਜਿਹੜੇ ਇਹ ਬੜੇ ਨਿਖਾਰ ਨਾਲ ਚੱਲ ਰਹੇ ਆ। ਥੋੜੇ ਜਿਹੇ ਬੰਦੇ ਜ਼ਰੂਰ ਜਿਹੜੇ ਹੁਣੇ ਜਾ ਕੇ ਲੀਡਰ ਬਣਨ ਦੀ ਕੋਸ਼ਿਸ਼ ਕਰਦੇ ਆ, ਜਾਂ ਪੰਜਾਬ ਦੇ ਪੰਜਾਬੀਅਤ ਦੇ ਉਲਟ ਭੁਗਤਦੇ ਰਹੇ ਆ, ਉਹਨਾਂ ਨੇ ਸਟੇਜਾਂ ਤੇ ਨਹੀਂ ਚੜ੍ਹਨ ਦਿੱਤਾ। ਬੜੀ ਵਧੀਆ ਗੱਲ ਕਰ ਰਹੇ ਆ ਜਿਹੜੇ ਇਹ ਨਵੇਂ ਲੀਡਰ ਉੱਠਦੇ ਆ, ਜਿਨ੍ਹਾਂ ਦਾ ਕੋਈ ਪਿਛੋਕੜ ਨਹੀਂ ਹੈ, ਕੁਛ ਹੋਰ ਨਹੀਂ, ਕੋਈ ਬੰਬੇ ਤੋਂ ਆ ਗਿਆ, ਕੋਈ ਕਿਤੋਂ ਆ ਗਿਆ, ਮਹਾਰਾਸ਼ਟਰ ਤੋਂ ਆ ਗਿਆ, ਤੇ ਉਹਨਾਂ ਦਾ ਵੀ ਖਿਆਲ ਰੱਖਿਆ ਜਾ ਰਿਹਾ। ਇਹ ਬੜੀ ਵਧੀਆ ਗੱਲ ਆ। ਨਿਹੰਗ ਸਿੰਘ ਵੀ ਜਾਬਤੇ ਦੇ ਵਿੱਚ ਰਹਿ ਰਹੇ ਆ, ਜਿਹੜੇ ਕਿ ਕੌਮ ਜਾਬਤੇ ਦੇ ਵਿੱਚ ਰੱਖਣੀ ਬੜੀ ਔਖੀ ਆ।
ਤੇ ਬੜਾ ਉਹ ਵੀ ਹਲੇ ਤੱਕ ਸੰਜਮ ਦੇ ਵਿੱਚ ਚੱਲ ਰਹੇ ਆ। ਤੇ ਇਹ ਗੱਲਾਂ ਦਾ ਸਾਰੇ ਲੋਕ ਵੀ ਪਹਿਰੇ ਦੇ ਰਹੇ ਆ ਰਾਤ ਨੂੰ, ਬੜਾ ਸੰਕੋਚ ਕੇ, ਬੜਾ ਸਮਝ ਕੇ ਪੈਰ ਤੇ ਚੱਲ ਰਹੇ ਆ। ਤੇ ਇਹਦੇ ਲਈ ਬਹੁਤ ਆਪਣੀਆਂ ਜਥੇਬੰਦੀਆਂ ਵਧਾਈ ਦੀਆਂ ਪਾਤਰ ਆ, ਅਵਸ਼ ਜਿੱਤ ਹੋਊਗੀ। ਭਾਸ਼ਾ ਸਾਹਿਬ ਮੈਂ ਐਡ ਕਰਨਾ ਮੰਗਦਾ ਸੀਗਾ ਆਪਣੇ ਬਰਾੜ ਸਾਹਿਬ। ਗੋ ਹੈਡ ਜੀ। ਵੀ ਹੁਣ ਤੱਕ ਤਾਂ ਜਿਹੜਾ ਸੀਗਾ ਵੀ ਇਸ ਜਾਬਤੇ 'ਚ ਸੀ ਚੱਲ ਰਿਹਾ ਸੰਘਰਸ਼ ਕਿ ਸਰਕਾਰ ਨਾਲ ਗੱਲ ਚੱਲਦੀ ਆ, ਕੋਈ ਸੁਨੇਹਾ ਆਊਗਾ, ਚਲੋ ਪਰਸੋਂ ਨੂੰ ਮੀਟਿੰਗ ਆ, ਚਲੋ ਇੱਧਰ ਆ। ਹੁਣ ਜਿਹੜਾ ਵਾ ਮੈਂ ਇਹ ਸੋਚਦਾ ਮੈਂ ਬਰਾੜ ਸਾਹਿਬ ਵੀ ਹੁਣ ਆਪਣੀ ਜਿਹੜੀ ਜ਼ਿੰਮੇਵਾਰੀ ਦਾ ਦਾਇਰਾ ਬਹੁਤ ਵੱਧ ਗਿਆ, ਕਿਉਂਕਿ ਸੰਘਰਸ਼ ਦਾ ਦਾਇਰਾ ਵੱਧ ਗਿਆ, ਟੋਲ ਪਲਾਜ਼ਿਆਂ ਤੇ ਵੱਧ ਗਿਆ, ਹਿੰਦੁਸਤਾਨ ਦੇ ਟੋਟਲ ਟੋਲ ਪਲਾਜ਼ਿਆਂ ਤੇ ਵੱਧ ਗਿਆ, ਜਿਹੜੇ ਦੂਜੇ ਹਾਈਵੇ ਹੈਦਰਾਬਾਦ ਵੱਲੋਂ ਹੋ ਰਹਾ ਉਹਨਾਂ ਤੇ ਵੱਧ ਗਿਆ। ਤੇ ਹੁਣ ਜਾਬਤੇ ਦੀ ਬਹੁਤ ਵੱਡੀ ਲੋੜ ਆ। ਜਿਹੜੇ ਜੰਗ ਮੁੰਡੇ ਆ, ਜੰਗ ਬਲੱਡ ਆ, ਜਿਵੇਂ ਆਪਣੇ ਰਾਜਾ ਸਾਹਿਬ ਨੇ ਵੀ ਉਹਨਾਂ ਨੂੰ ਅਪੀਲ ਕਰੀ ਆ ਵੀ ਆਪਾਂ ਜਾਬਤੇ 'ਚ ਰਵਾਂਗੇ ਤਾਂ ਆਪਣੀ ਜਿੱਤ ਲਾਜ਼ਮੀ ਆ। ਕਿਉਂਕਿ ਉਹਨਾਂ ਨੇ ਹਰ ਹੀਲਾ ਵਰਤਣਾ ਕਿ ਕਿਸੇ ਨਾ ਕਿਸੇ ਤਰ੍ਹਾਂ ਸ਼ਰਾਰਤ ਹੋਵੇ, ਇਹ ਹਿੰਸਕ ਹੋਵੇ, ਉਹਦੇ 'ਚ ਤਾਕਤ ਵਰਤੀ ਜਾਵੇ। ਤੇ ਤਾਕਤ ਤੈਨੂੰ ਪਤਾ ਇੱਕ ਵਾਰੀ ਇਹਨਾਂ ਨੇ ਸ਼ੁਰੂ ਕਰਤੀ, ਫਿਰ ਉੱਥੇ ਭਗਦੜ ਇਹਨਾਂ ਨੇ ਮਚਾਉਣੀ ਹੈ ਤੇ ਉਹਦੇ ਵਿੱਚ ਫਿਰ ਨੁਕਸਾਨ ਹੀ ਨੁਕਸਾਨ ਆ। ਸੋ ਜ਼ਿੰਮੇਵਾਰੀ ਦਾ ਦਾਇਰਾ ਬਹੁਤ ਜ਼ਿਆਦਾ ਵੱਧ ਗਿਆ ਲੀਡਰਾਂ ਦਾ। ਤੇ ਹਾਂ, ਜਿੱਥੇ ਤੱਕ ਉਹਦੇ ਜਾਬਤੇ ਦੀ ਗੱਲ ਆ ਜਾਂ ਲੋਕਾਂ ਦੇ ਵਿੱਚ ਨੂੰ ਸਾਂਭਣ ਦੀ ਗੱਲ ਆ ਜਾਂ ਜਾਬਤਾ ਕਾਇਮ ਰੱਖਣ ਦੀ ਗੱਲ ਆ, ਹਿੰਸਾ ਤੋਂ ਲੋਕਾਂ ਨੂੰ ਬਚਾਉਣ ਦੀ ਗੱਲ ਆ, ਉੱਥੇ ਸਰਕਾਰ ਦਾ ਫਰਜ਼ ਬਣਦਾ ਹੁੰਦਾ ਕਿ ਸ਼ਾਂਤੀ ਬਣੀ ਰਹੇ। ਪਰ ਇੱਥੇ ਸਿਚੁਏਸ਼ਨ ਹੋਰ ਆ, ਸਰਕਾਰ ਸ਼ਾਂਤੀ ਬਣਾਉਣ ਦੇ ਵਿੱਚ ਹਿੱਸਾ ਪਾਊਗੀ ਜਾਂ ਸ਼ਾਂਤੀ ਖਰਾਬ ਕਰਨ 'ਚ ਪਾਊਗੀ। ਰਣਜੀਤ ਸਿੰਘ ਜੀ, ਮੈਂ ਇੱਕ ਨਾ ਗੱਲ ਐਡ ਕਰਨੀ ਚਾਹੁੰਦਾ। ਜੇ ਮੈਂ ਇੱਕ ਚੀਜ਼ ਸੋਚਦਾ, ਜੇ ਕਿਤੇ COVID-19 ਨਾ ਹੁੰਦਾ ਨਾ ਤੇ NRI ਵੀਰਾਂ ਨੇ ਵੀ ਟਿਕਟਾਂ ਲੈ ਕੇ ਪਹੁੰਚ ਜਾਣਾ ਸੀ ਉੱਥੇ। ਇਸ ਵੇਲੇ ਤੇ ਬਹੁਤ ਇੰਨਾ ਵੱਡਾ ਸੰਘਰਸ਼ ਹੋ ਜਾਣਾ ਸੀ, ਸਿਰਫ COVID-19 ਕਰਕੇ ਇਹਨਾਂ ਨੂੰ ਫਾਇਦਾ ਹੋ ਗਿਆ। ਨਹੀਂ ਤਾਂ ਇਹ ਸੰਘਰਸ਼ ਦੇ ਵਿੱਚ NRI ਵੀਰ ਉੱਥੇ ਪਹੁੰਚੇ ਹੋਣੇ ਸੀ ਅੱਜ। ਇਸ ਚੀਜ਼ ਦੇ ਨਾਲ ਇੰਨਾ ਜਾਣੀ ਕਿ ਹੌਸਲਾ ਮਿਲ ਰਿਹਾ ਸਾਰਿਆਂ ਨੂੰ। ਅਮਰਜੀਤ ਜੀ, ਕੋਵਿਡ ਕਰਕੇ ਹੀ ਤਾਂ ਇਹ ਕਾਨੂੰਨ ਧੜਾ ਧੜੀ ਇੱਕਦਮ ਲਿਆਂਦੇ ਗਏ ਨੇ। ਕੋਵਿਡ ਕਰਕੇ ਹੀ ਸਾਰਾ ਕੁਝ ਹੋਇਆ। ਕੋਵਿਡ ਕਰਕੇ ਅਸੀਂ ਇੱਥੇ ਬੈਠੇ ਆ। ਇੱਕ ਗੱਲ ਇਹ ਚੰਗੀ ਵੀ ਹੋ ਗਈ ਬਈ, ਨਹੀਂ ਤਾਂ ਇਹਨਾਂ ਨੇ ਕਹਿਣਾ ਸੀ ਜੀ ਇਹ ਤਾਂ ਬਾਹਰਲਿਆਂ ਦੀ ਗੇਮ ਆ ਸਾਰੀ। ਹਲੇ ਵੀ ਨਹੀਂ ਹਟਦੇ ਉਹ ਤਾਂ, ਵੀ ਇਹ ਤਾਂ ਚਾਈਨਾ ਇਹਦੇ ਮਗਰ, ਇਹਨਾਂ ਦੇ ਮਗਰ ਪਾਕਿਸਤਾਨ ਆ, ਇਹਨਾਂ ਦੇ ਮਗਰ ਫਲਾਨਾ। ਤੇ ਜੇ ਸਾਰੇ ਇਹਨਾਂ ਨੇ ਕਹਿਣਾ ਸੀ ਇਹ ਤਾਂ NRI ਸਾਰਾ ਕੁਛ ਇਹ ਕਰਦੇ ਆ ਤੇ ਇੱਥੋਂ ਦੇ ਜੱਟਾਂ ਨੂੰ ਤਾਂ ਲੋੜ ਨਹੀਂ ਹੈ, ਇਹ ਨਹੀਂ ਕਰਦੇ। ਇਹ ਵੀ ਵਧੀਆ ਹੋ ਗਿਆ ਵੀ ਜਿਹੜੇ ਉੱਥੋਂ ਦੇ ਆਪਣੀ ਜਥੇਬੰਦੀਆਂ ਨੇ, ਉੱਥੋਂ ਦੇ ਲੋਕਾਂ ਨੇ ਆਪ ਦੇ ਸਿਰ ਜ਼ਿੰਮੇਵਾਰੀ ਲਈ ਆ। ਇਹ ਵੀ ਇੱਕ ਬਹੁਤ ਵਧੀਆ ਪੱਖ ਹੈਗਾ। ਅਮਰਦੀਪ ਭਾਜੀ, ਥੋੜਾ ਜਿਹਾ ਟਾਈਮ ਦਾ ਦੇਖਦੇ ਹੋਏ 8:05 ਹੋਏ ਆ ਤੇ ਆਪਾਂ 2 ਵੀਡੀਓਜ਼ ਹੈਗੀਆਂ। ਆਪਾਂ ਉਹਦੇ ਵਿੱਚ ਇੱਕ ਵੀਡੀਓ ਪਹਿਲਾਂ ਮੈਂ ਚਲਾਉਣੀ ਚਾਹੁੰਦਾ। ਇੱਕ ਦੇਖੋ, ਆਪਾਂ ਹੁਣ ਇਸ ਪ੍ਰੋਗਰਾਮ ਦੇ ਵਿੱਚ ਹੈਗੇ ਆ। ਚਲੋ ਆਪਾਂ ਇੱਕ ਕਿਸੇ ਬੰਦੇ ਨੇ ਇੱਕ ਬੜੇ ਸੀਗੇ, ਉਹਨਾਂ ਨੇ ਬੜੀ ਵਧੀਆ ਵੀਡੀਓ ਬਣਾਈ ਆ, ਮੈਨੂੰ ਬਹੁਤ ਵਧੀਆ ਲੱਗੀ ਉਹ। ਤੇ ਮੈਂ ਸੋਚਦਾ ਸੀ ਵੀ ਆਪਣੇ ਦਰਸ਼ਕਾਂ ਨਾਲ ਉਹ ਵੀਡੀਓ ਸ਼ੇਅਰ ਕੀਤੀ ਜਾਵੇ। ਤੇ ਸਾਡੇ ਹਾਂਜੀ, ਜਿਹੜੇ ਵਕੀਲ ਹੈ ਰਾਮ ਜੇਠ ਮਲਾਨੀ ਜੀ, ਹਾਂਜੀ, ਉਹਨਾਂ ਦੀ ਵੀ। ਮੈਂ ਤੋਂ ਪਹਿਲਾਂ ਇੱਕ ਮੈਂ ਕਿਹਾ ਰਾਮ ਜੇਠ ਮਲਾਨੀ ਜੀ ਦੀ ਬਾਅਦ ਚੋਂ ਕਰਦੇ, ਪਹਿਲਾਂ ਇੱਕ ਉਹ ਆਪਣੇ ਕੋਲ ਜਿਹੜਾ ਇੱਕ ਕੋਈ ਯੰਗ ਬਲੱਡ ਆ, ਉਹਨਾਂ ਨੇ ਬੜੇ ਵਧੀਆ ਤਰੀਕੇ ਦੇ ਨਾਲ ਮੋਦੀ ਦੇ ਖੋਜ ਕਰਕੇ ਮੋਦੀ ਦੇ ਬਾਰੇ ਬਹੁਤ ਕੁਝ ਕੱਢ ਕੇ ਲਿਆਂਦਾ, ਜਿਹੜਾ ਕਿ ਧਰਨਾ ਦੇ ਸ਼ੇਅਰ ਕਰਨ ਜਾ ਰਹੇ ਹੁਣ। ਤੇ ਬਿਲਕੁਲ ਆਪਣੇ ਸਰੋਤਿਆਂ ਨਾਲ ਜਰੂਰ ਜਾਣਕਾਰੀ ਸ਼ੇਅਰ ਕੀਤੀ ਜਾਵੇ। अमरजीत जी लिखे हैं कि मोदी जी के साथ का आज तक कोई क्लासमेट भी नहीं मिला कि किसके साथ में मोदी जी पढ़े। इतना पढ़ लिए मोदी जी, इतना पढ़ लिए मोदी जी कि उनके साथ का कोई क्लासमेट नहीं मिलता। दूसरी ओर मोदी जी कहते हैं मैंने भीख मांगी है, मोदी जी को कोई भीख देने वाला नहीं मिलता। ये भी तो देखिए कि भाई जिसने मोदी जी को भीख दी हो, मोदी जी कहते हैं मैंने चाय बेची है, उनके हाथ से किसी ने चाय पी हो वो भी नहीं मिलता, जो उनके साथ पढ़ा वो भी नहीं मिलता। अबे ऐसे कौन सी जगह से पढ़ के आए हो कि आपको कोई क्लासमेट नहीं मिलता? समझ रहे हो? जो भाई विदेश से पढ़ के आया हो उसका भी कोई साथी जोड़ीदार मिल जाएगा यहाँ पर, और मोदी जी का कोई साथी ही नहीं मिलता। मोदी जी अकेले पढ़े, होशियार थे ना ये बहुत, तो टीचर इन्हें कहता था अकेले पढ़ तू भाई, तू अकेले बैठ के पढ़, क्योंकि तू तो सारे बच्चों से बहुत होशियार है, तू अकेले में पढ़ेगा तभी तो समझ में आएगी बात तेरी। इसीलिए मोदी जी का क्या है, मोदी जी ने तीनों किसान बिलों को अच्छी तरह से पढ़ लिया है, एकदम अच्छी तरीके से। पर मोदी जी को क्या है, ਹਾਂਜੀ, ਥੋੜੀ ਜਿਹੀ ਵੀਡੀਓ ਵਿੱਚੋਂ ਇੰਟਰਨੈਟ ਦੀ ਪ੍ਰੋਬਲਮ ਵੀ ਸੀਗੀ। ਤੇ ਬਾਕੀ ਸਹੀ ਗੱਲ ਕਹੀ ਅਮਰਦੀਪ ਭਾਜੀ ਕਿ ਇੱਕ ਬੰਦੇ ਨੇ ਜੇ ਕੁਝ ਕੀਤਾ ਹੋਵੇ, ਕੋਈ ਨਾ ਕੋਈ ਤੁਹਾਨੂੰ ਜਾਣਦਾ ਹੋ, ਬੜੀ ਵਧੀਆ ਤਰੀਕੇ ਨਾਲ, ਚਾਹੇ ਮਜ਼ਾਕ 'ਚ ਗੱਲ ਕੀਤੀ ਹੈ। ਇੱਕ ਤੁਸੀਂ ਤੱਤ ਦੇਖੋ, ਉਹ ਬੰਦੇ ਨੇ ਇੰਨਾ ਕੁਝ ਕੀਤਾ ਪਰ ਉਹਦਾ ਕੋਈ ਸਾਥੀ ਨਹੀਂ ਮਿਲ ਰਿਹਾ ਕਿੱਥੇ ਵੀ। ਉਹਦੇ ਕੋਈ ਸਕੂਲ ਪੜ੍ਹਦਾ ਹੋਵੇ ਜਾਂ ਕੋਈ ਜਿਹਨੇ ਚਾਹ ਪੀਤੀ ਹੋਵੇ। ਬੜਾ ਡੂੰਘੀ ਗੱਲ ਕੀਤੀ ਇਸ ਬੰਦੇ ਨੇ ਇਸ ਚੀਜ਼ ਦੇ। ਅਮਰਜੀਤ ਜੀ, ਇੱਕ ਬੰਦਾ ਹੀ ਨਹੀਂ ਹੈਗਾ,
ਤੇ ਸਿਮਰਤੀ ਇਰਾਨੀ ਨੂੰ ਦੇਖ ਲਓ, ਉਹਨੇ 3 ਵਾਰੀ ਪੇਪਰ ਭਰਿਆ, 3 ਵਾਰੀ ਉਹਦੀਆਂ ਕਲਾਸਾਂ 'ਚ ਫਰਕ ਪਈ ਜਾਂਦਾ। ਮੋਦੀ ਸਾਹਿਬ ਦੀ ਡਿਗਰੀ ਉਦੋਂ ਛਪੀ ਹੈ, ਕੰਪਿਊਟਰ ਨਾਲ ਬਣ ਗਈ ਜਦੋਂ ਕੰਪਿਊਟਰ ਨਹੀਂ ਸੀ ਹੁੰਦਾ। ਹਾਂਜੀ ਰਾਈਟ, ਸਹੀ ਗੱਲ ਹੈ ਜੀ। ਤੇ ਆਪਾਂ ਦੂਸਰੀ ਵੀਡੀਓ ਵੀ ਨਾਲ ਹੀ ਚਲਾ ਲਈਏ ਭਾਜੀ ਫਿਰ? ਬਿਲਕੁਲ ਬਿਲਕੁਲ ਵੀਰ ਜੀ, ਹਾਂਜੀ ਹਾਂਜੀ, ਕਿਉਂਕਿ ਉਹ ਵੀ ਰਿਲੇਟਡ ਹੈ ਇਸ ਚੀਜ਼ ਦੇ ਨਾਲ। ਹਾਂਜੀ ਤੁਸੀਂ ਕਰੋ ਗੱਲ ਬਣ ਜੀ ਭਾਜੀ, ਹੁਣ ਜੇ ਮੈਂ ਵੀਡੀਓ ਲੱਭ ਕੇ ਚਲਾਉਣਾ ਜੀ, ਤੁਸੀਂ ਕਰੋ ਗੱਲ। ਮੋਦੀ ਦੇ ਨਾਲ ਤਾਂ ਉਹ ਕਹਿੰਦਾ ਭਿਖਾਰੀ ਵੀ ਨਹੀਂ ਕੋਈ ਲੱਭਿਆ। ਭਿਖਾਰੀਆਂ ਦੀ ਵੀ ਜਥੇਬੰਦੀਆਂ ਹੁੰਦੀਆਂ ਵੀ ਇਕੱਠੇ ਮੰਗਦੇ ਆ, ਕੋਈ ਇੱਧਰ ਨੂੰ ਜਾਂਦਾ, ਕੋਈ ਆਪਦੇ ਏਰੀਏ ਵੰਡੇ ਹੁੰਦੇ ਆ ਇਹਨਾਂ ਨੇ। ਤੇ ਇਹਦੇ ਨਾਲ ਤਾਂ ਕੋਈ ਭਿਖਾਰੀ ਵੀ ਹੈ ਨਹੀਂ, ਭੀਖ ਦੇਣ ਵਾਲਾ ਵੀ ਹੈ ਨਹੀਂ। ਤੇ ਬਿਲਕੁਲ ਪੱਟਲ ਸਾਹਿਬ, ਬਿਲਕੁਲ। ਹਾਂ ਅਮਰਜੀਤ, ਜੇ ਆਪਣੇ ਕੋਲ 1 ਮਿੰਟ ਹੈਗਾ, ਪੱਟਲ ਸਾਹਿਬ ਤੁਸੀਂ ਇੱਕ ਜਨ ਅੰਦੋਲਨ ਦੇਖਿਆ ਹੋਊਗਾ ਆਪਣਾ? ਹਾਂਜੀ ਹਾਂਜੀ ਭਾਜੀ ਕਰੋ ਗੱਲ ਤੁਸੀਂ। ਕਿਹੜਾ ਜੀ? ਜਦੋਂ ਆਪਣਾ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ ਸੀਗੀ, ਹਾਂਜੀ, ਤੇ ਉਸ ਤੋਂ ਬਾਅਦ ਨਵੀਂ ਲੀਡਰਸ਼ਿਪ ਪੈਦਾ ਹੋਈ। ਲਾਲੂ ਪ੍ਰਸਾਦ ਯਾਦਵ, ਨਿਤੀਸ਼ ਕੁਮਾਰ, ਜਾਰਜ ਫਰਨਾਂਡਿਸ, ਬੜੇ ਵੱਡੇ ਵੱਡੇ ਲੀਡਰ ਜਿਹੜੇ ਜਨ ਅੰਦੋਲਨ ਚੋਂ ਨਿਕਲੇ ਸੀਗੇ। ਸੋ ਜੇਪੀ ਨਾਰਾਇਣ ਜਿਹੜਾ ਲੀਡਰ ਸੀ। ਹਾਂ ਬਿਲਕੁਲ ਜੀ, ਬਿਲਕੁਲ। ਕਾਨੂੰਨ ਮੰਤਰੀ ਰਵੀ ਪ੍ਰਸਾਦ ਵੀ ਉਹਨਾਂ 'ਚ ਵੀ ਉਦੋਂ ਦੇ ਹੀ ਹੈ। ਬਿਲਕੁਲ। ਇਹ ਫਿਰ 30-40 ਸਾਲ ਇਹ ਚੱਲਿਆ ਉਹਨਾਂ ਦਾ, ਜਿਵੇਂ ਦੌਰ ਚੱਲਿਆ ਉਹ ਲੀਡਰਸ਼ਿਪ ਦਾ। ਸੋ ਜੇ ਤੁਸੀਂ ਪੰਜਾਬ ਦੀ ਲੀਡਰਸ਼ਿਪ ਤੇ ਜੇ ਤੁਸੀਂ ਧਿਆਨ ਮਾਰੋ, ਬਾਦਲ, ਕੈਪਟਨ, ਇਹ ਪਿਛਲੇ 30-40 ਸਾਲ ਤੋਂ ਕੰਟੀਨਿਊ ਹੋ ਰਹੇ ਆ। ਸੋ ਜਿਵੇਂ ਕੁਦਰਤ ਵੀ ਵਰਤਾ ਰਹੀ ਆ, ਤੇ ਤੁਸੀਂ ਇਸ ਅੰਦੋਲਨ ਨੂੰ ਪੰਜਾਬ ਦੇ ਭਵਿੱਖ ਦੇ ਲਈ ਨਵੀਂ ਲੀਡਰਸ਼ਿਪ ਦੇ ਪੱਖੋਂ ਕਿਵੇਂ ਦੇਖਦੇ ਹੋ? ਇਹ ਜੀ ਜਿਵੇਂ ਇੰਦਰਾ ਨੇ ਅੱਤ ਚੱਕ ਲਈ ਸੀ, ਉਹਨੇ ਸਾਰਾ ਕੁਝ ਕੰਟਰੋਲ ਕਰ ਲਿਆ ਸੀ। ਉਹ ਕਿਸੇ ਨੂੰ ਬੋਲਣ ਨਹੀਂ ਸੀ ਦਿੰਦੀ। ਉਹ ਆਪਦੀਆਂ ਪਾਲਿਸੀਆਂ ਬਣਾ ਕੇ, ਆਪਦੇ ਧੱਕੇ ਕਰਕੇ ਸਾਰਾ ਕੁਝ ਉਹਨੇ ਅੰਡਰ ਕੰਟਰੋਲ ਕਰ ਲਿਆ। ਉਹਨੇ ਐਮਰਜੈਂਸੀ ਲਾਤੀ, ਤੇ ਜਿਹੜੀ ਕਿ ਬਹੁਤ ਗਲਤ ਸੀਗੀ ਲੋਕਾਂ ਦੇ ਹੱਕਾਂ ਤੇ। ਜਿਵੇਂ ਇਹਨਾਂ ਨੇ ਬਣਾਇਆ ਨਾ ਖੇਤੀ ਦਾ ਬਿੱਲ, ਆਈ ਇੱਕ ਕਿਸਮ ਦੀ ਐਮਰਜੈਂਸੀ ਸੀ ਵੀ ਲੋਕਾਂ ਦੀ ਸਾਰੀ ਆਜ਼ਾਦੀ ਖੋਹ ਲਈ, ਬਿਲਕੁਲ ਘਰਾਂ ਦੇ ਵਿੱਚ ਬੰਦ ਕਰਤੇ। ਤੇ ਪਰ ਲੋਕ ਉਸ ਨਾਲ ਇੰਨੇ ਉੱਠੇ, ਪੰਜਾਬ ਤੋਂ ਇਹ ਸ਼ੁਰੂ ਹੋਇਆ ਕੰਮ। ਤੇ ਉਹ ਸਾਰਾ ਨਵੇਂ ਹੀ ਲੀਡਰ, ਨਵੇਂ ਉਹਦੀਆਂ ਪਾਰਟੀਆਂ ਛੱਡ ਕੇ, ਇੱਕ ਜਗਜੀਵਨ ਰਾਮ ਹੁੰਦਾ ਸੀ, ਹੋਰ ਆ ਕੇ ਛੱਡ ਕੇ, ਤੇ ਉਹਨਾਂ ਸਾਰਿਆਂ ਨੇ ਇੱਕ ਨਵੀਂ ਪਾਰਟੀ ਬਣਾਈ। ਮੈਂ ਉਦੋਂ BA ਕਰਦਾ ਹੁੰਦਾ ਸੀਗਾ, ਤੇ ਅਸੀਂ ਵੀ ਟਰੱਕ ਭਰ ਕੇ ਜਗਜੀਵਨ ਰਾਮ ਨੇ ਲੁਧਿਆਣੇ ਰੈਲੀ ਕਰਨੀ ਸੀ, ਉੱਥੇ ਅਸੀਂ ਗਏ ਸੀਗੇ। ਤੇ ਇਹ ਜਾਣੀ ਦੀ ਉਹ ਏਡਾ ਵੱਡਾ ਤਕੜਾ, ਉਦੋਂ ਆਟੋਮੈਟਿਕਲੀ ਬੰਦ ਹੋ ਜਾਂਦਾ ਸੀ ਸਾਰਾ ਕੁਝ, ਤੇ ਆਪੇ ਹੀ ਵੱਡੇ ਵੱਡੇ ਅੰਦੋਲਨ, ਕੋਈ ਹਜ਼ਾਰਾਂ ਦੇ ਵਿੱਚ। ਸੇਮ ਥਿੰਗ ਜਿਵੇਂ ਹੁਣ ਵਾਲਾ ਐਜੀਟੇਸ਼ਨ ਚੱਲ ਰਹੀ ਆ, ਵੀ ਲੋਕਾਂ ਨੂੰ ਬਿਨਾਂ ਕਹਿਣ ਤੋਂ ਹੀ ਲੋਕ ਹੀ ਆਪ ਮੁਹਾਰੇ ਦਿੱਲੀ ਨੂੰ ਜਾ ਰਹੇ ਆ, ਬਾਹਰ ਬੈਠੇ ਹਰ ਥਾਂ ਆਪ ਮੁਹਾਰੇ। ਜਿਹੜੇ ਕਦੇ ਕਿਸੇ ਨੇ, ਅੱਜ ਮੈਂ ਇੱਕ ਮਾਤਾ ਦੀ ਉੱਥੇ ਇੰਟਰਵਿਊ ਸੁਣਦਾ ਸੀ, ਉਹ ਕਹਿੰਦੀ, ਉਹਨੂੰ ਪੁੱਛਦੇ ਆ ਵੀ ਤੂੰ, ਉਹ ਮੇਰਾ ਖਿਆਲ ਆ 80 ਕੁ ਸਾਲ ਦੇ ਨੇੜੇ ਹੋਊ, ਉਹਨੂੰ ਪੁੱਛਦੇ ਆ ਪ੍ਰਾਈਮ ਏਸ਼ੀਆ ਵਾਲੇ, ਵੀ ਤੁਸੀਂ ਬੀਬੀ ਜੀ ਕਿ ਪਹਿਲਾਂ ਕਦੇ ਕਿਸੇ ਅੰਦੋਲਨ 'ਚ ਗਏ ਹੋ? ਕਹਿੰਦੀ ਨਾ। ਕਹਿੰਦੇ ਫਿਰ ਤੁਸੀਂ ਇੱਥੇ ਕਾਹਤੇ ਆ ਗਈ? ਕਹਿੰਦੀ ਮੇਰੇ ਸਾਰੇ ਪੁੱਤ ਪੋਤੇ ਸਾਰੇ ਇੱਥੇ ਆ। ਵੀ ਮੈਂ ਕਿਹਾ ਵੀ ਮੈਂ ਘਰੇ ਬੈਠ ਕੇ ਇਕੱਲੀ ਨੇ ਕੀ ਕਰਨਾ, ਮੈਂ ਵੀ ਜਿੰਨਾ ਕੁ ਹੱਥ ਵੱਟਦਾ ਉਹ ਵਟਾਉਂਗੀ। ਤੇ ਮੈਂ ਕਹਿੰਦੀ ਨਾਲੇ ਇਹ ਵੀ ਚਾਹੁੰਦੀ ਆ ਵੀ ਮੈਂ ਇਹਨਾਂ ਤੋਂ ਪਹਿਲਾਂ ਮਰਾਂ। ਜੇ ਇਹਨਾਂ ਨੇ ਕੋਈ ਅਤਿਆਚਾਰ ਕਰਨਾ, ਜੇ ਕੋਈ ਗੋਲੀ ਚਲਾਉਣੀ ਆ, ਤਾਂ ਮੈਂ ਮੂਹਰੇ ਹੋਣਾ ਇਹਨਾਂ ਤੋਂ ਪਹਿਲਾਂ। ਤੇ ਦੇਖੋ ਤੁਸੀਂ ਇਹ ਗੱਲਾਂ ਜਿਹਨਾਂ ਲੋਕਾਂ ਨੇ ਕਦੇ ਕੋਈ ਦੇਖਿਆ ਹੀ ਨਹੀਂ, ਨਾ ਤਾਂ ਕੋਈ ਮੁਜ਼ਾਹਰਾ ਦੇਖਿਆ, ਨਾ ਕਿਸੇ ਧਰਨੇ ਤੇ ਗਏ, ਉਹ ਲੋਕ ਮੂਹਰਲੀ ਕਤਾਰ 'ਚ ਹੋਏ ਫਿਰਦੇ ਆ। ਤੇ ਇੱਕ ਆਪਣੀਆਂ ਬੀਬੀਆਂ, ਤੁਸੀਂ ਜਿਹਦੇ ਮਰਜ਼ੀ, ਮੈਂ ਹੈਰਾਨ ਹੁੰਨਾ ਵੀ ਲੋਕ ਕਿੰਨੇ ਐਜੂਕੇਟਡ ਕਰਤੇ ਇਸ ਜਿਹੜੀ ਮੂਵਮੈਂਟ। ਉਹ ਜਿਹਦੇ ਮਰਜ਼ੀ ਤੁਰੇ ਜਾਂਦੇ, ਜੱਟ ਦੇ, ਕਿਸੇ ਬੈਠੇ ਦੇ, ਕਿਸੇ ਕੁੜੀ ਦੇ, ਕਿਸੇ ਬੱਚੇ ਦੇ ਮੂਹਰੇ ਮਾਈਕ ਕਰ ਦਿੰਦੇ ਆ, ਕਿਸੇ ਵੀ ਮੀਡੀਆ ਵਾਲੇ, ਤੇ ਉਹ ਠੋਕ ਕੇ ਜਵਾਬ ਦਿੰਦੇ ਆ। ਤੇ ਨਾਲ ਇਹ ਨਿਸ਼ਚੇ ਨਾਲ ਕਹਿੰਦੇ ਵੀ ਅਸੀਂ ਇਹ ਜਿੱਤ ਕੇ ਜਾਵਾਂਗੇ, ਇਹ ਸਾਡੀ ਆਪਦੀ ਲੜਾਈ ਆ, ਸਾਡੀ ਰੋਟੀ ਰੋਜੀ ਦੀ ਲੜਾਈ ਆ। ਇਹ ਬਹੁਤ ਵਧੀਆ ਵੱਡਾ ਪੱਖ ਆ। ਇੱਕ ਮਿੰਟ ਡਾਕਟਰ ਸਾਹਿਬ, ਥੋੜੇ ਕੁਐਸਚਨ ਦੇ ਨਾਲ ਹੀ ਤੁਸੀਂ ਭੱਟਰ ਸਾਹਿਬ ਨੂੰ ਕੁਐਸਚਨ ਕੀਤਾ ਨਾ ਵੀ ਇਹ ਘੋਲ ਪੰਜਾਬ ਦੇ ਭਵਿੱਖ ਲਈ ਕੀ ਦੇ ਕੇ ਜਾਊਗਾ। ਮੇਰਾ ਇੱਕ ਕੁਐਸਚਨ ਹੈ ਤੁਹਾਨੂੰ ਸਾਰਿਆਂ ਨੂੰ, ਵੀ ਇਸ ਵੇਲੇ ਕਾਂਗਰਸ ਦੀ ਸਰਕਾਰ ਸੀਗੀ ਪੰਜਾਬ ਦੇ ਵਿੱਚ, ਜਿਹੜੀ ਆਪੋਜੀਸ਼ਨ 'ਚ ਆ, ਅਗਰ ਇੱਥੇ ਬਾਦਲ ਸਾਹਿਬ ਦੀ ਸਰਕਾਰ ਹੁੰਦੀ, ਭਾਜਪਾ ਦੇ ਉਹ ਸੰਗੀ ਸੀਗੇ, ਤਾਂ ਘੋਲ ਦਾ ਕੀ ਹੁੰਦਾ? ਰਾਈਟ। ਫਿਰ ਇਹ ਘੋਲ ਆ ਜਿਹੜਾ ਇਹ ਜਿਵੇਂ ਹਰਿਆਣੇ 'ਚ ਹੋਈ ਆ ਨਾ, ਫਿਰ ਇਹ ਘੋਲ ਨਾ ਪਹਿਲਾਂ ਪੰਜਾਬ 'ਚ ਹੀ, ਜਦੋਂ ਤੇ ਇਹ 2-3 ਮਹੀਨੇ ਪਹਿਲਾਂ ਸ਼ੁਰੂ ਹੋਇਆ ਸੀ, ਉੱਥੇ ਹੀ ਇਹ ਦੱਬਿਆ ਜਾਣਾ ਸੀਗਾ। ਇਹ ਸੋਚਣ ਵਾਲੀ ਕਾਫੀ ਤਸ਼ੱਦਦ ਹੋਣਾ ਸੀ। ਆਪਣੇ ਕੋਲੇ ਬਰਗਾੜੀ ਗਵਾਹ ਜੀ, ਕੋਟਕਪੂਰਾ, ਬਾਈਬਲ ਕਲਾਂ, ਇਹੀ ਸੰਘਰਸ਼ ਆਪਣਾ ਪੰਜਾਬ 'ਚ ਸੰਘਰਸ਼ ਉੱਠਦੇ ਆਏ ਆ। ਪਰ ਆਪਣੀਆਂ ਸੂਬਾ ਸਰਕਾਰਾਂ ਉਹਨਾਂ ਨੂੰ ਜ਼ਬਰ ਤੇ ਜ਼ੁਲਮ ਦੇ ਨਾਲ ਦਬਾਉਂਦੀਆਂ ਆਈਆਂ।
ਪਰ ਇਹ ਜਿਹੜਾ ਸੰਘਰਸ਼ ਉੱਠਿਆ ਨਾ, ਜਿਵੇਂ ਇੰਦਰਾ ਗਾਂਧੀ ਖਤਮ ਹੋ ਗਈ ਸੀ, ਕਾਂਗਰਸ ਖਤਮ ਹੋ ਗਈ ਸੀ ਐਮਰਜੈਂਸੀ ਲਾਉਣ ਤੋਂ ਬਾਅਦ, ਇਸ ਨਾਲ ਜਿੰਨੀਆਂ ਰਵਾਇਤੀ ਪਾਰਟੀਆਂ ਵਾ ਉਹ ਬਿਲਕੁਲ ਖਤਮ ਹੋ ਜਾਣਗੀਆਂ, ਚਾਹੇ ਅਕਾਲੀ ਦਲ ਹੋਵੇ, ਚਾਹੇ ਬੀਜੇਪੀ ਹੋਵੇ, ਚਾਹੇ ਕਾਂਗਰਸ ਹੋਵੇ, ਤੇ ਚਾਹੇ ਹੋਵੇ ਉਹਦੀ ਮਾਇਆਵਤੀ ਦੀ ਪਾਰਟੀ, ਕੋਈ ਵੀ ਹੈ। ਬਿਲਕੁਲ ਦੇਖਿਓ ਤੁਸੀਂ, ਇਹਦੇ ਵਿੱਚ ਸਫਾਇਆ ਹੋ ਜਾਊਗਾ ਤੇ ਨਵੀਂ ਪਾਰਟੀ ਉੱਠੂਗੀ ਐਮਰਜੈਂਸੀ ਵਾਂਗੂ ਇੱਕ, ਤੇ ਜਿਹੜੀ ਬੜੀ ਵਧੀਆ ਹੋਊਗੀ। ਹੋ ਸਕਦਾ ਆਮ ਆਦਮੀ ਪਾਰਟੀ ਦਾ ਵੀ ਬੜਾ ਵੱਡਾ ਇਹਦੇ 'ਚ ਰੋਲ ਹੋਵੇਗਾ। ਹਾਂ ਭੱਠਲ ਸਾਹਿਬ, ਉਹਦੇ ਵਿੱਚ ਆਮ ਆਦਮੀ ਪਾਰਟੀ ਵਰਗੀ ਪਾਰਟੀ ਦਾ ਆਉਣਾ ਜ਼ਰੂਰੀ ਹੈ। ਉਹ ਕਿਉਂ ਜ਼ਰੂਰੀ ਹੈ ਬਈ, ਅੱਜ ਦਿੱਲੀ ਦੇ ਵਿੱਚ ਕਿਉਂਕਿ ਯੂਨੀਅਨ ਟੈਰਾਟੋਰੀ ਆ, ਉੱਥੇ ਇੱਕ ਮੁੱਖ ਮੰਤਰੀ ਨੂੰ SHO ਘੂਰੀ ਜਾਂਦਾ। ਰਾਤ ਮਨੀਸ਼ ਸਿਸੋਦੀਆ ਦਾ ਘਰ ਭੰਨ ਕੇ ਉਹਦੇ ਅੰਦਰ ਵੜ ਗਏ। ਜਿੰਨਾ ਚਿਰ ਪੂਰਨ ਰਾਜ ਦਾ ਦਰਜਾ ਨਹੀਂਗਾ, ਮੁੱਖ ਮੰਤਰੀ ਦੇ ਅੰਡਰ ਸਾਰਾ ਕੁਝ ਨਹੀਂ ਹੈਗਾ। ਹੁਣ ਪੰਜਾਬ ਦੇ ਵਿੱਚ DGP ਵੀ ਮੁੱਖ ਮੰਤਰੀ ਸਾਹਿਬ ਦੇ ਪੈਰਾਂ 'ਚ ਬਹਿੰਦੇ ਆ, ਤੇ ਉੱਥੇ ਇੱਕ ਹੌਲਦਾਰ ਵੀ ਕਿਸੇ ਪਾਰਟੀ ਵਾਲੇ ਬੰਦੇ ਨੂੰ ਡਿਪਟੀ ਮੁੱਖ ਮੰਤਰੀ ਨੂੰ ਮੁੱਖ ਮੰਤਰੀ ਨਹੀਂ ਸਮਝਦਾ। ਸੋ ਇਹਦੇ ਲਈ ਪੰਜਾਬ ਵਿੱਚ ਜਾਂ ਕਿਤੇ ਵੀ ਆਮ ਆਦਮੀ ਪਾਰਟੀ ਵਰਗੀ ਕਿਸੇ ਵੀ ਸਰਕਾਰ ਦਾ ਆਉਣਾ ਜ਼ਰੂਰੀ ਆ, ਉੱਥੇ ਜਿੱਥੇ ਪੂਰਨ ਰਾਜ ਦਾ ਦਰਜਾ ਹੋਵੇ, ਤੇ ਉਹ ਜਿਹੜੇ ਨਿਆਇਕ ਹਾਲਤ ਪੂਰੀ ਤਰ੍ਹਾਂ ਬਹਾਲ ਕਰ ਸਕੇ, ਆਪਦੇ ਕਾਨੂੰਨਾਂ ਨੂੰ ਲੋਕਾਂ ਦੇ ਲਈ ਪੂਰੀ ਤਰ੍ਹਾਂ ਲਾਗੂ ਕਰ ਸਕੇ। ਅਦਰਵਾਈਜ਼ ਮੈਂ ਇੱਕ ਗੱਲ ਐਡ ਕਰਨੀ ਚਾਹੁੰਦਾ ਇਹਦੇ 'ਚ, ਜੇ ਮੰਨ ਲਓ ਹੁਣ ਤੁਸੀਂ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ, ਜੇ ਦਿੱਲੀ ਦੇ ਵਿੱਚ ਕੇਜਰੀਵਾਲ ਨਾ ਹੁੰਦਾ ਔਰ ਜੇ ਉਹ 9 ਸਟੇਡੀਅਮ ਦੇ ਦਿੰਦਾ ਇਹਨਾਂ ਨੂੰ ਜੇਲ੍ਹਾਂ 'ਚ ਬਣਾਉਣ ਲਈ, ਤੇ ਇਹ ਸੰਘਰਸ਼ ਸਫਲ ਨਹੀਂ ਹੋਣਾ ਸੀ, ਕਿਉਂਕਿ ਉਹਨਾਂ ਨੇ ਵੱਖਰੀ ਜਗ੍ਹਾ ਤੇ ਇਹਨਾਂ ਨੂੰ ਲਾ ਦੇਣਾ ਸੀ, ਤੇ ਉਹ ਤੋੜ ਕੇ ਤਾਂ ਸੰਘਰਸ਼ ਨੂੰ ਤੋੜ ਸਕਦੇ ਸੀ। ਇਹ ਵੀ ਇੱਕ ਬਹੁਤ ਵੱਡੀ ਐਡਵਾਂਟੇਜ ਰਹੀ ਇਸ ਸੰਘਰਸ਼ ਦੇ ਪਿੱਛੇ ਕਿ ਕੇਜਰੀਵਾਲ ਉੱਥੇ ਬੈਠਾ, ਉਹਨੇ ਪੂਰੀ ਸਪੋਰਟ ਕੀਤੀ। ਉਹ ਇੱਕੋ ਹੀ CM ਆ ਜਿਹੜਾ ਕਿ ਮੋਦੀ ਦੇ ਖਿਲਾਫ ਬਿਲਕੁਲ ਡਟ ਕੇ ਖੜਾ ਹੋ ਗਿਆ ਵੀ ਮੈਂ ਤਾਂ ਜੀ ਇਹਨਾਂ ਦਾ ਸਾਥ ਦਊਂਗਾ। ਮੈਂ ਤਾਂ ਸਿਰਫ ਉਹਨਾਂ ਲੋਕਾਂ ਨੂੰ ਕਹਿੰਦਾ ਆ ਜਿਹੜੇ ਲੋਕੀ ਚਲੋ ਆਪਣੀ ਮੱਤ ਦੇ ਨਾਲ ਚੱਲੇ ਹੋਏ ਆ, ਜਿਹੜੇ ਮੋਦੀ ਦੇ ਨਾਲ ਨਹੀਂ ਖੜੇ, ਕਿਸੇ ਹੋਰ ਬੰਦਿਆਂ ਨਾਲ ਖੜੇ ਆ, ਪਰ ਉਹ ਅੱਜ ਕੇਜਰੀਵਾਲ ਨੂੰ ਭੰਡ ਰਹੇ ਆ। ਅਸੀਂ ਤਾਂ ਉਹਨਾਂ ਨੂੰ ਇਹ ਰਿਕੁਐਸਟ ਕਰਦੇ ਆ, ਭਰਾਵੋ ਇਨਸਾਨੀਅਤ ਦੇ ਤੌਰ ਤੇ, ਕਿਸੇ ਪੋਲੀਟੀਕਲ ਤੌਰ ਤੇ ਨਾ ਦੇਖੋ। ਇਹ ਉਹ ਬੰਦਾ ਦਿਲੋਂ ਤੁਰਿਆ ਹੋਇਆ ਤੁਹਾਡੇ ਨਾਲ, ਉਹ ਪੋਲੀਟੀਕਲ ਤੌਰ ਦਾ ਕੋਈ ਫਾਇਦਾ ਨਹੀਂ ਲੈ ਰਿਹਾ, ਕਿਉਂਕਿ ਪੋਲੀਟੀਕਲੀ ਤੌਰ ਤੇ ਉਹ ਕੰਮ ਦੇ ਉੱਤੇ ਗੱਲ ਕਰਦਾ, ਕਹਿੰਦਾ ਜੇ ਮੈਂ ਕੰਮ ਕੀਤਾ ਤਾਂ ਮੈਨੂੰ ਵੋਟ ਪਾਓ। ਉਹ ਇਸ ਚੀਜ਼ ਦੇ ਉੱਤੇ ਕਦੀ ਵੀ ਪੋਲਿਟਿਕਸ ਨਹੀਂ ਕਰੇਗਾ। ਸੋ ਇਹ ਜਿਹੜੀ ਚੀਜ਼ ਹੈ ਵੀ ਬਹੁਤ ਫਾਇਦੇ 'ਚ ਰਹੀ, ਕਿਉਂਕਿ ਕੇਜਰੀਵਾਲ ਦੀ ਸਰਕਾਰ ਆ, ਆਮ ਆਦਮੀ ਪਾਰਟੀ ਆ ਜਿਹੜੀ। ਬਿਲਕੁਲ, ਇਹ ਦੋਨੇ ਚੀਜ਼ਾਂ ਇਸ ਸੰਘਰਸ਼ ਦੇ ਲਈ ਬਹੁਤ ਸਹਾਈ ਸਿੱਧ ਹੋਈਆਂ ਨੇ ਕਿ ਇੱਥੇ ਕਾਂਗਰਸ ਦੀ ਸਰਕਾਰ ਸੀ, ਅਕਾਲੀਆਂ ਦੀ ਨਹੀਂ ਸੀਗੀ, ਤੇ ਉੱਥੇ ਦਿੱਲੀ ਦੇ ਵਿੱਚ ਭਾਜਪਾ ਦੀ ਨਹੀਂ ਸੀਗੀ, ਤੇ ਉਹ ਉੱਥੇ ਆਮ ਆਦਮੀ ਪਾਰਟੀ ਦੀ ਸੀ। ਅੱਛਾ ਜੀ, ਜਿਹੜਾ ਵੀਡੀਓ ਵੀ ਰੈਡੀ ਆ। ਹਾਂਜੀ ਭਾਜੀ ਕਰੋ। ਹਾਂਜੀ ਅੰਕਲ ਜੀ, ਇਹ ਜਿਹੜਾ ਭੰਡਦੇ ਆ ਨਾ ਲੋਕ, ਇਹ ਜਿਹੜੇ ਆਮ ਬੰਦੇ ਆ ਉਹ ਨਹੀਂ ਭੰਡਦੇ। ਆਮ ਬੰਦੇ ਲੋਕ ਗੱਲ ਸਮਝਦੇ ਆ ਇਹ ਵੀ ਕੇਜਰੀਵਾਲ ਕੀ ਕੁਛ ਕਰ ਰਿਹਾ ਉੱਥੇ, ਤੇ ਕੇਜਰੀਵਾਲ ਉਹਦੀ ਜਿਹੜੀ ਆ ਰਿਟਾਲੀਏਸ਼ਨ ਆ ਜਿਹੜੀ ਉਹ ਸੈਂਟਰ ਗਵਰਨਮੈਂਟ ਤੋਂ ਚੱਲ ਰਿਹਾ, ਉਹਦੇ ਉਲਟ ਉਹਦਾ ਘਰ ਸੀਲ ਕਰ ਦਿੱਤਾ ਗਿਆ, ਉਹਨੂੰ ਬਾਹਰ ਨਹੀਂ ਨਿਕਲਣ ਦਿੰਦੇ। ਮਨੀਸ਼ ਸਿਸੋਦੀਆ ਦੇ ਘਰ ਦੇ ਭੰਨ ਕੇ ਅੰਦਰ ਵੜਦੇ ਆ ਬੱਚੇ, ਆਹ ਬਾਹਰਲੇ ਜਿਹੜੇ ਗੁੰਡੇ ਆ ਇਹਨਾਂ ਦੇ, BJP ਦੇ, RSS ਦੇ। ਤੇ ਇਹਨਾਂ 'ਚ ਲੋਕਾਂ 'ਚ ਇੰਨੀ ਹਿੰਮਤ ਨਹੀਂ ਨਾ, ਪਹਿਲਾਂ ਪੰਜਾਬ ਦੇ ਹੁਣ ਜਥੇਬੰਦੀ ਆਮ ਆਦਮੀ ਪਾਰਟੀ ਨੇ ਕੁਐਸਚਨ ਕਰਨ ਲਾਤੇ, ਦਿੱਲੀ 'ਚ ਕਰਨ ਲਾਤੇ। ਇਹਨਾਂ ਲੋਕਾਂ 'ਚ ਇੰਨੀ ਹਿੰਮਤ ਨਹੀਂ ਕਿਸੇ ਪਿੰਡ ਦੇ ਸਰਪੰਚ ਜਿਹੜਾ ਕਿਸੇ ਪਾਰਟੀ ਨੂੰ ਬਿਲੋਂਗ ਕਰਦਾ ਉਹਨੂੰ ਕੋਈ ਕੁਐਸਚਨ ਪੁੱਛ ਲਵੇ। ਕਿਸੇ MLA ਨੂੰ ਪੁੱਛਣਾ ਜਾਂ ਮਿਨਿਸਟਰ ਨੂੰ ਪੁੱਛਣਾ ਤਾਂ ਬਹੁਤ ਦੂਰ ਦੀਆਂ ਗੱਲਾਂ। ਇਹ ਜਿਹੜਾ ਮਨੀਸ਼ ਸਿਸੋਦੀਆ ਜਾਂ ਕੇਜਰੀਵਾਲ ਦੇ ਥੱਪੜ ਮਾਰ ਦੇਣੇ, ਉਹਨਾਂ ਦੇ ਘਰਾਂ ਦੇ ਵਿੱਚ ਵੜ ਜਾਣਾ, ਉਹਨਾਂ ਨੂੰ ਬੰਦ ਕਰ ਦੇਣਾ, ਇਹ ਸਿਰਫ BJP RSS ਦੇ ਗੁੰਡੇ ਕਰ ਸਕਦੇ ਆ, ਤੇ ਆਮ ਲੋਕ ਨਹੀਂ। ਆਮ ਲੋਕ ਉਹਨਾਂ ਦੇ ਉਲਟ ਬੋਲ ਵੀ ਨਹੀਂ ਸਕਦੇ। ਲੋਕ ਬਹੁਤ ਹੁਣ ਗੱਲ ਸਮਝਦੇ ਆ। ਹਾਂਜੀ, ਮੈਂ ਮਾੜੀ ਵੀਡੀਓ ਪਲੇ ਕਰਨ ਲੱਗਾ ਭਾਜੀ, ਜਿਹੜੀ ਤੁਸੀਂ ਕਹਿੰਦੇ ਸੀਗੇ। मैं आपने उनके लिए कहा now listen, he became the prime minister and I have worked for him. I have spent money, tons of money out of my own pocket on him, and I believe that he would never have been elected except for my help. But the day the election results were announced, ये कोई कुदरत का हिसाब है जो मेरे को ये ख्याल आया कि on the next day I wrote my piece in the Sunday Guardian. I used to write a weekly piece. वो शायद आपको पैसे देके छपवाना पड़ा था। पैसे दिए थे आपने छपवाने के लिए उसको? किसको? कुछ पे किया था ना उसके लिए? संडे गार्डियन ने पैसे लेकर छापा था वो? नहीं, दूसरी बात बताता हूँ आपको। Sunday Guardian में I wrote my piece in which I said that Mr. Modi, congratulations on your spectacular success, and I am very proud that I have some small contribution to make to your success. But I am writing this to tell you
that I am living in the departure lounge of God's airport. I want nothing from you and nothing means nothing. Now fulfill your promises to the people of India. ये मेरे को एक आकाशवाणी आई जो मैं ये आर्टिकल लिखा, नहीं तो ये हरामजादे सब कहते हैं कि इसको हमने मिनिस्टर नहीं बनाया तभी ये झूठ बोल रहा है। क्या देखो कुदरत है। एंड टुडे आई एम अमेज्ड that after the day on which the election results were announced, Modi has not even taken up the phone once and thanked me that Ram, thanks. He is an ungrateful rascal, and I hope you will have to repeat these words on my interview. Don't delete them. And he will soon see the results of the evidence which is coming up. The first piece of evidence I want to tell you now. He promised during the election campaign के अंदर उन्होंने पब्लिक को कहा बार बार हर लेक्चर में कि ये जो $1,500 million मीन्स 90 लाख करोड़ रुपए फॉरेन बैंक्स में है, मैं ये वापस लाऊंगा और हर एक गरीब के घर में 15 लाख पहुंचाऊंगा। दिस इज इलेक्शन एवरी lecture that he delivered. Well, after 2 years, not $1 has come, not 1 rupee has come. I am a highly educated person. I practiced law for 75 years. I know the crooks of the world, I know the good people of the world. With all my experience and education, Modi has made a fool of me. He made me believe that he was serious about black money being recovered, which he was not, because now his party president has told you that it was all a joke, and he has not controverted it. He has, on the contrary, given Amit Shah a second term. हिंदुस्तान के एक एक गरीब आदमी को मुफ्त में 15-20 लाख रुपए भी मिल जाएगा। 15 लाख रुपए अकाउंट में क्यों नहीं आ रहे? देखिए, ये जुमला है। किसी के अकाउंट में 15 लाख रुपया कभी नहीं जाता, वो उनको भी मालूम है और आपको भी मालूम है, देश की जनता को भी मालूम है। किसी को कैश कभी नहीं दिया जाता, वो सबको मालूम है। ये भाषण देने का एक तरीका है, एक जुमला है। अगर किसी ने ये मान के वोट दे दिया कि मेरे अकाउंट में तो 15 लाख आ रहे हैं, जैसा वो कह रहे हैं, ऐसा कोई नहीं मानना चाहिए। आप बताइए ना, आप मानते हैं? नहीं, मैं तो ये मानता हूं कि ये चुनावी भाषण में वजन डालने के लिए बोली गई हुई बात है। So I said, they are cheats. They are conspirators in cheating you. And so much of a conspirator is also Arun Jaitley. Why did he keep? ਹਾਂਜੀ ਅਮਰਦੀਪ ਭਾਜੀ ਤੁਸੀਂ ਕਰੋ ਗੱਲਬਾਤ ਇੱਥੇ। ਹਾਂਜੀ ਹਾਂਜੀ ਜਿਵੇਂ ਕਿ ਆਪਾਂ ਹੁਣ ਵੀਡੀਓ ਵਾਚ ਕੀਤੀ ਆ, ਸੋ ਬੇਸਿਕਲੀ ਮੋਦੀ ਸਰਕਾਰ ਝੂਠ ਦੇ ਸਹਾਰੇ ਗਵਰਨਮੈਂਟ ਬਣਾਈ ਸੀ ਇਹਨਾਂ ਨੇ, ਤੇ ਫਿਰ ਇਹਨਾਂ ਨੇ ਈਵੀਐਮ ਦਾ ਜੁਗਾੜ ਸੈੱਟ ਕਰ ਲਿਆ, ਤੇ ਇਹਦਾ ਮਤਲਬ ਇਲੈਕਸ਼ਨ ਤਾਂ ਹੁਣ ਇਹਨਾਂ ਦੇ ਹੱਥ ਆ। ਤੋ ਜੇ ਹੁਣ ਇਸ ਨੂੰ ਸਰਕਾਰ ਨੂੰ ਉਠਾ ਕੇ ਸਿੱਟਣਾ ਤਾਂ ਉਹ ਲੋਕਾਂ ਨੇ ਸਿੱਟਣਾ, ਲੋਕਾਂ ਦੀ ਕ੍ਰਾਂਤੀ ਨੇ, ਲੋਕਾਂ ਦੇ ਵਿਦਰੋਹ ਨੇ, ਤੇ ਜਿਹੜੀ ਇਹ ਸ਼ੇਪ ਇੱਕ ਕਿਸਾਨ ਅੰਦੋਲਨ ਭਾਈ ਤੁਹਾਡੀ ਆਵਾਜ਼ ਮਿਊਟ ਹੋ ਗਈ ਨੇ। ਸੌਰੀ। ਸੋ ਇਹ ਕਿਸਾਨ ਅੰਦੋਲਨ ਇੱਕ ਭਾਰਤ ਦੇ ਦੱਬੇ ਕੁਚਲੇ ਲੋਕਾਂ ਦੇ ਇੱਕ ਚਾਨਣ ਮੁਨਾਰਾ ਸਾਬਤ ਹੋ ਰਿਹਾ। ਜੇ ਤੁਸੀਂ ਪਹਿਲਾਂ ਦੇਖੋ, ਮੁਸਲਮਾਨ ਵੀਰਾਂ ਨਾਲ ਸਾਡੇ ਨਾਲ ਧੱਕਾ ਹੋਇਆ, ਪਹਿਲਾਂ ਨੋਟਬੰਦੀ ਕੀਤੀ ਗਈ, CA NPR ਸਾਰੇ ਕਾਨੂੰਨ ਬਣਾਏ ਗਏ, ਕਸ਼ਮੀਰ ਜਿਹੜਾ ਕਿ ਇਸ ਵਕਤ ਇਹਨਾਂ ਨੇ ਇੱਕ ਕਿਸਾਨਾਂ ਨੂੰ ਤਾਂ ਇਹ ਕਹਿ ਰਹੇ ਆ ਨਾ ਕਿ ਮੂੰਹ ਜ਼ਬਾਨੀ ਕਹਿ ਰਹੇ ਕਿ MSP ਬੰਦ ਨਹੀਂ ਹੋਊਗੀ। ਕਸ਼ਮੀਰ ਦਾ ਸਾਡਾ ਸਮਝੌਤਾ ਸੀਗਾ ਬੜੇ ਲੌਂਗ ਟਰਮ ਤੋਂ, ਉਹਦਾ ਕੀ ਬਣਿਆ? ਲਿਖਤੀ ਸਮਝੌਤੇ ਵੀ ਤੋੜ ਦਿੱਤੇ ਗਏ। ਸੋ ਇਸ ਗਵਰਨਮੈਂਟ ਨੂੰ ਜਲਦੀ ਤੋਂ ਜਲਦੀ ਗਵਰਨਮੈਂਟ ਨੂੰ ਚੱਲਦਾ ਕਰਨਾ, ਇਹੀ ਸਾਡੀ ਦੁਆ ਆ। ਬਿਲਕੁਲ ਭਾਜੀ।
ਔਰ ਐਂਡ ਦੇ ਵਿੱਚ ਹੁਣ ਸਾਡੇ ਕੋਲ ਥੋੜੇ ਮਿੰਟ ਰਹਿ ਗਏ ਨੇ, ਆਪਾਂ ਥੋੜੇ 2 ਮਿੰਟ 1-2 ਮਿੰਟ ਲੈ ਕੇ ਆਪਾਂ ਇਸ ਸੈਸ਼ਨ ਨੂੰ ਬੰਦ ਕਰ ਰਹੇ ਹਾਂ। ਹਾਂਜੀ ਰਣਜੀਤ ਭਾਜੀ ਤੁਸੀਂ ਸ਼ੁਰੂ ਕਰੋ, ਫਿਰ ਅਜੀਤ ਅੰਕਲ ਦੀ ਗੱਲ ਕਰਨਗੇ। ਹਾਂਜੀ ਹਾਂਜੀ, ਨਹੀਂ ਬਿਲਕੁਲ, ਮੈਂ ਜਿਸ ਤਰ੍ਹਾਂ ਰਾਮ ਜੇਠ ਮਲਾਨੀ ਹੁਣਾਂ ਨੇ ਦੱਸਿਆ ਵਾ, ਇਹ ਬਿਲਕੁਲ ਪੱਕੀ ਗੱਲ ਆ ਵੀ ਇਹਨਾਂ ਨੇ ਬਹੁਤ ਜ਼ੋਰ ਲਾਇਆ ਮੋਦੀ ਸਾਹਿਬ ਉਹਨਾਂ ਨੂੰ ਜਿੱਤਣ ਦੇ ਲਈ। ਔਰ ਇਹਨਾਂ ਦੇ ਲੀਗਲ ਐਡਵਾਈਜ਼ਰ ਸੀਗੇ ਇਹ, ਕਿਉਂਕਿ ਕਹਿੰਦੇ 75 ਸਾਲ ਤਾਂ ਮੈਨੂੰ ਲਾ ਦੀ ਪ੍ਰੈਕਟਿਸ ਕਰਦਿਆਂ ਹੋ ਗਏ, ਪਰ ਇਹਨਾਂ ਨੇ ਤਨ ਮਨੋਂ ਜ਼ੋਰ ਲਾਇਆ। ਕੋਲੋਂ ਕਿਉਂ ਦੱਸ ਰਿਹਾ ਵੀ ਪੈਸਾ ਵੀ ਬਹੁਤ ਲਾਇਆ, ਪਰ ਗੱਲ ਇੱਥੇ ਇਹ ਹੈਗੀ ਆ ਵੀ ਸਾਡੀ ਬਦਕਿਸਮਤੀ ਆ ਵੀ ਅਸੀਂ ਥੋੜੇ ਚਿਰ ਬਾਅਦ ਨਾ ਉਹ ਚੀਜ਼ ਨੂੰ ਭੁੱਲ ਕੇ ਸਾਡੇ ਮੂਹਰੇ ਹੋਰ ਮੁੱਦਾ ਆ ਜਾਂਦਾ, ਅਸੀਂ ਉਹ ਯਾਦ ਕਰ ਲੈਂਦੇ ਹਾਂ। ਅੱਛਾ, ਉਹ ਤਾਂ 15 ਲੱਖ ਦੀ ਗੱਲ ਸੀਗੀ, ਤੇ ਜਿੱਦਣ ਕੈਪਟਨ ਸਾਹਿਬ ਨੇ ਕਿਹਾ ਵੀ ਮੈਂ 10 ਦਿਨਾਂ ਤੋਂ ਨਸ਼ੇ ਖਤਮ ਕਰ ਦੂੰ, ਮੈਂ ਆਪ ਧਾਰਮਿਕ ਸਥਾਨ ਆ ਇੱਧਰ ਹੱਥ ਕਰਕੇ ਕਹਿੰਦਾ, ਸਾਨੂੰ ਉਹ ਨਾ ਖਿਆਲ ਆਇਆ ਵੀ ਇਹ ਜੁਮਲਾ ਵਾ, ਸਾਨੂੰ ਉਹ ਨਾ ਖਿਆਲ ਆਇਆ ਸਾਡੇ ਜਵਾਕਾਂ ਤੋਂ ਫਾਰਮ ਭਰਾਈ ਜਾਂਦੇ ਆ ਵੀ ਤੁਹਾਨੂੰ ਸਮਾਰਟਫੋਨ ਦੇਵਾਂਗੇ, ਕਿਹਨੇ ਲੈਣਾ, ਭਰੋ ਬਈ ਫਾਰਮ, ਰਾਈਟ, ਕਾਫੀ ਵਿਦ ਕੈਪਟਨ। ਹੋਰ ਕਿਨੇ, ਜੇ ਆਪਾਂ ਕਹਿੰਦੇ ਆ ਪ੍ਰਸ਼ਾਂਤ ਕਿਸ਼ੋਰ ਨੂੰ ਲਿਆਂਦਾ ਗਿਆ ਬਈ ਇਹ ਚੋਣ ਜਿਤਾਊਗਾ, ਉਹ ਕੀ ਵੇਚਦਾ, ਉਹ ਵਾਅਦੇ ਵੇਚਦਾ, ਰਾਈਟ। ਹੁਣ ਚੋਣਾਂ ਨਹੀਂ ਆਉਣੀਆਂ, ਇਸ ਸੰਘਰਸ਼ ਚੋਂ ਪੰਜਾਬ ਦੇ ਲੋਕ ਇੱਕ ਇਹੀ ਅਹਿਦ ਕਰ ਲੈਣ ਬਈ ਜਿਹੜਾ ਕੁਛ ਅਸੀਂ ਪਹਿਲਾਂ ਦੇਖ ਲਿਆ, ਅਸੀਂ ਆਪਦੇ ਮਨ ਨੂੰ ਤਿੱਖਾ ਕਰਕੇ ਅਸੀਂ ਇਹਨਾਂ ਗੱਲਾਂ 'ਚ ਦੁਬਾਰਾ ਨਹੀਂ ਆਉਣਾਗਾ। ਦੂਜੀ ਚੀਜ਼, ਜਿਸ ਤਰ੍ਹਾਂ ਇਹ ਕਿਸਾਨੀ ਸੰਘਰਸ਼ ਜੁੜਿਆ ਵਾ, ਮੈਂ ਚਾਹੁੰਦਾ ਵਾ ਪ੍ਰਮਾਤਮਾ ਕਰੇ ਇਹ ਭਾਰਤ ਵਰਸ਼ ਦੇ ਪੂਰੇ ਪੱਧਰ ਦੇ ਉੱਤੇ ਇੱਕ ਕਿਸਾਨ ਪਾਰਟੀ ਜਨਮ ਲਵੇ, ਉਹਦੇ 'ਚ ਪੜ੍ਹੇ ਲਿਖੇ ਬੰਦੇ ਆਉਣ, ਉਹਨਾਂ ਦੀ ਬੈਕਗਰਾਊਂਡ ਚੈੱਕ ਕੀਤੀ ਜਾਵੇ ਤੇ ਉਹਨਾਂ ਨੂੰ ਦੇਖ ਕੇ ਟਿਕਟ ਦਿੱਤੀ ਜਾਵੇ, ਇਲਾਕੇ ਦੇ ਵਿੱਚੋਂ ਦੇਖ ਕੇ, ਜਿਸ ਤਰ੍ਹਾਂ ਆਪਣੇ ਇਹਨਾਂ ਨੇ ਇਹ ਕੀਤਾ ਵਾ। ਜਾਂ ਜਿਸ ਤਰ੍ਹਾਂ ਫਿਰ ਇਹ ਮੈਂ ਇਹ ਕਹੂੰਗਾ ਵੀ ਆਮ ਆਦਮੀ ਪਾਰਟੀ ਆ, ਉਹ ਬਿਲਕੁਲ ਕਿਸਾਨਾਂ ਦੇ ਨਾਲ ਆ, ਇਹਨਾਂ ਦੇ ਸੰਘਰਸ਼ ਦੇ ਵਿੱਚ ਵੀ ਨਾਲ ਆ, ਉਹ ਇਹਨਾਂ ਦੇ ਮੋਢੇ ਨਾਲ ਮੋਢਾ ਢਾ ਕੇ ਇਹਨਾਂ ਨੂੰ ਸਹੀ ਦਿਸ਼ਾ ਦਿਖਾਵੇ। ਹਾਂਜੀ, ਇਹ ਜਿਹੜੀ ਜੁਮਲੇਬਾਜ਼ੀ ਆ, ਇਹ ਮੋਦੀ ਜੀ ਨੇ ਜਾਂ ਕਿਸੇ ਪੋਲੀਟੀਕਲ ਪਾਰਟੀ ਨੇ ਪਹਿਲੀ ਵਾਰੀ ਨਹੀਂ ਕਰੀ, ਇਹ ਤਾਂ ਇਤਿਹਾਸ ਆ ਇੱਥੋਂ ਦਾ। ਇਹ ਸਾਰੇ ਹੀ ਜੁਮਲੇਬਾਜ਼ ਆ, ਸਾਰੇ ਹੀ ਝੂਠੇ ਆ। ਜਿਵੇਂ ਇਹ ਸਾਰੇ ਧਰਮ, ਜਾਤ ਪਾਤ ਜਾਂ ਸੋਸ਼ਲ ਜਿਹੜੇ ਆ ਵੀ ਇਕਨੋਮਿਕ ਦੇ ਜੁਮਲੇ ਛੱਡ ਕੇ ਇਹ ਸਾਰਾ ਕੁਛ ਇਹ ਆਪਦੀਆਂ ਗੱਦੀਆਂ ਹਾਸਲ ਤੱਕ ਸੀਮਿਤ ਹੁੰਦੇ ਆ। ਤੇ ਜਿਹੜਾ ਪੋਲੀਟਿਕਸ ਆ, ਇਹ ਇੱਕ ਬਹੁਤ ਵੱਡਾ ਬਿਜ਼ਨਸ ਬਣ ਚੁੱਕਿਆ। ਜੇ ਕਿਸੇ ਨੇ ਅਮੀਰ ਹੋਣਾ ਤਾਂ ਉਹ ਪੋਲੀਟਿਕਸ ਦੇ ਵਿੱਚ ਹੀ ਜਾਂਦਾ, ਨਾ ਕਿ ਲੋਕ ਉੱਥੇ ਪੜ੍ਹਨ ਦੀ ਬਜਾਏ ਵੀ ਪੋਲੀਟਿਕਸ ਦੇ ਵਿੱਚ ਜਾਣਾ ਜ਼ਿਆਦਾ ਪਸੰਦ ਕਰਦੇ ਆ, ਕਿਉਂਕਿ ਇਹ ਇੱਕ ਕਰਪਟ ਤੇ ਪੈਸੇ ਬਣਾਉਣ ਦਾ ਇੱਕ ਬਹੁਤ ਵੱਡਾ ਕਿੱਤਾ ਬਣ ਚੁੱਕਿਆ। ਤੇ ਇਸ ਨੂੰ ਠੱਲ ਪਾਉਣ ਲਈ ਜਿਵੇਂ ਆਮ ਆਦਮੀ ਪਾਰਟੀ ਨੇ ਕੀਤਾ ਦਿੱਲੀ ਦੇ ਵਿੱਚ, ਉਹਨਾਂ ਨੇ ਜਿਹੜੇ ਵੀ ਆਪਦੇ ਚੋਣ ਮੈਨੀਫੈਸਟੋ ਬਣਾਏ ਆ, ਕੇਜਰੀਵਾਲ ਜੀ ਨੇ ਕਿਹਾ ਵੀ ਇਹ ਮੇਰਾ ਧਰਮ ਆ, ਇਸ ਚੋਣ ਮੈਨੀਫੈਸਟੋ ਦੇ ਉੱਤੇ ਮੇਰੇ ਨਾਲ ਗੱਲ ਕਰੋ, ਜੇ ਇਹਦੇ ਚ ਕੋਈ ਨਹੀਂ ਲਾਗੂ ਹੋਈ ਚੀਜ਼ ਤਾਂ ਮੈਨੂੰ ਦੱਸੋ। ਇਹ ਜਿਹੜਾ ਵਾ ਇੱਕ ਕੋਰਟ ਦਾ ਡਾਕੂਮੈਂਟ ਬਣ ਜਾਣਾ ਚਾਹੀਦਾ, ਜਿਵੇਂ ਇਹਨਾਂ ਨੇ ਕਈ ਕਿਹਾ। ਤੇ ਇਹ ਕੋਰਟ ਦਾ ਡਾਕੂਮੈਂਟ ਬਣ ਕੇ ਇਹਦੇ ਤੇ ਬਾਅਦ ਚ ਜੇ ਉਹ ਨਹੀਂ ਕਰਦੇ ਤਾਂ ਉਹ ਇਹਦੇ ਤੇ ਕੋਈ ਇਹਨੂੰ ਕਹਿ ਲਓ ਵੀ 80% 90% ਪੂਰਾ ਨਹੀਂ ਕਰਦੇ ਤਾਂ ਉਹ ਗਵਰਨਮੈਂਟ ਤੇ ਬੈਨ ਹੋ ਜਾਣਾ ਚਾਹੀਦਾ, ਵੀ ਮੁੜ ਕੇ ਉਹ ਇਲੈਕਸ਼ਨ ਨਾ ਲੜੇ। ਤੇ ਜੇ ਕੋਈ ਕਰਪਟ ਕਰਦਾ ਇਹੋ ਜਿਹਾ ਬੰਦਾ ਫੜਿਆ ਜਾਵੇ ਤੇ ਉਹ ਮੁੜ ਕੇ ਇਲੈਕਸ਼ਨ ਨਾ ਲੜ ਸਕੇ। ਇਹ ਉੱਥੋਂ ਦੀ ਜੁਡੀਸ਼ਰੀ ਕਾਇਮ ਕਰਨੀ ਪਊ। ਉਹ ਤੋਂ ਪਹਿਲਾਂ ਲੋਕਾਂ ਨੂੰ ਜਿਹੋ ਜਿਹਾ ਕਿਸਾਨੀ ਸੰਘਰਸ਼ ਲੜ ਰਹੇ ਆ, ਏਡਾ ਹੀ ਤਕੜਾ ਇੱਕ ਹੋਰ ਸੰਘਰਸ਼ ਲੜਨਾ ਪਊਗਾ ਜਿਹੜਾ EVM ਖਤਮ ਕਰ ਲਈ ਆ। ਤੇ ਜਿੰਨਾ ਚਿਰ EVM ਰਹੂਗੀ ਉੱਥੇ ਮੋਦੀ ਰਹੂਗਾ, ਉਹਨਾਂ ਚਿਰ ਤਾਂ ਇਹਨੂੰ ਲਾਉਣਾ ਬੜਾ ਮੁਸ਼ਕਲ ਆ, ਕਿਉਂਕਿ ਇਹਨੇ ਕੰਟਰੋਲ ਆ ਜਿਹੜਾ ਸੁਪਰੀਮ ਕੋਰਟ, ਹਾਈ ਕੋਰਟ ਤੇ ਆਪਣੀ ਜਿਹੜੀ ਰਿਜ਼ਰਵ ਬੈਂਕ ਆ ਤੇ ਇਲੈਕਸ਼ਨ ਕਮਿਸ਼ਨ ਆ, ਸਾਰਿਆਂ ਤੇ ਇਹਨੇ ਬਿਲਕੁਲ ਕੰਟਰੋਲ ਆਪਦੀ ਜਕੜ ਪੱਕੀ ਕਰ ਲਈ ਆ। ਇਹਨਾਂ ਨੇ ਸਾਰਾ ਹਿੰਦੁਸਤਾਨ, ਸਾਰੀ ਇੱਕ ਗੁਜਰਾਤ ਦੇ ਬਿਜ਼ਨਸ ਪੀਪਲਾਂ ਨੂੰ ਵੇਚ ਦਿੱਤਾ। ਤੇ ਉਸ ਲਈ ਆਪਾਂ ਨੂੰ ਸਾਰਿਆਂ ਨੂੰ, ਹਿੰਦੁਸਤਾਨ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਸਮਝ ਨਾਲ ਬੜੇ ਤਕੜੇ ਹੋ ਕੇ ਇੱਕ ਹੋਰ ਘੋਲ ਆ ਜਿਹੜਾ EVM ਤੇ ਇਹ ਘਪਲੇਬਾਜ਼ੀਆਂ ਦੇ ਉਲਟ, ਜੁਮਲੇਬਾਜ਼ਾਂ ਦੇ ਉਲਟ, ਸਰਮਾਏਦਾਰਾਂ ਦੇ ਉਲਟ ਲੜਨਾ ਪਊ, ਜਿਹਦੇ ਵਿੱਚ ਸਾਨੂੰ ਇਹ ਲਾਇਬਲ ਕਰਨੇ ਪੈਣਗੇ ਵੀ ਜੇ ਤੁਸੀਂ ਕੋਈ ਗੱਲ ਕਹਿੰਦੇ ਹੋ ਤਾਂ ਉਹਦੇ ਲਈ ਤੁਸੀਂ ਜ਼ਿੰਮੇਵਾਰ ਹੋ ਤੇ ਨਹੀਂ ਆਹ ਸਜ਼ਾ ਪਈ ਆ ਤੁਹਾਡੇ ਲਈ। ਬਿਲਕੁਲ ਜੀ। ਹਾਂਜੀ ਅਮਰਦੀਪ ਭਾਜੀ। ਬਿਲਕੁਲ ਵੀਰ ਜੀ, ਐਂਡ ਤੇ ਆਪਣੇ ਸਾਰੇ ਸਰੋਤਿਆਂ ਨੂੰ ਤੇ ਆਪਣੇ ਸਾਰਿਆਂ ਦੀ ਇੱਕੋ ਹੀ ਦੁਆ ਆ ਕਿ ਇਹ ਕਿਸਾਨੀ ਸੰਘਰਸ਼ ਆਪਣੀ ਸਫਲਤਾ ਦੇ ਵੱਲ ਜਿੰਨੀ ਜ਼ੋਰ ਨਾਲ ਵੱਧ ਰਿਹਾ ਤੇ ਛੇਤੀ ਤੋਂ ਛੇਤੀ ਆਪਣੇ ਮੁਕਾਮ ਤੇ ਪਹੁੰਚੇ। ਬਾਕੀ ਜੇ ਆਪਾਂ ਉੱਥੇ ਦਿੱਲੀ ਬੈਠੇ ਲੋਕਾਂ ਦੀ ਗੱਲ ਕਰੀਏ ਤੇ ਹਰ ਰੋਜ਼ 50,000 ਤੋਂ ਲੱਖ ਬੰਦਾ ਉੱਥੇ ਐਡ ਹੋ ਰਿਹਾ। ਉੱਥੇ ਬੇਨਤੀਆਂ ਵੀ ਇਹ ਹੁੰਦੀਆਂ ਕਿ ਕੋਈ
ਕੋਈ ਬੰਦਾ ਘਰਾਂ 'ਚ ਵਾਪਸ ਪਰਤ ਜਾਣ, ਪਰ ਉੱਥੋਂ ਜਾਣ ਨੂੰ ਕੋਈ ਰਾਜੀ ਨਹੀਂ, ਤੇ ਉੱਥੇ ਹੋਰ 20 30,000 40,000 50,000 ਬੰਦਾ ਹਰ ਰੋਜ਼ ਜੁੜ ਰਿਹਾ। ਸੋ ਇਹ ਕ੍ਰਾਂਤੀ ਏਦਾਂ ਹੀ ਅੱਗੇ ਚੱਲੇ ਤੇ ਪੰਜਾਬ ਸਾਰੇ ਆਪਣੇ ਭਾਰਤ ਦੇ ਲਈ ਚਾਨਣ ਮੁਨਾਰਾ ਹੋਵੇ, ਹੋਰ ਕ੍ਰਾਂਤੀਆਂ ਨੂੰ ਵੀ ਜਨਮ ਦੇਵੇ। ਅਮਰ। ਹਾਂਜੀ ਭਾਜੀ, ਬਹੁਤ ਵਧੀਆ ਭਾਜੀ। ਤੇ ਆਪਾਂ ਹੁਣ ਇਸ ਫੇਸਬੁੱਕ ਚਰਚਾ ਦੇ ਲਾਸਟ ਸੈਸ਼ਨ ਦੇ ਵਿੱਚ ਅਸੀਂ ਫੇਸਬੁੱਕ ਸ਼ੇਅਰ ਕਰਦੇ ਹਾਂ, ਤੇ ਮੈਂ ਫੇਸਬੁੱਕ ਤੇ ਜੋ ਚੱਲ ਰਹੀ ਚਰਚਾ ਆ ਉਹ ਸ਼ੇਅਰ ਕਰਨੀ ਚਾਹੁੰਦਾ ਪਹਿਲਾਂ ਆਪਣੇ ਸਰੋਤਿਆਂ ਦੇ ਨਾਲ। ਤੇ ਇੱਕ ਮਿੰਟ ਦਿਓ ਜੀ। ਤੇ ਉਹਦੇ ਵਿੱਚ ਅਸੀਂ ਸ਼ੇਅਰ ਕਰਦੇ ਹਾਂ ਕਿ ਅੱਜ ਸਰੋਤਿਆਂ ਨੇ ਫੇਸਬੁੱਕ ਦੇ ਉੱਤੇ ਕਿਹੜੀ ਕਿਹੜੀ ਚਰਚਾ ਕੀਤੀ। ਸੋ ਇਹ ਸਾਡੀ ਫੇਸਬੁੱਕ ਦਾ ਪੇਜ ਹੈ ਜੀ, ਫੇਸਬੁੱਕ ਚਰਚਾ। ਤੇ ਇਹਦੇ ਵਿੱਚ ਇਹੋ ਅਸੀਂ ਬਣਾਇਆ ਹੈਗਾ ਫੇਸਬੁੱਕ ਚਰਚਾ ਦੇ, ਤੁਸੀਂ ਆਪਣੀ ਪੋਸਟ ਪਾ ਸਕਦੇ ਆ, ਜਿਹਦੇ ਵਿੱਚ ਅੱਜ ਆਪਣੀ ਫੇਸਬੁੱਕ ਚਰਚਾ ਦੇ ਉੱਤੇ ਜਿੱਦਾਂ संजय बाला जी ने लिखा, किसानों के किसान विरोधी बिल के खिलाफ आंदोलन में मैं के साथ खड़ी, उनके हर संघर्ष में उनके साथ खड़ी हूँ। कल इन्होंने संजय बाला जी आए थे लाइव, इन्होंने उत्थे लाइव दिखाया सीगा कि किस तरह चल रहा, किसानों नाल गलबात कराई। जिदा अमन शर्मा जी ने उन्होंने लिखा आप जिंदाबाद और पीपल ओपन योर आईज। सो जिदा चरणजीत ग्रेवाल लिख रहे हैं 75 साल तो जी असी गल की आ। ਤੇ ਇਹਦੇ ਵਿੱਚ ਇੱਕ ਮੈਂ ਵੀਡੀਓ ਆਈ ਆ ਜਿਹੜੀ ਜੀ ਤੁਸੀਂ ਗੱਲ ਕਰਦੇ ਸੀਗੇ ਮਨੀਸ਼ ਸਿਸੋਦੀਆ ਜੀ ਦੇ ਘਰ ਦੇ ਉੱਤੇ ਜਿਹੜਾ ਅਟੈਕ ਹੋਇਆ, ਬਹੁਤ ਮਾੜਾ ਇਹ ਗੱਲ ਹੋਈ ਆ। ਤੇ ਉਹਦੇ ਵਿੱਚ ਤੁਸੀਂ ਦੇਖ ਸਕਦੇ ਆ ਆਹ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਲੋਕੀ ਜਿਹੜੇ ਗੁੰਡੇ ਆ ਉਹ ਪੁਲਿਸ ਨੂੰ ਪਿੱਛੇ ਤੱਕ, ਪੁਲਿਸ ਵੀ ਦੇਖ ਲਓ ਕੀ ਕਰ ਰਹੀ ਆ, ਕੋਈ ਬਾਹਲਾ ਨਹੀਂ ਜ਼ੋਰ ਲਾ ਰਹੀ। ਔਰ ਜਦੋਂ ਉਹ ਅੰਦਰ ਵੜ ਗਏ ਤਾਂ ਫਿਰ ਭੱਜ ਕੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਦਾਂ ਦਾ ਦਹਿਸ਼ਤ ਦਾ ਮਾਹੌਲ ਬਣਾ ਰਹੇ ਨੇ। ਸੋ ਇਹ ਜੋ ਆਪਣੇ ਸੈਸ਼ਨ ਨੇ, ਕੱਲ ਦਾ ਸੈਸ਼ਨ ਸੀ ਉਹ ਹੈ। ਔਰ ਇਹ ਕੈਪਟਨ ਸਾਹਿਬ ਨੇ ਜਦੋਂ ਬੈਠੇ ਹੋਏ ਸੀਗੇ, ਇਹਦੀ ਵੀ ਉਹਨਾਂ ਨੇ ਫੇਸਬੁੱਕ ਤੇ ਕਾਫੀ ਇਹੋ ਚੱਲ ਰਹੀ ਹੈ ਇਹ ਵੀਡੀਓ। ਕੈਪਟਨ ਜਦੋਂ ਇਹੋ ਬਿੱਲਾਂ ਦੇ ਬਾਰੇ ਗੱਲ ਹੋ ਰਹੀ ਸੀ ਅਡਾਨੀ ਨਾਲ ਤੇ ਅੰਬਾਨੀ ਨਾਲ, ਤੇ ਉਦੋਂ ਦੀ ਇਹੋ ਗੱਲਬਾਤ ਦਿਖਾ ਰਹੇ ਆ। तो ये लिख, एक साढ़े सज्जन वीर लिख रहे हैं ट्वीट दे विच, यकीन मानिए अगर गधों का भी वोट होता तो अंधे वक्त के पापा ये भी कह देते कि मेरे भाइयों बहनों जंगल में मेरा पुराना नाता है और मैं बचपन से ही गधा बनना चाहता था। और अंध भक्तों ने तालियां बजाते हुए कहना था वाह मोदी जी वाह। एक्चुअली इस वक्त हालात बन चुके हैं कि इन्ना कुछ पता होंदियां होया भी लोकी जिहड़े आ ਮੋਦੀ ਦੀ ਕਈ ਵਾਰੀ ਸਪੋਰਟ ਕਰਦੇ ਆ, ਉਹਨਾਂ ਦੇ ਕਰਕੇ ਉਹਨਾਂ ਨੇ ਲਿਖਿਆ ਹੋਇਆ ਉਹ। ਸੋ ਇਹ ਸੱਜਣੋ, ਜਿੱਦਾਂ ਹੁਣ ਇੱਕ ਸਾਡੇ ਇੰਟਰਵਿਊ ਚੱਲ ਰਹੀਆਂ ਕਿਸਾਨਾਂ ਦੀਆਂ, ਸੋ ਇਹ ਜੇ ਤੁਸੀਂ ਸਾਰੀ ਫੇਸਬੁੱਕ ਦੇਖਦੇ ਆ ਤਾਂ ਫੇਸਬੁੱਕ ਤੇ ਬਸ ਕਿਸਾਨ ਅੰਦੋਲਨ ਹੀ ਚੱਲ ਰਿਹਾ ਤੇ ਕਿਸਾਨਾਂ ਦੀ ਹੀ ਗੱਲ ਹੋ ਰਹੀ ਆ। ਸੋ ਆਪਾਂ ਇਸ ਸੈਸ਼ਨ ਨੂੰ ਹੁਣ ਐਂਡ ਵੱਲ ਲਿਜਾ ਰਹੇ ਆ ਜੀ, ਤੇ ਐਂਡ ਦੇ ਵਿੱਚ ਮੈਂ ਸਾਰੇ ਸਰੋਤਿਆਂ ਦਾ ਜਿਹੜੇ ਵੀਰ ਸਾਨੂੰ ਦੇਖਿਆ, ਸ਼ੇਅਰ ਕੀਤਾ, ਔਰ ਸਾਡਾ ਜਿਹੜਾ YouTube ਚੈਨਲ ਅਸੀਂ ਹੈ ਫੇਸਬੁੱਕ ਚਰਚਾ, ਤੁਸੀਂ ਉਹਨੂੰ ਸਬਸਕ੍ਰਾਈਬ ਕਰ ਸਕਦੇ ਆ। ਉਹਦਾ ਅਸੀਂ ਲਿੰਕ ਹਰ ਵਾਰੀ ਇਹ 'ਚ ਪਾਉਂਦੇ ਆ, ਫੇਸਬੁੱਕ ਚਰਚਾ ਜਿਹੜਾ ਫੇਸਬੁੱਕ ਚਰਚਾ ਪੇਜ ਆ। ਤੇ ਐਂਡ ਦੇ ਵਿੱਚ ਮੈਂ ਅਜੀਤ ਭੱਠਲ ਜੀ ਦਾ, ਰਣਜੀਤ ਸਿੰਘ ਜੀ ਦਾ ਤੇ ਅਮਰਦੀਪ ਵੀਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਇਹਨਾਂ ਨੇ ਟਾਈਮ ਕੱਢ ਕੇ ਆਪਣੇ ਕਿਸਾਨ ਅੰਦੋਲਨ ਦੇ ਵਿੱਚ ਹਿੱਸਾ ਪਾਇਆ, ਅੱਜ ਇਹ ਗੱਲਬਾਤ ਕੀਤੀ। ਬਹੁਤ ਬਹੁਤ ਧੰਨਵਾਦ ਸਾਰੇ ਸਰੋਤਿਆਂ ਦਾ ਜੀ। इनकलाब जिंदाबाद, किसान एकता जिंदाबाद।